ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰਾਖਨਹਾਰ ਦਇਆਲਾ ਨਾਨਕ ਘਰ ਕੇ ਗੋਲੇ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣੁਕਾ ਤਉ ਆਓ ਹਮਾਰੇ ਪਾਸ ਕਬੀਰ ਮੋਹ ਮਰਨੇ ਕਾ ਚਾਉ ਹੈ ਮਰੋ ਤਾ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰ ਹਮਾਰੇ ਬਾਰ ਗਗਨ ਦਮਾਮਾ ਬਾਜਿਓ ਪਰਿਓ ਨਿਸਨ ਕਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੁਜਨ ਕੋ ਦਾਓ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੀਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕ ਓਹ ਆਪਰਸ ਸਗਲ ਨਿਸਤਾਰੈ ਉਰ ਧਾਰੈ ਜੋ ਅੰਤਰ ਨਾਮ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇੜੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਪਾਕ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ। 8 ਅਸ਼ਟਪਦੀਆਂ ਦੀ ਵਿਚਾਰ ਪਿਛਲੇ ਦੀਵਾਨਾਂ ਵਿੱਚ ਹੋ ਚੁੱਕੀ ਸੀ। 9ਵੀਂ ਅਸ਼ਟਪਦੀ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਾਂ ਦੇ ਬੇਨਤੀ ਕਰਨ ਤੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰੂ ਸ਼ਬਦ ਦੀ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਬੇਨਤੀ ਕਰ ਦੇਵਾਂ ਕਿ ਸਾਧ ਸੰਗਤ ਜੀ, ਅੱਜ ਸ਼ਹੀਦ ਭਾਈ ਤਾਰੂ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਸਰਬੱਤ ਸੰਗਤਾਂ ਨੂੰ ਬੇਅੰਤ ਵਧਾਈਆਂ ਹੋਵਣ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਸੁੱਖਾ, ਭਾਈ ਹਰਜਿੰਦਰ ਸਿੰਘ ਦੀ ਜਿੰਦਾ, ਤਿੰਨਾਂ ਦੇ ਵੀ ਅੱਜ ਸਾਧ ਸੰਗਤ ਜੀ ਸ਼ਹਾਦਤ ਦਾ ਦਿਹਾੜਾ ਹੈ। ਤਿੰਨਾਂ ਸੂਰਬੀਰ ਕੌਮੀ ਯੋਧਿਆਂ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਹੈ, ਜਿਨ੍ਹਾਂ ਨੇ ਸਾਧ ਸੰਗਤ ਜੀ ਜਰਨਲ ਵੈਦਿਆਂ ਨੂੰ ਸੋਧਿਆ ਸੀ, ਜਿਸ ਦੇ ਇੰਦਰਾ ਗਾਂਧੀ ਔਰ ਜਰਨਲ ਵੈਦਿਆ ਦੇ ਹੁਕਮ ਦੇ ਨਾਲ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਭੰਗ ਕੀਤਾ। ਤੋਪਾਂ ਦੇ ਨਾਲ, ਗੋਲਿਆਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਾਧ ਸੰਗਤ ਜੀ ਢਹਿ ਢੇਰੀ ਕੀਤਾ ਸੀ, ਜਿਸ ਵਿੱਚ ਬਜ਼ੁਰਗ, ਬੱਚੇ, ਨੌਜਵਾਨ ਕਿੰਨੀਆਂ ਨੇ ਸ਼ਹਾਦਤਾਂ ਪਾਈਆਂ ਸਨ। ਬੇਰਹਿਮੀ ਦੇ ਨਾਲ ਬਹੁ ਗਿਣਤੀ ਵੀ ਸਾਧ ਸੰਗਤ ਜੀ ਤੇ ਇਹਨਾਂ ਦੇ ਕਤਲ ਕੀਤੇ ਗਏ ਸਨ ਔਰ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਲਈ ਜੋ ਮਰਜ਼ਾਦਾ ਦੇ ਵਿੱਚ ਵਿਘਨ ਪਾਵਨਾ ਕੀਤਾ, ਇਹ ਸਭ ਕੁਝ ਨਾ ਸਹਾਰਦਿਆਂ ਹੋਇਆਂ ਭਾਈ ਹਰਜਿੰਦਰ ਸਿੰਘ ਦੀ ਜਿੰਦਾ ਤੇ ਭਾਈ ਸੁਖਦੇਵ ਸਿੰਘ ਜੀ ਸੁੱਖਾ, ਤਿੰਨਾਂ ਦੋਵਾਂ ਹੀ ਸੂਰਬੀਰ ਯੋਧਿਆਂ ਨੇ ਮਿਲ ਕਰਕੇ ਪ੍ਰਣ ਕੀਤਾ ਕਿ ਇਸ ਦੁਸ਼ਟ ਨੂੰ ਸੋਧਣਾ ਹੈ। ਤੇ ਸਾਧ ਸੰਗਤ ਜੀ, ਜੋ ਪ੍ਰਣ ਕੀਤਾ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ, ਗੁਰੂ ਸ਼ਬਦ ਦਾ ਓਟ ਆਸਰਾ ਲੈ ਕਰਕੇ ਜਰਨਲ ਵੈਦਿਆਂ ਨੂੰ ਸੋਧ ਕਰਕੇ ਤਿੰਨਾਂ ਨੇ ਫਾਂਸੀ ਦੇ ਰੱਸਿਆਂ ਨੂੰ ਆਪ ਚੁੰਮ ਕਰਕੇ ਸ਼ਹਾਦਤ ਦਾ ਜਾਮ ਪੀਤਾ। ਅੱਜ ਭਾਈ ਹਰਜਿੰਦਰ ਸਿੰਘ ਦੀ ਜਿੰਦਾ ਤੇ ਭਾਈ ਸੁਖਦੇਵ ਸਿੰਘ ਜੀ ਸੁੱਖੇ ਦੀ ਸ਼ਹਾਦਤ ਦਾ ਅੱਜ ਦਿਵਸ ਹੈ। ਫਿਰ ਤੋਂ ਕੋਟ ਕੋਟ ਪ੍ਰਣਾਮ ਹੈ। ਆਓ ਸਾਧ ਸੰਗਤ ਜੀ, ਪਿਆਰ ਦੇ ਨਾਲ ਮਹਾਰਾਜ ਸਾਹਿਬ ਜੀ ਦੀ ਗੁਰਬਾਣੀ ਦੀ ਕਥਾ ਸਰਵਣ ਕਰੀਏ। ਕੇਵਲ ਬੇਨਤੀ ਹੀ ਕੀਤੀ ਕਿ ਅੱਜ ਇਹਨਾਂ ਦਾ ਦਿਵਸ ਹੈ, ਜੋ ਕੌਮ ਦੇ ਯੋਧੇ ਹਨ, ਇਹਨਾਂ ਦੀ ਸ਼ਹਾਦਤ ਦਾ ਅੱਜ ਦਿਨ ਹੈ। ਕਿਉਂਕਿ ਸਮਾਂ ਸੀਮਤ ਹੈ, ਬਾਅਦ ਵਿੱਚ ਆਪ ਸੰਗਤ ਨੂੰ ਪਤਾ ਕਿ ਸਰਬੱਤ ਦੇ ਭਲੇ ਲਈ, ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਔਰ ਕਰੋਨਾ ਵਾਇਰਸ ਜੋ ਬਿਮਾਰੀ ਦੇ ਸੰਸਾਰ ਭਰ ਨੂੰ ਪੀੜਿਤ ਕੀਤਾ ਹੋਇਆ, ਇਹਦੇ ਤੋਂ ਬਚਣ ਦੇ ਵਾਸਤੇ 96 ਘੰਟੇ ਦਾ ਵਾਹਿਗੁਰੂ ਮੰਤਰ ਦਾ ਜੋ ਜਾਪ ਪ੍ਰਾਰੰਭ ਹੋਇਆ, ਹਰ ਰੋਜ਼ 8 ਘੰਟੇ ਨਾਂਦੇੜ ਦੀ ਹਜ਼ੂਰ ਸਾਹਿਬ ਦੀ ਸੰਗਤ ਮਿਲ ਕਰਕੇ ਜਾਪ ਕਰਦੀ ਹੈ। ਤਕਰੀਬਨ 7:45 ਵਜੇ ਤੋਂ ਲੈ ਕੇ 3:45 ਵਜੇ ਤੱਕ
13 ਦਿਨ ਇਸੇ ਤਰ੍ਹਾਂ ਸਾਧ ਸੰਗਤ ਜੀ ਜੋ ਜਾਪ ਹੋਣਾ। ਬੇਨਤੀ ਇਸ ਕਰਕੇ ਹੈ ਕਿ ਸੰਖੇਪ ਰੂਪ ਦੇ ਵਿੱਚ ਕੇਵਲ ਬੇਨਤੀ ਹੀ ਕੀਤੀ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਗੁਰੂ ਘਰ ਦੀ ਮਰਜ਼ਾਦਾ ਹੈ ਕਿ ਘੱਟ ਤੋਂ ਘੱਟ ਇੱਕ ਸ਼ਬਦ ਦੀ ਵਿਚਾਰ ਜ਼ਰੂਰ ਹੋਣੀ ਚਾਹੀਦੀ ਹੈ ਲੜੀਵਾਰ ਗੁਰਬਾਣੀ ਦੇ ਕਥਾ ਵਿੱਚ। ਅਸ਼ਟਪਦੀ ਸਾਧ ਸੰਗਤ ਜੀ ਸ਼ਬਦ ਵੀ ਵੱਡਾ ਹੈ, ਕੇਵਲ ਅੱਖਰੀ ਅਰਥ ਕਰੀਏ ਫਿਰ ਵੀ 1 ਘੰਟਾ ਸੁਭਾਵਕ ਹੀ ਲੰਘ ਜਾਂਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਜੋ ਸਾਨੂੰ ਉਪਦੇਸ਼ ਬਖਸ਼ਿਆ ਹੈ, ਪਿਆਰ ਦੇ ਨਾਲ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਮਨ ਨੂੰ ਇਕਾਗਰ ਕਰਨ ਲਈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਵੋ, ਪਿਆਰ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਔਰ ਧਾਰਾ ਜੋ ਅੰਤਰ ਨਾਮ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਸੁਖਮਨੀ ਸਾਹਿਬ ਜੀ ਦੀ 9ਵੀਂ ਅਸ਼ਟਪਦੀ ਅੰਦਰ ਉਚਾਰਨ ਕਰ ਰਹੇ ਹੈ। ਪਹਿਲਾ ਮੂਲ ਰੂਪ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਸ਼ਲੋਕ ਉਚਾਰਨ ਕੀਤਾ ਹੈ, ਜੋ ਆਪਣੇ ਹਿਰਦੇ ਅੰਦਰ ਪ੍ਰਮਾਤਮਾ ਦਾ ਨਾਮ ਵਸਾ ਲੈਂਦਾ ਹੈ। ਔਰ ਧਾਰੈ ਜੋ ਅੰਤਰ ਨਾਮ, ਜੋ ਅੰਤਸ਼ਕਰਨ ਆਪਣੇ ਹਿਰਦੇ ਅੰਦਰ ਵਾਹਿਗੁਰੂ ਦੇ ਨਾਮ ਨੂੰ ਧਾਰਨ ਕਰ ਲੈਂਦਾ ਹੈ। ਸਰਬ ਮੈਂ ਪੇਖੈ ਭਗਵਾਨ। ਸੰਸਾਰ ਭਰ ਦੇ ਸਭ ਜੀਵਾਂ ਦੇ ਅੰਦਰ ਖਟ ਭਾਗਾਂ ਸੰਪੰਨ ਪ੍ਰਮਾਤਮਾ ਨੂੰ ਦੇਖਦਾ ਹੈ ਕਿ ਪਰਮੇਸ਼ਰ ਦੀ ਹੀ ਜੋਤ ਪਰਿਪੂਰਵਕ ਹੋ ਰਹੀ ਹੈ। ਸੰਸਾਰ ਭਰ ਦੇ ਸਭ ਤਮਾਮ ਜੀਵ ਜੰਤੂਆਂ 'ਚ ਕੇਵਲ ਇੱਕ ਪਰਮਾਤਮਾ ਹੀ ਹੈ ਜੋ ਸਭ ਦੇ ਅੰਦਰ ਵਰਤ ਰਿਹਾ ਹੈ। ਜੋਤ ਰੂਪ ਹੋ ਕਰਕੇ ਪਰਮਾਤਮਾ ਵਿਆਪਕ ਹੈ। ਨਿਮਖ ਨਿਮਖ ਠਾਕੁਰ ਨਮਸਕਾਰ। ਨਿਮਖ ਨਿਮਖ ਮਾਤਰ ਸਮੇਂ ਵਿੱਚ ਪਰਮਾਤਮਾ ਨੂੰ ਨਮਸਕਾਰਾਂ ਕਰਦਾ ਹੈ। ਅੱਖ ਝਮਕਣ ਤੋਂ ਥੋੜ੍ਹਾ ਜਿੰਨਾ ਸਮਾਂ ਸਾਧ ਸੰਗਤ ਜੀ ਨਿਮਕ ਮਾਤਰ ਸਮਾਂ, ਹਰ ਇੱਕ ਨਿਮਕ ਮਾਤਰ ਸਮੇਂ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਤੇ ਨਮਸਕਾਰਾਂ ਕਰਦਾ ਹੈ। ਜਿਵੇਂ ਜਾਪ ਸਾਹਿਬ ਪਾਵਨ ਬਾਣੀ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਨਮਸਕਾਰਾਂ ਦੀ ਬਾਣੀ ਉਚਾਰਨ ਕੀਤੀ ਹੈ। ਹਰ ਇੱਕ ਪੰਕਤੀ ਵਿੱਚ ਮਹਾਰਾਜ ਸਾਹਿਬ ਜੀ ਨੇ ਪਰਮਾਤਮਾ ਦੀ ਸਨਮੁਖ ਹੋ ਕਰਕੇ ਨਮਸਕਾਰ ਕੀਤੀ ਹੈ। ਇਸ ਲਈ ਇਸ ਬਾਣੀ ਨੂੰ ਨਮਸਕਾਰਾਂ ਦੀ ਬਾਣੀ ਵੀ ਕਿਹਾ ਜਾਂਦਾ ਹੈ। ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ। ਮਹਾਰਾਜ ਸਾਹਿਬ ਜੀ ਨੇ ਬਾਰ-ਬਾਰ ਨਮਸਕਾਰਾਂ ਹੀ ਕੀਤੀਆਂ ਹਨ। ਇਸ ਪ੍ਰਕਾਰ ਹਜੂਰ ਕਹਿੰਦੇ ਨਿਮਖ ਨਿਮਖ ਠਾਕੁਰ ਨਮਸਕਾਰੈ। ਨਿਮਕ ਮਾਤਰ ਸਮੇਂ ਅੰਦਰ ਅਕਾਲ ਪੁਰਖ ਵਾਹਿਗੁਰੂ ਨੂੰ ਨਮਸਕਾਰਾਂ ਕਰਨ ਵਾਲਾ ਹੋਵੇ। ਨਾਨਕ ਉਹ ਆਪਰਸ ਸਾਗਲ ਨਿਸਤਾਰੈ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ, ਉਹ ਸੰਸਾਰ ਭਰ ਦੇ ਅੰਦਰ ਸਭ ਜੀਵਾਂ ਦਾ ਨਿਸਤਾਰਾ ਕਰਨ ਵਾਲਾ ਅਪਰਸ। ਅਸਲ ਵਿੱਚ ਉਹ ਅਪਰਸ ਹੈ ਜੋ ਨਿਮਕ ਨਿਮਕ ਮਾਤਰ ਸਮੇਂ ਵਿੱਚ ਪਰਮਾਤਮਾ ਦਾ ਚਿੰਤਨ ਕਰਦਾ ਹੈ। ਹਰ ਇੱਕ ਜੀਵ ਦੇ ਅੰਦਰ ਪਰਮਾਤਮਾ ਦੀ ਜੋਤ ਦੇਖਦਾ ਹੈ, ਹਿਰਦੇ ਅੰਦਰ ਪਰਮੇਸ਼ਰ ਦੇ ਨਾਮ ਨੂੰ ਵਸਾ ਕੇ ਰੱਖਦਾ ਹੈ। ਅਸਲ ਵਿੱਚ ਉਹ ਅਪਰਸ ਹੈ, ਕਿਉਂਕਿ ਸੰਸਾਰ ਦੇ ਅੰਦਰ ਕੁਝ ਉਹ ਵਰਗ ਦੀਆਂ ਜਾਤੀਆਂ ਹਨ, ਕੁਝ ਐਸੇ ਸੰਸਾਰ ਦੇ ਭੇਖ ਧਾਰੀ ਹਨ ਜੋ ਆਪਣੇ ਆਪ ਨੂੰ ਅਪਰਸ ਮੰਨਦੇ ਹੈ ਕਿ ਕਿਸੇ ਦਾ ਪਰਛਾਵਾਂ ਨਾ ਕਿਤੇ ਪੈ ਜਾਵੇ, ਜਾਂ ਕੋਈ ਸ਼ੂਦਰ ਜਾਤੀ ਦੇ ਵੱਲੋਂ ਉਹਦੇ ਪੱਖ ਵੱਲੋਂ ਹਵਾ ਕਿਤੇ ਕੋਈ ਬੁੱਲਾ ਪੈ ਜਾਵੇ, ਹਵਾ ਥੋੜ੍ਹੀ ਜਿੰਨੀ ਲੱਗ ਜਾਵੇ, ਕਹਿੰਦੇ ਸਾਡਾ ਸਾਰੇ ਦਿਨ ਦੀ ਕੀਤੀ ਹੋਈ ਕਰਮ ਕਿਰਿਆ ਭਿੱਟੀ ਗਈ ਹੈ, ਨਸ਼ਟ ਹੋ ਗਈ ਹੈ। ਉਹ ਸੰਸਾਰ ਦੇ ਅੰਦਰ ਉਹ ਵੀ ਆਪਣੇ ਆਪ ਨੂੰ ਅਪਰਸ ਅਖਵਾਉਂਦੇ ਹਨ।
ਕਿਸੇ ਦੇ ਸਰੀਰ ਦੇ ਨਾਲ ਕਿਤੇ ਥੋੜਾ ਜਿੰਨਾ ਸਰੀਰ ਦਾ ਅੰਗ ਵੀ ਲੱਗ ਜਾਵੇ, ਹੱਥ ਲੱਗ ਜਾਵੇ, ਮੋਢਾ ਲੱਗ ਜਾਵੇ, ਤੇ ਕਹਿਣਾ ਕਿ ਸਾਡੇ ਸਾਰੇ ਦਿਨ ਦੀ ਕੀਤੀ ਹੋਈ ਕਰਮ ਕਿਰਿਆ ਭਿੱਟੀ ਗਈ ਹੈ। ਉਹ ਸੰਸਾਰ ਦੇ ਅੰਦਰ ਆਪਣੇ ਆਪ ਨੂੰ ਅਪਰਸ ਅਖਵਾਉਂਦੇ ਹਨ। ਪਰ ਜਦੋਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਸਿੱਖਾਂ ਨੇ ਪੁੱਛਿਆ ਹੈ, ਹੇ ਮਹਾਰਾਜ, ਅਸਲ ਅਪਰਸ ਕੌਣ ਹੁੰਦਾ? ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਅਸ਼ਟਪਦੀ ਦੀ ਪਹਿਲੀ ਪੌੜੀ ਅੰਦਰ ਹਜੂਰ ਨੇ ਅਸਲ ਅਪਰਸ਼ ਦੇ ਚਿੰਨ੍ਹ ਦੱਸੇ ਹੈ, ਲੱਛਣ ਦੱਸੇ ਹਨ ਕਿ ਕੈਸਾ ਅਪਰਸ ਹੋਣਾ ਚਾਹੀਦਾ ਹੈ। ਇਹ ਸਿੱਖੋ, ਜਿਸ ਹਿਰਦੇ ਅੰਦਰ ਪ੍ਰਮਾਤਮਾ ਦੀ ਯਾਦ ਹੋਵੇ, ਵਿਚਾਰ ਗਿਆਨ ਰੂਪੀ ਨੇਤਰਾਂ ਦੇ ਨਾਲ ਸੰਸਾਰ ਭਰ ਦੇ ਵਿੱਚ ਪ੍ਰਮਾਤਮਾ ਨੂੰ ਦੇਖਦਾ ਹੋਵੇ, ਫਿਰ ਸਭ ਥਾਵਾਂ ਤੇ ਪ੍ਰਮਾਤਮਾ ਨੂੰ ਸਰਬ ਵਿਆਪਕ ਜਾਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹਰ ਇੱਕ ਜੀਵ ਦੇ ਉੱਪਰ ਦਿਆਲਤਾ ਕਰਨ ਵਾਲਾ ਹੋਵੇ, ਫਿਰ ਸੰਸਾਰ ਭਰ ਦੇ ਸਭ ਜੀਵਾਂ ਨੂੰ ਚੰਗਾ ਉਪਦੇਸ਼ ਦੇਣ ਵਾਲਾ ਹੋਵੇ, ਐਸਾ ਮਹਾਰਾਜ ਕਹਿੰਦੇ ਅਸਲ ਵਿੱਚ ਅਪਰਸ ਹੁੰਦਾ ਹੈ। ਪਹਿਲਾ ਸ਼ਲੋਕ ਮੂਲ ਰੂਪ ਦੇ ਵਿੱਚ ਉਚਾਰਨ ਕੀਤਾ, ਫਿਰ ਅੱਗੇ ਮਹਾਰਾਜ ਸਾਹਿਬ ਜੀ ਨੇ ਇਸ ਅਸ਼ਟਪਦੀ ਦੀ ਪਹਿਲੀ ਪੌੜੀ ਦੇ ਅੰਦਰ ਗਰੀਬਨਵਾਜ ਸਤਿਗੁਰੂ ਜੀ ਨੇ ਵਿਸਥਾਰ ਸਹਿਤ ਉਚਾਰਨ ਕੀਤਾ ਹੈ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ। ਸਤਿਗੁਰੂ ਜੀ ਕਹਿੰਦੇ ਹਨ, ਇਹ ਗੁਰਸਿੱਖੋ, ਉਹ ਅਸਲ ਦੇ ਵਿੱਚ ਅਪਰਸ ਹੁੰਦਾ ਹੈ। ਪਹਿਲਾ ਗੁਣ ਉਹ ਹੈ ਕਿ ਜੋ ਆਪਣੀ ਰਸਨਾ ਤੋਂ ਕਦੇ ਵੀ ਝੂਠੇ ਬੋਲ ਨਹੀਂ ਬੋਲਦਾ। ਜਿਹੜੇ ਅਯੋਗ ਲਫ਼ਜ਼ ਹਨ, ਜਿਨ੍ਹਾਂ ਕਰਕੇ ਕਿਸੇ ਦਾ ਹਿਰਦਾ ਦੁੱਖ ਜਾਵੇ ਜਾਂ ਝੂਠੇ ਬਚਨ ਕੋਈ ਬੋਲਦਾ ਹੋਵੇ, ਮਹਾਰਾਜ ਕਹਿੰਦੇ ਰਸਨਾ ਤੋਂ ਕਦੇ ਵੀ ਕੋਈ ਝੂਠਾ ਵਾਕ ਨਾ ਬੋਲਦਾ ਹੋਵੇ। ਮਿਥਿਆ ਕਹਿੰਦੇ ਨੇ ਝੂਠੇ ਨੂੰ ਨਾ ਹੋਇਆ ਵਰਗਾ, ਤੇ ਗੱਲ ਕੋਈ ਵੀ ਨਾ ਹੋਣੀ ਤੇ ਐਵੇਂ ਝੂਠ ਬਲਾ ਕਰਕੇ ਦੱਸ ਦੇਣਾ, ਐਵੇਂ ਝੂਠੇ ਵਚਨ ਬਣਾ ਕਰਕੇ ਸੰਸਾਰ ਦੇ ਅੰਦਰ ਉਹਨਾਂ ਦਾ ਫੈਲਾਓ ਵਰਤਾਓ ਕਰਦੇ ਰਹਿਣਾ। ਇਸ ਪ੍ਰਕਾਰ ਮਿਥਿਆ ਨਾਹੀ ਰਸਨਾ ਪਰਸ, ਇਹਨਾਂ ਝੂਠੇ ਬੋਲਾਂ ਨੂੰ ਆਪਣੀ ਰਸਨਾ ਦੇ ਨਾਲ ਕਦੇ ਵੀ ਸਪਰਸ਼ ਨਾ ਦੇਵੇ। ਭਾਵ ਇਹ ਜਿਹੜਾ ਬੋਲਾਂ ਦਾ ਸਪਰਸ਼ ਹੀ ਹੈ ਨਾ, ਜੋ ਕੁਝ ਵੀ ਅਸੀਂ ਰਸਨਾ ਤੋਂ ਬੋਲਦੇ ਹਾਂ, ਜਿਵੇਂ ਹੱਥ ਕਿਸੇ ਦੇ ਸਰੀਰ ਨੂੰ ਲਾਈਏ ਤਾਂ ਹੱਥ ਦਾ ਸਪਰਸ਼ ਮੰਨਿਆ ਜਾਂਦਾ। ਕਿਸੇ ਦੇ ਮੋਢੇ ਨਾਲ ਮੋਢਾ ਲੱਗ ਜਾਵੇ, ਕਹਿੰਦਾ ਜੀ ਮੋਢਾ ਸਪਰਸ਼ ਕਰ ਗਿਆ। ਕਿਸੇ ਨਾਲ ਪੈਰ ਲੱਗ ਜਾਵੇ, ਠੇਡਾ ਲੱਗ ਜਾਵੇ ਜੀ ਪੈਰ ਦਾ, ਗੋਡੇ ਦਾ, ਇਉਂ ਸਪਰਸ਼ ਹੋ ਗਿਆ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਰਸਨਾ ਦਾ ਵੀ ਸਪਰਸ਼ ਹੈ, ਉਹ ਹਨ ਬੋਲ। ਬੋਲ ਮਨੁੱਖ ਚੰਗੇ ਬੋਲਦਾ ਹੈ ਚਾਹੇ ਮੰਦੇ ਬੋਲਦਾ ਹੈ, ਸੱਚ ਬੋਲਦਾ ਹੈ ਚਾਹੇ ਝੂਠੇ ਬੋਲ ਬੋਲਦਾ ਹੈ। ਰਸਨਾ ਦਾ ਸਪਰਸ਼ ਹੈ ਸਾਧ ਸੰਗਤ ਜੀ ਬੋਲ। ਮਨੁੱਖ ਜਿੱਦਾਂ ਦੀ ਬੋਲ ਬਾਣੀ ਬੋਲਦਾ, ਇਹ ਜਾਣੋ ਕਿ ਰਸਨਾ ਦੀ ਸਪਰਸ਼ਤਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹਜੂਰ ਅਪਰਸ ਦੇ ਗੁਣ ਦੱਸ ਰਹੇ ਹੈ। ਮਿਥਿਆ ਨਾਹੀ ਰਸਨਾ ਪਰਸ, ਕਿ ਆਪਣੀ ਰਸਨਾ ਤੋਂ ਕਦੇ ਵੀ ਮਿਥਿਆ ਭਾਵ ਝੂਠੇ ਬੋਲਾਂ ਦਾ ਕਦੇ ਸਪਰਸ਼ਤਾ ਨਾ ਦਿੰਦਾ ਹੋਵੇ, ਕਦੇ ਵੀ ਆਪਣੀ ਰਸਨਾ ਤੋਂ ਝੂਠੇ ਬੋਲ ਨਾ ਬੋਲਦਾ ਹੋਵੇ। ਮਨ ਮਹਿ ਪ੍ਰੀਤ ਨਿਰੰਜਨ ਦਰਸ, ਤੇ ਮਨ ਵਿੱਚ ਕੇਵਲ ਇੱਕ ਨਿਰੰਜਨ ਨਿਰੰਜਨ ਮਾਇਆ ਦੀ ਰੈਲ ਤੋਂ ਮੈਲ ਤੋਂ ਰਹਿਤ ਜੋ ਪਰਮਾਤਮਾ ਦਾ ਸਰੂਪ ਹੈ, ਉਸ ਵਾਹਿਗੁਰੂ ਦੇ ਚਰਨਾਂ ਦੀ ਪ੍ਰੀਤ ਹੋਵੇ। ਕੇਵਲ ਪਰਮਾਤਮਾ ਦੇ ਚਰਨਾਂ ਦਾ ਹੀ ਪਿਆਰ ਹੋਵੇ। ਜਗਤ ਦਾ ਪਿਆਰ ਮਿਥਿਆ ਜਾਣ ਕੇ, ਨਾਸ਼ਵੰਤ ਜਾਣ ਕੇ ਕੇਵਲ ਵਾਹਿਗੁਰੂ ਦੇ ਚਰਨਾਂ ਦੇ ਨਾਲ ਪਿਆਰ ਕਰਨ ਵਾਲਾ ਹੋਵੇ। ਮਨ ਮਹਿ ਪ੍ਰੀਤ ਨਿਰੰਜਨ ਦਰਸ, ਕੇਵਲ ਇੱਕੋ ਮਹਾਰਾਜ ਸਾਹਿਬ ਜੀ ਦੇ ਦਰਸ਼ਨਾਂ ਦੀ ਮਨ ਵਿੱਚ ਪਿਆਸਾ ਹੋਵੇ। ਇੱਕ ਵਾਹਿਗੁਰੂ ਦੇ ਦਰਸ਼ਨਾਂ ਦਾ ਪਿਆਰ ਮਨ ਦੇ ਵਿੱਚ ਹੋਵੇ। ਹੇ ਮਹਾਰਾਜ, ਆਪ ਜੀ ਦੇ ਦਰਸ਼ਨਾਂ ਦੀ ਪ੍ਰੀਤ ਸਾਡੇ ਹਿਰਦੇ ਅੰਦਰ ਹੈ। ਮਨ ਬਾਣੀ ਸਰੀਰ ਕਰਕੇ ਪ੍ਰਮਾਤਮਾ ਨੂੰ ਚੇਤੇ ਕਰਦਾ ਰਹੇ। ਮਨ ਕਰਕੇ ਵੀ, ਬਾਣੀ ਕਰਕੇ, ਸਰੀਰ ਕਰਕੇ ਵੀ ਮਹਾਰਾਜ ਜੀ ਦੀ ਸਤ ਸੰਗਤ ਵਿੱਚ ਚੱਲ ਕੇ ਆਵੇ। ਕੇਵਲ ਇੱਕ ਮਨ ਦੇ ਵਿੱਚ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਹੋਵੇ। ਹੋਰ ਦੁਨਿਆਵੀ ਕੋਈ ਵੀ ਸੁੱਖ ਮਨ ਨੂੰ ਚੰਗਾ ਨਾ ਲੱਗਦਾ ਹੋਵੇ। ਜਿਵੇਂ ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਫਰਮਾਨ ਪੜ੍ਹਦੇ ਹਾਂ ਕਿ ਮਹਾਰਾਜ ਸਾਨੂੰ ਕੋਈ ਰਾਜ ਭਾਗ ਵੀ, ਕੋਈ ਮੁਕਤੀ ਦੀ ਵੀ ਮਹਾਰਾਜ ਸਾਡੇ ਮਨ ਵਿੱਚ ਇੱਛਾ ਨਹੀਂ ਹੈ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਕੇਵਲ ਆਪ ਜੀ ਦੇ ਚਰਨਾਂ ਦੇ ਨਾਲ ਸਾਡੀ ਪ੍ਰੀਤ ਬਣੀ ਰਹੇ।
ਮਹਾਰਾਜ ਆਪ ਜੀ ਦੇ ਚਰਨਾਂ ਦਾ ਪ੍ਰੇਮ ਸਾਡੇ ਹਿਰਦੇ ਅੰਦਰ ਲੱਗਾ ਰਹੇ। ਜੇ ਹਿਰਦੇ ਅੰਦਰ ਪ੍ਰੇਮ ਹੋਵੇਗਾ ਤਾਂ ਹੀ ਮਹਾਰਾਜ ਆਪ ਜੀ ਦੇ ਸਰੂਪ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਮਨ ਮਹਿ ਪ੍ਰੀਤ ਨਿਰੰਜਨ ਦਰਸ। ਕੇਵਲ ਵਾਹਿਗੁਰੂ ਦੇ ਦਰਸ਼ਨਾਂ ਦੀ ਮਨ ਦੇ ਵਿੱਚ ਪ੍ਰੀਤੀ ਹੋਵੇ। ਪਾਰ ਤ੍ਰੈ ਰੂਪ ਨਾ ਪੇਖੈ ਨੇਤਰ। ਹਜੂਰ ਅਗਲਾ ਬਚਨ ਕਰ ਰਹੇ ਹੈ ਕਿ ਪਰਾਏ ਰੂਪਾਂ ਨੂੰ ਤੱਕਣ ਦੇ ਵਿੱਚ ਕਦੇ ਮਨ ਦੇ ਵਿੱਚ ਭੈੜਾ ਮਾੜਾ ਸੰਕਲਪ ਕੋਈ ਵਿਕਲਪ ਨਾ ਧਾਰਨ ਕਰਨਾ ਕਰੇ। ਪਰ ਤ੍ਰੈ ਰੂਪ ਨਾ ਪੇਖੈ ਨੇਤਰ। ਇਹਨਾਂ ਨੇਤਰਾਂ ਦੇ ਨਾਲ ਕਦੇ ਪਰਾਏ ਰੂਪਾਂ ਨੂੰ ਨਾ ਤੱਕਣਾ ਕਰੇ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਦਸ਼ਮੇਸ਼ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦਸਮ ਬਾਣੀ ਵਿੱਚ ਬਚਨ ਕੀਤੇ ਆ ਨਾ ਕਿ ਪ੍ਰਤੱਖ ਤਾਂ ਕੀ ਸੁਪਨੇ ਦੇ ਵਿੱਚ ਵੀ ਮਹਾਰਾਜ ਕਹਿੰਦੇ ਪਰਾਈ ਸੇਜਾਂ ਨੂੰ ਕਦੇ ਨਹੀਂ ਧਾਰਨ ਕਰਨਾ ਚਾਹੀਦਾ, ਸੁਪਨੇ ਦੇ ਵਿੱਚ ਵੀ। ਪਰ ਨਾਰੀ ਕੀ ਸੇਜ ਭੂਲ ਸੁਪਨਾ ਹੋ ਨਾ ਜਈਆ ਹੋ। ਇਹ ਸਾਡੇ ਪਿਤਾ ਸਤਿਗੁਰੂ ਮਹਾਰਾਜ ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਨੂੰ ਸਿੱਖਿਆ ਹੈ। ਇਸ ਲਈ ਇਹ ਖਾਲਸਾ ਜੀ ਰਹਿਣੀ ਵਿੱਚ ਮਰਜ਼ਾਦਾ ਦੇ ਵਿੱਚ ਤਿਆਰ ਬਰ ਤਿਆਰ ਹੋ ਕਰਕੇ ਰਹਿਣ ਦੇ ਲਈ ਪ੍ਰਤੱਖ ਤਾਂ ਕਿ ਸੁਪਨੇ ਦੇ ਵਿੱਚ ਵੀ ਮਹਾਰਾਜ ਕਹਿੰਦੇ ਕਿ ਐਸਾ ਮਾੜਾ ਨਹੀਂ ਵਿਕਲਪ ਧਾਰਨ ਕਰਨਾ ਚਾਹੀਦਾ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਪਰ ਤ੍ਰੈ ਰੂਪ ਨਾ ਵੇਖੈ ਨੇਤਰ। ਇਹਨਾਂ ਪ੍ਰਤੱਖ ਨੇਤਰਾਂ ਦੇ ਨਾਲ ਕਦੇ ਪਰਾਏ ਰੂਪਾਂ ਨੂੰ ਨਾ ਤੱਕਣਾ ਕਰੇ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਨੇ ਸਿੱਖਿਆ ਦ੍ਰਿੜ ਕਰਵਾਈ ਹੈ ਨਾ ਕਿ ਗੁਰਸਿੱਖ ਦੀ ਮਰਜ਼ਾਦਾ ਕਿਹੋ ਜਿਹੀ ਹੋਣੀ ਚਾਹੀਦੀ ਹੈ, ਗੁਰਸਿੱਖ ਦਾ ਜੀਵਨ ਕਿਹੋ ਜਿਹੀ ਮਰਜ਼ਾਦਾ ਨੂੰ ਧਾਰਨ ਕਰਕੇ ਨਿਰਵਾਹ ਕਰਨ ਵਾਲਾ ਹੋਣਾ ਚਾਹੀਦਾ ਹੈ। ਕਹਿੰਦੇ ਹਨ, ਏਕਾ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਵਖਾਣੈ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਕਿ ਕੇਵਲ ਇੱਕ ਆਪਣੀ ਪਤਨੀ ਦੇ ਧਰਮ ਦੇ ਵਿੱਚ ਪਰਪੱਕ ਰਹਿਣਾ ਕਰੇ। ਆਪ ਤੋਂ ਵੱਡਿਆਂ ਨੂੰ ਜੋ ਔਰਤਾਂ ਹਨ ਉਹਨਾਂ ਨੂੰ ਮਾਤਾਵਾਂ ਦੇ ਸਮਾਨ ਸਮਝਣਾ ਕਰੇ, ਬਰਾਬਰ ਦਿਆਂ ਨੂੰ ਭੈਣਾਂ ਦੇ ਸਮਾਨ ਜਾਣਨਾ ਕਰੇ, ਆਪ ਤੋਂ ਛੋਟੀਆਂ ਨੂੰ ਧੀਆਂ ਦੇ ਸਮਾਨ ਸਮਝਣਾ ਕਰੇ। ਇਸੇ ਤਰ੍ਹਾਂ ਬੀਬੀਆਂ ਵਾਸਤੇ ਵੀ ਇਹ ਉਪਦੇਸ਼ ਹੈ, ਆਪ ਤੋਂ ਵੱਡਿਆਂ ਨੂੰ ਪਿਤਾ ਸਮਾਨ, ਬਰਾਬਰ ਦੇ ਭਰਾ ਸਮਾਨ ਤੇ ਆਪ ਤੋਂ ਛੋਟਿਆਂ ਨੂੰ ਪੁੱਤਰਾਂ ਦੇ ਸਮਾਨ ਜਾਣਨਾ ਕਰੇ। ਇਹ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਐਸਾ ਸਿੱਖ ਦੇ ਜੀਵਨ ਦੇ ਵਿੱਚ ਐਸਾ ਉਪਦੇਸ਼ ਹਿਰਦੇ ਅੰਦਰ ਧਾਰਨ ਕਰਕੇ ਰੱਖਣ ਵਾਲਾ ਪਰ ਤ੍ਰੈ ਰੂਪ ਨਾ ਪੇਖੈ ਨੇਤਰ, ਉਹ ਅਪਰਸ ਹੈ। ਇਹ ਤੀਜਾ ਗੁਣ ਕਥਨ ਕੀਤਾ ਕਿ ਇਹਨਾਂ ਅੱਖਾਂ ਦੇ ਨਾਲ ਕਦੇ ਪਰਾਈ ਰੂਪਾਂ ਨੂੰ ਨਾ ਤੱਕਣਾ ਕਰੇ। ਸਾਧ ਕੀ ਟਹਿਲ ਸੰਤ ਸੰਗ ਹੇਤ। ਫਿਰ ਅੱਗੇ ਚੌਥਾ ਗੁਣ ਕਥਨ ਕੀਤਾ ਹੈ ਅਪਰਸ ਦਾ ਕਿ ਸਾਧੂ ਜਨਾਂ ਦੀ ਸੰਗਤ ਕਰਨਾ ਕਰੇ। ਪਿਆਰ ਦੇ ਨਾਲ ਸਾਧ ਕੀ ਟਹਿਲ ਆਪਣੇ ਹੱਥੀਂ ਪਿਆਰ ਦੇ ਨਾਲ ਸੇਵਾ ਕਰੇ। ਜੋ ਸਾਧਨਾ ਕਰਦੇ ਆ ਨਾ, ਜੋ ਪਰਮੇਸ਼ਰ ਦੀ ਪ੍ਰਾਪਤੀ ਦੀ ਸਾਧਨਾ ਕਰਦੇ ਹਨ, ਸੇਵਾ ਸਿਮਰਨ ਹੈ, ਬੰਦਗੀ ਹੈ, ਇਕਜਿਤ ਹੋ ਕੇ ਪ੍ਰਮਾਤਮਾ ਦਾ ਨਾਮ ਜਪਣਾ। ਮਹਾਰਾਜ ਕਹਿੰਦੇ ਤਿੰਨਾਂ ਸਾਧਨਾ ਕਰਨ ਵਾਲੇ ਸਾਧੂ ਜਨਾਂ ਦੀ, ਭਲੇ ਪੁਰਸ਼ਾਂ ਦੀ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਹੈ, ਜਿਨ੍ਹਾਂ ਦੀ ਸੰਗਤ ਕਰਕੇ ਚਿੱਤ ਵਿੱਚ ਪ੍ਰਮਾਤਮਾ ਦੀ ਯਾਦ ਆ ਜਾਂਦੀ ਹੈ, ਜਿਨ੍ਹਾਂ ਦੀ ਚੰਗੀ ਸੰਗਤ ਕਰਨੇ ਕਰਕੇ ਹਿਰਦੇ ਅੰਦਰ ਚੰਗੇ ਵਿਚਾਰ ਆਉਂਦੇ ਹੈ। ਮਹਾਰਾਜ ਕਹਿੰਦੇ ਤਿੰਨਾਂ ਦੀ ਆਪਣੇ ਹੱਥੀਂ ਸੇਵਾ ਕਰੇ। ਸਾਧ ਕੀ ਟਹਿਲ ਆਪਣੇ ਹੱਥੀਂ ਤਿੰਨਾਂ ਦੀ ਸੇਵਾ ਕਰੇ ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਇਆ ਹੈ। ਇਸ ਪ੍ਰਕਾਰ ਫਿਰ ਸੰਤ ਸੰਗ ਹੇਤ, ਜਿਨ੍ਹਾਂ ਨੂੰ ਹਿਰਦੇ ਕਰਕੇ ਕਦੇ ਵੀ ਵਾਹਿਗੁਰੂ ਜੀ ਦਾ ਨਾਮ ਵਿਸਰਦਾ ਨਹੀਂ, ਤਿੰਨਾਂ ਦੀ ਸੰਗਤ ਕਰਨ ਦੇ ਵਿੱਚ ਪਿਆਰ ਲਾਵਣਾ ਕਰੇ। ਜਿਨ੍ਹਾਂ ਬਾਬਤ ਮਹਾਰਾਜ ਸਾਹਿਬ ਜੀ ਨੇ ਫਰਮਾਨ ਕੀਤਾ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਅਸਲ ਦੇ ਵਿੱਚ ਪੂਰਨ ਸੰਤ ਹਨ ਜਿਨ੍ਹਾਂ ਨੂੰ ਕਦੇ ਵੀ ਸਵਾਸ ਗਰਾਸ ਪਰਮੇਸ਼ਰ ਦਾ ਸਿਮਰਨ ਨਹੀਂ ਵਿਸਰਦਾ। ਐਸੇ ਮਹਾਰਾਜ ਕਹਿੰਦੇ ਸੰਤ ਸੰਗ ਹੇਤ, ਇੱਕ ਤਾਂ ਸਾਧੂ ਜਨਾਂ ਦੀ ਮਹਾਰਾਜ ਦੀ ਪਿਆਰੀ ਸਾਧ ਸੰਗਤ ਦੀ ਹੱਥੀਂ ਸੇਵਾ ਕਰੇ। ਦੂਜਾ ਸੰਤ ਸੰਗ ਹੇਤ, ਫਿਰ ਹਿਰਦੇ ਦਾ ਪਿਆਰ ਸੰਤਾਂ ਦੀ ਸੰਗਤ ਦੇ ਵਿੱਚ ਲਾਵਣਾ ਕਰੇ। ਪਿਆਰ ਦੇ ਨਾਲ ਨਿਮਰਤਾਵਾਨ ਹੋ ਕੇ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਨਾਮ ਜਪਣ ਵਾਲੇ ਭਲੇ ਪੁਰਸ਼ਾਂ ਦੀ ਸੰਗਤ ਦੇ ਵਿੱਚ ਜੁੜਨਾ ਕਰੇ।
ਕਾਰਨ ਨਾ ਸੁਨੈ ਕਾਹੂ ਕੀ ਨਿੰਦਾ। ਤੇ ਆਪਣੇ ਕੰਨਾਂ ਤੋਂ ਕਦੇ ਵੀ ਕਿਸੇ ਦੀ ਨਿੰਦਾ ਦਾ ਬਚਨ ਕੋਈ ਵੀ ਨਾ ਸੁਣਨਾ ਕਰੇ। ਇਹ ਅਪਰਸ਼ ਦੇ ਗੁਣ ਦੱਸ ਰਹੇ ਹੈ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਹਜੂਰ ਕਹਿੰਦੇ ਹਨ ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਆਪਣੇ ਕੰਨਾਂ ਦੇ ਨਾਲ ਕਾਹੂ ਕਿਸੇ ਦੀ ਵੀ ਨਿੰਦਿਆ ਨਾ ਸੁਣਨੀ ਕਰੇ, ਕਿਉਂਕਿ ਨਿੰਦਾ ਭਲੀ ਕਿਸੈ ਕੀ ਨਾਹੀ। ਮਹਾਰਾਜ ਕਹਿੰਦੇ ਨਿੰਦਿਆ ਕਰਨੀ ਕਿਸੇ ਦੀ ਵੀ ਚੰਗੀ ਨਹੀਂ ਹੈ, ਭਾਵੇਂ ਕੋਈ ਭਲਾ ਹੈ ਚਾਹੇ ਬੁਰਾ ਹੈ, ਚੰਗਾ ਹੈ ਚਾਹੇ ਮੰਦਾ ਹੈ, ਨਿੰਦਾ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ। ਜਿਵੇਂ ਜਿਵੇਂ ਕਿਸੇ ਦੀ ਨਿੰਦਿਆ ਕਰਦਾ ਨਾ ਤਿਵੇਂ ਤਿਵੇਂ ਉਹਦਾ ਪਾਪ ਕਰਮਾਂ ਦਾ ਭਾਰ ਆਪਣੇ ਸਿਰ ਤੇ ਚੱਕੀ ਜਾਂਦਾ ਹੈ। ਉਹਦੀਆਂ ਪਾਪ ਕਰਮਾਂ ਦੀਆਂ ਪੰਡਾ ਆਪਣੇ ਸਿਰ ਚੱਕੀ ਜਾਂਦਾ, ਉਹਨੂੰ ਹੌਲਾ ਕਰ ਦਿੰਦਾ ਤੇ ਆਪ ਭਾਰਾ ਹੋ ਜਾਂਦਾ। ਤੇ ਮਹਾਰਾਜ ਜੀ ਦਾ ਬਚਨ ਆਉਂਦਾ ਨਾ, ਹਰੂਵੇ ਹਰੂਵੇ ਤਿਰ ਗਏ ਡੂਬੇ ਜਿਨ ਸਿਰ ਭਾਰ। ਜਿਹੜੇ ਹਿਰਦੇ ਕਰਕੇ ਪਾਪ ਕਰਮਾਂ ਤੋਂ ਹੌਲੇ ਹੋ ਜਾਂਦੇ ਉਹ ਭਵ ਸਾਗਰ ਤੋਂ ਤਰ ਜਾਂਦੇ ਹੈ। ਤੇ ਜਿਨ੍ਹਾਂ ਦੇ ਸਿਰ ਤੇ ਨਿੰਦਿਆ ਦਾ, ਚੁਗਲੀਆਂ ਦਾ, ਈਰਖਾ ਦਾ, ਪਾਪ ਕਰਮਾਂ ਦਾ ਪੰਡਾਂ ਦਾ ਭਾਰ ਵੱਜਾ ਹੁੰਦਾ ਹੈ, ਉਹ ਫੇਰ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਂਦੇ ਹੈ। ਉਹਨਾਂ ਤੋਂ ਪਾਰ ਹੋਇਆ ਹੀ ਨਹੀਂ ਜਾਂਦਾ। ਇਦਾਂ ਦੀ ਉਹਨਾਂ ਦੀ ਹਾਲਤ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਹਨ ਕਿ ਕਿਸੇ ਦੀ ਵੀ ਪਰਾਈ ਨਿੰਦਿਆ ਨਾ ਸੁਣਨਾ ਕਰੇ। ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਕਿਸੇ ਜੀਵ ਦੀ ਵੀ ਜੇਕਰ ਕੋਈ ਨਿੰਦਿਆ ਕਰਦਾ ਤੇ ਫੇਰ ਵੀ ਲਾਂਭੇ ਹੋ ਜਾਣਾ ਕਰੇ। ਕਦੇ ਵੀ ਮਹਾਰਾਜ ਕਹਿੰਦੇ ਕਿਸੇ ਦੀ ਨਿੰਦਿਆ ਨਾ ਸੁਣੇ। ਸਭ ਤੇ ਜਾਣੈ ਆਪਸ ਕਉ ਮੰਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਕੋਈ ਨਿੰਦਿਆ ਕਰਦਾ ਤੇ ਕੰਨੀ ਆਵਾਜ਼ ਪੈ ਹੀ ਜਾਂਦੀ ਹੈ। ਤੇ ਸਤਿਗੁਰੂ ਜੀ ਕਹਿੰਦੇ ਹਨ ਇਹਦੇ ਤੋਂ ਬਚਣ ਦਾ ਇੱਕ ਤਰੀਕਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਹੜਾ ਤਰੀਕਾ ਹੈ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ ਸਭ ਤੇ ਜਾਣੈ ਆਪਸ ਕਉ ਮੰਦਾ। ਆਪਣੇ ਆਪ ਨੂੰ ਸਭ ਤੋਂ ਮੰਦਾ ਜਾਣੇ ਕਿ ਮੇਰੇ ਵਰਗਾ ਮੰਦਾ, ਮੇਰੇ ਵਰਗਾ ਅਭਾਗਾ, ਮੇਰੇ ਵਰਗਾ ਔਗਣਹਾਰਾ, ਮੇਰੇ ਵਰਗਾ ਅਕਿਰਤ ਕਾਣ ਕੋਈ ਵੀ ਸੰਸਾਰ ਦੇ ਅੰਦਰ ਨਹੀਂ ਸੀ, ਨਾ ਹੈ ਅਤੇ ਨਾ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਇਹ ਉਹ ਨਿਮਰਤਾਵਾਨ ਹੋ ਕਰਕੇ ਰਹੇ। ਗੁਣਵਾਨ ਹੁੰਦਾ ਵੀ ਆਪਣੇ ਆਪ ਨੂੰ ਔਗਣਹਾਰਾ ਜਾਣੇ, ਗਿਆਨਵਾਨ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਅਗਿਆਨੀ ਸਮਝੇ, ਭਲਾ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਬੁਰਾ ਜਾਣੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਕਿਸੇ ਦੀ ਕੀਤੀ ਹੋਈ ਨਿੰਦਿਆ ਤੋਂ ਬਚ ਸਕਦਾ ਹੈ। ਜੇ ਕੋਈ ਨਿੰਦਿਆ ਕਰਦਾ ਵੀ ਹੈ ਨਾ ਕੰਨੀ ਆਵਾਜ਼ ਪੈ ਵੀ ਜਾਵੇ ਤੇ ਕਹੀ ਜਾਵੇ ਕਿ ਮੇਰੇ ਵਰਗਾ ਮੰਦਾ ਕੌਣ ਹੈ, ਮੈਂ ਕਿਉਂ ਕਿਸੇ ਨਿੰਦਾ ਵਿੱਚ ਦਿਲਚਸਪੀ ਰੱਖਾਂ, ਮੈਂ ਕਿਉਂ ਕਿਸੇ ਨਿੰਦਾ ਦੀਆਂ ਗੱਲਾਂ ਵਿੱਚ ਐਵੇਂ ਰਸ ਲਵਾਂ, ਤਾਂ ਮਹਾਰਾਜ ਕਹਿੰਦੇ ਉਹ ਜੀਵ ਨਿੰਦਿਆ ਕਰਨ ਤੋਂ ਸੁਣ ਤੋਂ ਬਚ ਸਕਦਾ ਹੈ। ਨਹੀਂ ਤੇ ਨਿੰਦਿਆ ਦਾ ਰਸ ਹੀ ਹਰ ਸਮੇਂ ਜ਼ਿੰਦਗੀ ਭਰ ਜੀਵ ਮਾਣਦਾ ਰਹਿੰਦਾ ਹੈ, ਕਿਉਂਕਿ ਇਹ ਮਨ ਦਾ ਸੁਭਾਅ ਹੀ ਇਦਾਂ ਦਾ ਹੈ। ਜੇ ਕਿਤੇ ਕੋਈ ਚੰਗੀ ਗੱਲ ਸਮਝਾਵੇ ਤੇ ਉਧਰ ਸਾਧ ਸੰਗਤ ਜੀ ਕੰਨਾਂ ਦੀ ਜਿਹੜੀ ਸੁਣ ਸ਼ਕਤੀ ਹੈ ਨਾ ਬਹੁਤੀ ਜੁੜਦੀ ਨਹੀਂ ਹੈ। ਜੇ ਕੋਈ ਨਿੰਦਿਆ ਦੀ ਗੱਲ ਕੀਤੀ ਜਾਵੇ ਨਾ, ਕਿਸੇ ਦੀ ਨਿੰਦਿਆ ਕੀਤੀ ਜਾਵੇ ਤੇ ਐਨ ਕੰਨ ਉਸੇ ਸਮੇਂ ਉੱਠ ਜਾਂਦੇ ਹੈ। ਉਸੇ ਸਮੇਂ ਕੰਨਾਂ ਦੀ ਸੁਣਨ ਦੀ ਸ਼ਕਤੀ ਜਿਹੜਾ ਧਿਆਨ ਹੈ ਨਾ ਪੂਰਾ ਐਨ ਲੱਗਦਾ ਕਿ ਹੁਣ ਨਿੰਦਿਆ ਹੋ ਰਹੀ, ਸੁਣੀਏ ਤਾਂ ਅਸੀਂ ਕੰਨਾਂ ਦੇ ਰਾਹੀਂ ਫਿਰ ਰਸ ਲੈਣਾ ਸ਼ੁਰੂ ਕਰ ਦਿੱਤਾ ਜਾਂਦਾ। ਪਰ ਮਹਾਰਾਜ ਹਜੂਰ ਕਹਿੰਦੇ ਹਨ ਇਹ ਅਪਰਸ ਦੇ ਗੁਣ ਇਹ ਨਹੀਂ ਹੈ ਕਿ ਕਿਸੇ ਦੀ ਨਿੰਦਿਆ ਸੁਣਨੀ ਜਾਂ ਕਰਨ ਦੇ ਵਿੱਚ ਲੱਗੇ ਰਹਿਣਾ। ਸਭ ਤੇ ਜਾਣੈ ਆਪਸ ਕਉ ਮੰਦਾ। ਆਪਣੇ ਆਪ ਨੂੰ ਸਭ ਤੋਂ ਮੰਦਾ ਜਾਣੇ ਕਿ ਮੇਰੇ ਵਰਗਾ ਮਾੜਾ ਬੰਦਾ ਕੋਈ ਸੰਸਾਰ ਦੇ ਅੰਦਰ ਹੈ ਹੀ ਨਹੀਂ ਹੈ। ਭਾਵੇਂ ਧਰਮ ਦੇ ਕੰਮ ਵੀ ਕਰਦਾ ਹੋਵੇ, ਚੰਗਾ ਭਲੇ ਦੇ ਕੰਮ ਕਰਦਾ ਹੋਵੇ, ਜਗਤ ਦੇ ਲੋਕ ਭਾਵੇਂ ਬੜਾ ਮਾਣ ਸਤਿਕਾਰ ਦਿੰਦੇ ਹੋਣ ਕਿ ਬੜਾ ਇਹ ਭਲਾ ਹੈ, ਬਹੁਤ ਚੰਗਾ ਹੈ, ਸਮਝਦਾਰ ਹੈ, ਗਿਆਨੀ ਪੁਰਖ ਹੈ, ਪਰ ਮਹਾਰਾਜ ਕਹਿੰਦੇ ਫਿਰ ਵੀ ਆਪਣੇ ਆਪ ਨੂੰ ਮੰਦਾ ਜਾਣ, ਤਾਂ ਫਿਰ ਤੂੰ ਇਹ ਨਿੰਦਿਆ ਤੋਂ, ਇਹਨਾਂ ਔਗੁਣਾਂ ਤੋਂ ਬਚ ਸਕੇਗਾ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਪਾਵਨ ਰਸਨਾ ਤੋਂ ਸ਼ਲੋਕ ਉਚਾਰਨ ਕੀਤਾ ਹੈ, ਕਬੀਰ ਹਮ ਤੇ ਸਭ ਬੁਰੇ, ਹਮ ਤਜ ਪਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਕਹਿੰਦੇ ਕਿ ਆਪਣੇ ਆਪ ਨੂੰ ਛੱਡ ਕੇ ਸਭ ਨੂੰ ਸੰਸਾਰ ਨੂੰ ਭਲਾ ਜਾਣ ਕਿ ਮਹਾਰਾਜ ਮੇਰੇ ਵਰਗਾ ਕੋਈ ਬੁਰਾ ਨਹੀਂ ਹੈ, ਸੰਸਾਰ ਦੇ ਸਭ ਜੀਵਾਂ ਵਰਗਾ ਕੋਈ ਭਲਾ ਨਹੀਂ ਹੈ। ਐਸੀ ਮਨ ਵਿੱਚ ਭਾਵਨਾ ਬਣਾਉਣੀ ਕਰੇ। ਮਹਾਰਾਜ ਕਹਿੰਦੇ ਫਿਰ ਨਿੰਦਿਆ ਦੇ ਔਗਣ ਤੋਂ ਬਚ ਸਕਦਾ ਹੈ।
ਗੁਰ ਪ੍ਰਸਾਦ ਵਿਖਿਆ ਪਰ ਹਰੈ। ਗੁਰੂ ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦਾ ਪਾਤਰ ਬਣ ਕੇ ਵੇਖ ਜ਼ਹਿਰ ਦੀ ਤਰ੍ਹਾਂ ਜਿਹੜੇ ਵਿਸ਼ੇ ਅਤੇ ਵਿਕਾਰ ਹਨ ਤਿਨਾਂ ਨੂੰ ਵਿਸ਼ੇਸ਼ ਕਰਕੇ ਨਾਸ਼ ਕਰ ਦੇਵੇ ਪਰ ਹਰੈ। ਵਿਸ਼ੇਸ਼ ਕਰਕੇ ਉਹਨਾਂ ਤੋਂ ਰਹਿਤ ਹੋ ਜਾਵੇ, ਤਿਨਾਂ ਨੂੰ ਅਭਾਵ ਕਰ ਦੇਣਾ ਕਰੇ। ਕਿਉਂਕਿ ਜਿਹੜੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਵਿਸ਼ੇ ਹੈ ਨਾ, ਵਿਸ਼ਿਆਂ ਦੀ ਜੋ ਸਾਧ ਸੰਗਤ ਜੀ ਵੇਖ ਜ਼ਹਿਰ ਦੀ ਤਰ੍ਹਾਂ ਬੜੀ ਪ੍ਰਬਲਤਾ ਹੈ। ਇਹਨਾਂ ਤੋਂ ਤਾਂ ਇਹ ਜੀਵ ਰਹਿਤ ਹੁੰਦਾ ਜੇ ਗੁਰੂ ਕਿਰਪਾ ਹੋਵੇ, ਨਹੀਂ ਤਾਂ ਸੰਸਾਰ ਦੇ ਅੰਦਰ ਕਦੇ ਸ਼ਬਦਾਂ ਨੂੰ ਨਾ ਸੁਣਨੇ ਵਾਲੇ ਸ਼ਬਦਾਂ ਨੂੰ ਸੁਣਨ ਦਾ ਹੀ ਰਸ ਲੈਂਦਾ ਰਹਿੰਦਾ ਹੈ, ਜਾਂ ਫਿਰ ਸਪਰਸ਼ ਦਾ ਰਸ ਲੈਂਦਾ ਰਹਿੰਦਾ ਹੈ। ਫਿਰ ਸੰਸਾਰ ਦੇ ਨਾਂ ਦੇਖਣ ਵਾਲੇ ਲੱਚਰਪਣੇ ਨਾਚ ਤਮਾਸ਼ੇ ਨੂੰ ਦੇਖਣ ਦਾ ਰਸ ਲੈਂਦਾ ਰਹਿੰਦਾ ਹੈ। ਮਹਾਰਾਜ ਹਜੂਰ ਕਹਿੰਦੇ ਇਹਨਾਂ ਰਸਾਂ ਕਸਾਂ ਤੋਂ ਤਾਂ ਉਪਰਾਮ ਹੋ ਸਕਦਾ ਹੈ, ਜ਼ਹਿਰ ਦੀ ਤਰ੍ਹਾਂ ਇਹਨਾਂ ਤੋਂ ਤਾਂ ਬਚ ਸਕਦਾ ਹੈ ਜੇ ਮਹਾਰਾਜ ਸਾਹਿਬ ਜੀ ਦੀ ਕਿਰਪਾ ਦਾ ਪਾਤਰ ਬਣ ਜਾਵੇ। ਮਨ ਕੀ ਬਾਸਨਾ ਮਨ ਤੇ ਟਰੈ। ਜੋ ਮਨ ਦੀ ਮੰਦੀ ਵਾਸ਼ਨਾ ਹੈ ਉਸ ਨੂੰ ਮਨ ਦੇ ਵਿੱਚੋਂ ਹਟਾਲ ਦੇਵੇ, ਇੰਦਰੀਆਂ ਤੱਕ ਪਹੁੰਚਣ ਹੀ ਨਾ ਦੇਵੇ। ਕਿਉਂਕਿ ਪਹਿਲਾਂ ਫੁਰਨਾ ਤੇ ਮਨ ਦੇ ਵਿੱਚ ਹੀ ਆਉਂਦਾ ਹੈ ਨਾ ਸਾਧ ਸੰਗਤ ਜੀ। ਮਨ ਹੀ ਅੱਗੇ ਇੰਦਰੀਆਂ ਨੂੰ ਪ੍ਰੇਰਿਤ ਕਰਦਾ ਹੈ। ਜਿੱਦਾਂ ਦੀ ਮਨੁੱਖ ਦੀ ਬੁੱਧੀ ਹੁੰਦੀ ਹੈ ਨਾ, ਉਦਾਂ ਦਾ ਮਨ ਦਾ ਸੁਭਾਅ ਬਣ ਜਾਂਦਾ ਹੈ। ਜੇ ਮਨੁੱਖ ਦੀ ਬੁੱਧੀ ਅਕਲ ਵਾਲੀ ਹੋਵੇ, ਚੰਗੀ ਹੋਵੇ, ਸਮਝ ਵਾਲੀ ਹੋਵੇ ਤੇ ਮਨ ਕਦੇ ਵੀ ਸਾਧ ਸੰਗਤ ਜੀ ਮੰਦੇ ਪਾਸੇ ਨਹੀਂ ਲੱਗਦਾ। ਮਨ ਕਦੇ ਵੀ ਆਪਣੇ ਇੰਦਰੀਆਂ ਨੂੰ, ਇਹ ਸਰੀਰ ਨੂੰ, ਇੰਦਰੀਆਂ ਨੂੰ ਮਾੜੇ ਪਾਸੇ ਕਦੇ ਵੀ ਲੱਗਣ ਨਹੀਂ ਦਿੰਦਾ। ਜੇ ਬੁੱਧੀ ਅਕਲ ਵਾਲੀ ਹੋਵੇ, ਚੰਗੀ ਅਕਲਵਾਨ ਹੋਵੇ। ਜੇ ਮਨੁੱਖ ਦੀ ਬੁੱਧੀ ਮਾੜੀ ਹੈ ਤੇ ਮਨ ਸਾਧ ਸੰਗਤ ਜੀ ਸੁਭਾਵਕ ਹੀ ਮਾੜਾ ਬਣ ਜਾਂਦਾ ਹੈ। ਜੇ ਮਨ ਮਾੜਾ ਤੇ ਇੰਦਰੀ ਤਾਂ ਫਿਰ ਉਧਰ ਹੀ ਲੱਗਣਗੇ ਜਿੱਧਰ ਨੂੰ ਮਨ ਕਹੇਗਾ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਖ ਰਹੇ ਹੈ, ਮਨ ਕੀ ਬਾਸਨਾ ਮਨ ਤੇ ਟਰੈ। ਇਸ ਕਰਕੇ ਮਨ ਦੀ ਜਿਹੜੀ ਮੰਦੀ ਵਾਸ਼ਨਾ ਉਸ ਨੂੰ ਮਨ ਦੇ ਵਿੱਚੋਂ ਹੀ ਟਾਲ ਦੇਵੇ, ਇੰਦਰੀਆਂ ਤੱਕ ਪਹੁੰਚਣ ਹੀ ਨਾ ਦੇਵੇ। ਤੇ ਮਹਾਰਾਜ ਕਹਿੰਦੇ ਐਸੀ ਦਾਤ, ਐਸੀ ਕਿਰਪਾ ਸਤਿਗੁਰੂ ਤੋਂ ਪ੍ਰਾਪਤ ਹੋ ਸਕਦੀ ਹੈ, ਨਾ ਕਿਸੇ ਹੋਰ ਦੁਨੀਆ ਦੇ ਸਾਧਨ ਕਰਕੇ, ਨਾ ਹੋਰ ਦੁਨੀਆ ਦੇ ਕਿਸੇ ਕਰਮ ਕਾਂਡ ਕਰਨੇ ਕਰਕੇ। ਇਹ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾ ਇੰਦਰੀਆਂ ਨੂੰ ਵਸੀਕਾਰ ਕੀਤਾ ਜਾ ਸਕਦਾ ਹੈ। ਤਾਂ ਹੀ ਮਨ ਦੀ ਮੰਦੀ ਵਾਸ਼ਨਾ ਨੂੰ ਮਿਟਾ ਕੇ ਮਹਾਰਾਜ ਸਾਹਿਬ ਜੀ ਦੀ ਭਗਤੀ ਰੂਪ ਸੁਗੰਧੀ ਦਾ ਆਨੰਦ ਮਾਣਿਆ ਜਾ ਸਕਦਾ ਹੈ। ਇੰਦਰੀ ਜਿਤ ਪੰਜ ਦੋਖ ਤੇ ਰਹਿਤ। ਹਜੂਰ ਕਹਿੰਦੇ ਜਿਸ ਦੇ ਇੰਦਰੀਆਂ ਇਹਨਾਂ ਪੰਜਾਂ ਦੋਸ਼ਾਂ ਤੋਂ ਰਹਿਤ ਹੋ ਗਈਆਂ ਹਨ, ਸ਼ਬਦ ਸਪਰਸ਼ ਰੂਪ ਰਸ ਗੰਧ। ਸਾਧ ਸੰਗਤ ਜੀ ਸ਼ਬਦ ਕੀ ਹੈ? ਆਵਾਜ਼। ਘੰਡੇ ਹੇੜੇ ਦੀ ਆਵਾਜ਼ ਸੁਣ ਕਰਕੇ ਹਿਰਨ ਮਾਰਿਆ ਜਾਂਦਾ ਹੈ, ਸ਼ਿਕਾਰੀ ਦੇ ਵਸੀਕਾਰ ਹੋ ਜਾਂਦਾ ਹੈ, ਮਰ ਜਾਂਦਾ ਹੈ। ਫਿਰ ਸ਼ਬਦ ਤੇ ਸਪਰਸ਼ ਹਾਥੀ ਮੰਦੀ ਵਾਸ਼ਨਾ ਕਰਕੇ ਜੋ ਜ਼ਿੰਦਗੀ ਭਰ ਸਾਧ ਸੰਗਤ ਜੀ ਮੁਹਾਵਰ ਦੇ ਅਧੀਨ ਹੋ ਰਿਹਾ ਰਹਿੰਦਾ ਹੈ। ਜ਼ਿੰਦਗੀ ਭਰ ਰੂਪ ਕੀ ਹੈ? ਜਿਹੜਾ ਪਰਾਏ ਰੂਪਾਂ ਨੂੰ ਤੱਕਣਾ ਹੈ। ਇਸ ਪ੍ਰਕਾਰ ਲਾਟ ਨੂੰ ਦੇਖ ਕਰਕੇ ਪਤੰਗਾ ਮਾਰਿਆ ਜਾਂਦਾ ਹੈ। ਰਸ ਕੀ ਹੈ? ਜਿਹੜਾ ਰਸਨਾ ਦਾ ਰਸ ਹੈ, ਸਵਾਦ ਲੈਣਾ। ਜ਼ੁਬਾਨ ਦੇ ਰਸ ਕਰਕੇ ਮੱਛੀ ਮਾਰੀ ਜਾਂਦੀ, ਮਾਸ ਖਾਣ ਦੇ ਵਾਸਤੇ ਕੁੰਡੀ ਮੂੰਹ ਵਿੱਚ ਫਸ ਜਾਂਦੀ ਤੇ ਮਰ ਜਾਂਦੀ, ਸ਼ਿਕਾਰੀ ਫੜ ਲੈਂਦਾ ਹੈ। ਇਸ ਪ੍ਰਕਾਰ ਤੇ ਗੰਧ ਕੀ ਹੈ? ਜਿਹੜੀ ਸੁਗੰਧੀ ਦਾ ਆਨੰਦ ਮਾਣਨਾ। ਭੌਰੇ ਦੀ ਸੁਗੰਧੀ ਮਾਣਨ ਦੇ ਵਾਸਤੇ ਸਾਧ ਸੰਗਤ ਜੀ ਕਮਲ ਦੀ ਸੁਗੰਧ ਮਾਣਨ ਦੇ ਵਾਸਤੇ ਭੌਰਾ ਮਰ ਜਾਂਦਾ ਹੈ। ਇਹ ਮਹਾਰਾਜ ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ ਕਿ ਜਿਹੜਾ ਇਹ ਇੱਕ ਇੱਕ ਦੋਸ਼ ਕਰਕੇ ਕਹਿੰਦੇ ਪੰਜੇ ਜੀਵ ਮਾਰੇ ਜਾਂਦੇ ਹੈ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ਼। ਪੰਚ ਰੋਗ ਅਸਾਧ ਤਾ ਮਹਿ ਤਾ ਕੀ ਕੇਤਕ ਆਸ। ਪੰਚ ਰੋਗ ਅਸਾਧ ਜਾ ਮਹਿ ਤਾ ਕੀ ਕੇਤਕ ਆਸ। ਕਹਿੰਦੇ ਇੱਕ ਇੱਕ ਰੋਗ ਕਰਕੇ, ਇੱਕ ਇੱਕ ਵਿਸ਼ੇ ਕਰਕੇ ਪੰਜੇ ਜੀਵ ਮਾਰੇ ਜਾ ਰਹੇ ਹੈ। ਤੇ ਜਿਸ ਜੀਵ ਦੇ ਹਿਰਦੇ ਅੰਦਰ ਪੰਜੇ ਹੀ ਪ੍ਰਬਲ ਵਿਸ਼ੇ ਆ ਜਾਣ, ਉਹਦਾ ਕਿੱਥੇ ਜਾ ਕੇ ਬਚਾਅ ਹੋਵੇਗਾ? ਕੋਈ ਥਾਂ ਨਹੀਂ ਉਹਦੇ ਵਾਸਤੇ ਬਚਣ ਦੇ ਲਈ। ਇਸ ਕਰਕੇ ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਇੰਦਰੀ ਜਿਤ ਪੰਜ ਦੋਖ ਤੇ ਰਹਿਤ। ਪੰਜਾਂ ਦੋਸ਼ਾਂ ਤੋਂ ਰਹਿਤ ਹੋਵੇ, ਇੰਦਰੀ ਜਿਤ, ਇੰਦਰੀਆਂ ਨੂੰ ਜਿੱਤਣ ਵਾਲਾ ਹੋਵੇ,
ਆਪਣੇ ਵਸ ਵਿੱਚ ਕਰਕੇ ਰੱਖਣ ਵਾਲਾ ਹੋਵੇ। ਇਹ ਨਹੀਂ ਕਿ ਅੱਖਾਂ ਜਿੱਦਨ ਮਰਜੀ ਪਰਾਏ ਰੂਪਾਂ ਨੂੰ ਤੱਕਦੀਆਂ ਰਹਿਣ, ਕੰਨ ਪਰਾਈ ਨਿੰਦਿਆ ਵੀ ਸੁਣਨ ਵੱਲ ਲੱਗੇ ਰਹਿਣ, ਕੋਈ ਪਤਾ ਨਾ ਹੋਵੇ ਜੀਵ ਨੂੰ, ਜ਼ੁਬਾਨ ਪਰਾਈ ਨਿੰਦਿਆ ਵਿੱਚ ਲੱਗੀ ਰਹਿੰਦੀ ਹੋਵੇ। ਮਹਾਰਾਜ ਕਹਿੰਦੇ ਇਵੇਂ ਨਹੀਂ। ਪੰਜ ਦੋਖ ਜਿਨੇ ਪੰਜਾਂ ਵਿਕਾਰਾਂ ਨੂੰ ਆਪਣੇ ਅਧੀਨ ਕੀਤਾ ਹੋਵੇ, ਔਰ ਇਸੇ ਪ੍ਰਕਾਰ ਇੰਦਰੀਆਂ ਨੂੰ ਜਿਸ ਨੇ ਜਿੱਤ ਲਿਆ ਹੋਵੇ, ਫਿਰ ਪੰਜਾਂ ਵਿਸ਼ਿਆਂ ਤੇ ਵੀ ਜਿਸ ਨੇ ਜਿੱਤ ਪਾ ਲਈ ਹੋਵੇ, ਇਹਨਾਂ ਤੋਂ ਰਹਿਤ ਹੋ ਕਰਕੇ ਰਹੇ। ਨਾਨਕ ਕੋਟ ਮਦੇ ਕੋ ਐਸਾ ਆਪਰਸ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਧਾ ਹੈ। ਨਾਨਕ ਕੋਟ ਮਦੇ ਕੋ ਐਸਾ ਅਪਰਸ, ਕੋਈ ਵਿਰਲਾ ਹੈ, ਕੋਈ ਇੱਕ ਹੈ ਜੋ ਅਕਾਲ ਪੁਰਖ ਵਾਹਿਗੁਰੂ ਦੇ ਸਦਾ ਵਾਸਤੇ ਸੰਸਾਰ ਭਰ ਦੇ ਸਭ ਜੀਵਾਂ ਦੇ ਅੰਦਰ ਜਾਣਦਾ ਹੈ, ਪਰਮੇਸ਼ਰ ਨੂੰ ਸੱਚਾ ਜਾਣਦਾ ਹੈ। ਪਰਾਏ ਰੂਪਾਂ ਨੂੰ ਕਦੇ ਵੀ ਇਹਨਾਂ ਅੱਖਾਂ ਦੇ ਨਾਲ ਨਹੀਂ ਤੱਕਦਾ, ਹਰ ਸਮੇਂ ਸਿਮਰਨ ਕਰਦਾ ਹੈ, ਫਿਰ ਇੰਦਰੀਆਂ ਨੂੰ ਵਸ ਵਿੱਚ ਕਰਕੇ ਰੱਖਦਾ ਹੈ। ਮਹਾਰਾਜ ਕਹਿੰਦੇ ਪੰਜਾਂ ਦੋਸ਼ਾਂ ਤੋਂ ਰਹਿਤ ਹੋ ਕਰਕੇ ਰਹਿੰਦਾ ਹੈ। ਇਸ ਪ੍ਰਕਾਰ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਸਭ ਥਾਵਾਂ ਤੇ ਸਰਵ ਵਿਆਪਕ ਜਾਣਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਉਹ ਅਸਲ ਦੇ ਵਿੱਚ ਅਪਰਸ ਹੈ। ਇਹ ਨਹੀਂ ਹੈ ਕਿ ਜੇ ਕਿਸੇ ਦਾ ਪਰਛਾਵਾਂ ਪੈ ਜਾਵੇ ਤੇ ਕਹੀ ਜਾਵੇ ਕਿ ਅਪਰਸ ਹੈ, ਨਹੀਂ, ਐਸੇ ਅਪਰਸ਼ ਤੋਂ ਕੀ ਲੈਣਾ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਹਨ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੈ ਜਿਸ ਨੇ ਪ੍ਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨਿਆ, ਵਾਹਿਗੁਰੂ ਦਾ ਸਿਮਰਨ ਕਰਦਾ ਹੈ, ਹਿਰਦੇ ਅੰਦਰ ਵੀ ਵਾਹਿਗੁਰੂ ਦੀ ਯਾਦ, ਮੁਖ ਤੋਂ ਵੀ ਪਰਮੇਸ਼ਰ ਦਾ ਨਾਮ ਜਪਦਾ ਹੈ। ਐਸਾ ਕਰੋੜਾਂ ਵਿੱਚੋਂ ਕੋਈ ਇੱਕ ਅਪਰਸ ਹੈ। ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ। ਫਿਰ ਬੇਨਤੀ ਕਰਦੇ ਮਹਾਰਾਜ, ਜੋ ਵਿਸ਼ਨੂੰ ਜੀ ਦਾ ਜਿਵੇਂ ਵੈਸ਼ਨੋ ਭਗਤ ਹੁੰਦਾ ਹੈ, ਮਹਾਰਾਜ ਇਹਦੇ ਕੀ ਗੁਣ ਹਨ, ਕੋਈ ਸੰਸਾਰ ਦੇ ਵਿੱਚ ਹੈਗਾ? ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਨ ਵੈਸ਼ਨੋ ਸੋ ਜਿਸ ਉਪਰ ਸੋ ਪ੍ਰਸੰਨ। ਪਰਮਾਤਮਾ ਜਿਸ ਜੀਵ ਤੇ ਵਿਸ਼ੇਸ਼ ਕਰਕੇ ਪ੍ਰਸੰਨ ਹੋ ਜਾਵੇ ਉਹ ਅਸਲ ਦੇ ਵਿੱਚ ਵੈਸ਼ਨੋ ਭਗਤ ਹੈ। ਕਿਉਂਕਿ ਕੋਈ ਸੰਸਾਰ ਦੇ ਅੰਦਰ ਉਹ ਵੀ ਵੈਸ਼ਨੋ ਪੁਰਖ ਹਨ ਜੋ ਇਹ ਦਾਅਵਾ ਕਰਦੇ ਕਿ ਅਸੀਂ ਵੈਸ਼ਨੋ ਹਾਂ, ਕਿ ਅਸੀਂ ਗੰਢਾ ਨਹੀਂ ਖਾਂਦੇ, ਲਸਣ ਨਹੀਂ ਖਾਂਦੇ, ਕੱਲੀ ਸ਼ਰਾਬ ਵੀ ਨਹੀਂ ਪੀਂਦੇ, ਆਂਡੇ ਆਦਿਕ ਮਾਸ ਨਹੀਂ ਖਾਂਦੇ, ਅਸੀਂ ਵੈਸ਼ਨੋ ਹਾਂ। ਪਰ ਮਹਾਰਾਜ ਹਜੂਰ ਕਹਿੰਦੇ ਹਨ ਅਸਲ ਵੈਸ਼ਨੋ ਭਗਤ ਉਹ ਵੈ, ਇਸ ਪੌੜੀ ਦੇ ਅੰਦਰ ਸਤਿਗੁਰੂ ਜੀ ਦੱਸ ਰਹੇ ਜਿਸ ਹੋਵੇ ਸੋ ਪ੍ਰਸੰਨ, ਜਿਸ ਦੇ ਉੱਪਰ ਪ੍ਰਮਾਤਮਾ ਵਿਸ਼ੇਸ਼ ਕਰਕੇ ਪ੍ਰਸੰਨ ਹੋ ਜਾਂਦਾ ਹੈ। ਜਿਸ ਜੀਵ ਤੇ ਪ੍ਰਮਾਤਮਾ ਦੀ ਵਿਸ਼ੇਸ਼ ਕਰਕੇ ਖੁਸ਼ੀ ਹੁੰਦੀ ਹੈ, ਹਿਰਦੇ ਦਾ ਪਿਆਰ, ਅੰਦਰ ਦੀ ਭਾਵਨਾ ਦੇਖ ਕਰਕੇ ਮਹਾਰਾਜ ਕਹਿੰਦੇ ਉਹ ਅਸਲ ਦੇ ਵਿੱਚ ਵੈਸ਼ਨੋ ਹੈ। ਬਿਸ਼ਨ ਕੀ ਮਾਇਆ ਤੇ ਹੋਏ ਭਿੰਨ। ਜੋ ਬਿਸ਼ ਨਾਮ ਹੈ ਸੰਸਾਰ ਦਾ ਤੇ ਨਾਮ ਹੈ ਸਤ ਸੰਗਤ ਜੀ ਚੇਸ਼ਟਾ ਦਾ, ਭਾਵ ਸੰਸਾਰ ਦੀ ਪਰਵਰਿਸ਼ ਕਰਨ ਵਾਲਾ ਕੌਣ ਹੈ? ਪਰਮਾਤਮਾ। ਬਿਸ਼ਨ ਕੀ ਮਾਇਆ ਤੇ ਹੋਏ ਭਿੰਨ, ਪਰਮੇਸ਼ਰ ਦੀ ਪੈਦਾ ਕੀਤੀ ਹੋਈ ਜੋ ਰੰਗਾਂ ਦੀ ਮਾਇਆ ਇਹਦੇ ਤੋਂ ਹਿਰਦੇ ਕਰਕੇ ਭਿੰਨ ਵੱਖਰਾ ਹੋ ਕਰਕੇ ਰਹੇ। ਇਹ ਨਹੀਂ ਹੈ ਕਿ ਮਨ ਜਿਹੜਾ ਹੈ ਸੰਸਾਰ ਦੀ ਮੋਹ ਮਮਤਾ ਵਿੱਚ ਹੋਵੇ, ਕਦੇ ਪਦਾਰਥਾਂ ਵਿੱਚ, ਕਦੇ ਸਰੀਰਾਂ ਦੇ ਮੋਹ ਦੇ ਵਿੱਚ ਲੱਗਾ ਰਹੇ, ਨਹੀਂ। ਮਹਾਰਾਜ ਕਹਿੰਦੇ ਉਹ ਅਸਲ ਦੇ ਵਿੱਚ ਵੈਸ਼ਨੋ ਨਹੀਂ ਹੋ ਸਕਦਾ। ਵਿਸ਼ਨ ਕੀ ਮਾਇਆ ਤੇ ਹੋਏ ਭਿੰਨ, ਜਾਂ ਵਿਸ਼ਨ ਨਾਮ ਵਿਸ਼ਿਆਂ ਦਾ ਹੈ, ਵਿਸ਼ਨ ਨਾਮ ਵਿਕਾਰਾਂ ਦਾ ਹੈ। ਜਿਸ ਮਾਇਆ ਦੇ ਮਹਾਰਾਜ ਕਹਿੰਦੇ ਮੋਹ ਮਮਤਾ ਕਰਕੇ ਮਨ ਦੇ ਵਿੱਚ ਵਿਸ਼ੇ ਵਿਕਾਰ ਫੁਰਨ, ਉਹਨਾਂ ਤੋਂ ਵੱਖਰਾ ਹੋ ਕਰਕੇ ਰਹਿਣਾ ਕਰੇ। ਕਰਮ ਕਰਤ ਹੋਵੇ ਨਿਹ ਕਰਮ। ਫਿਰ ਕਰਮ ਕਰਦਿਆਂ ਹੋਏ ਵੀ ਨਿਹਕਰਮੀ ਹੋ ਕਰਕੇ ਰਹੇ। ਭਾਵ ਜੋ ਕੁਝ ਕਰਮ ਕੀਤਾ ਨਾ, ਭਾਵੇਂ ਧਰਮ ਦੇ ਮਾਰਗ ਤੇ ਚੱਲਣ ਦਾ ਚੰਗਾ ਕਰਮ ਕੀਤਾ, ਉਹਦਾ ਫਿਰ ਹੰਕਾਰ ਨਾ ਮਨ ਦੇ ਵਿੱਚ ਕਰੇ, ਮਾਣ ਨਾ ਕਰੇ ਕਿ ਮੈਂ ਚੰਗਾ ਕਰਮ ਕੀਤਾ ਹੈ। ਮੇਰੇ ਵਰਗਾ ਕੌਣ ਹੈ ਜਿਹੜਾ ਸੰਸਾਰ ਦੇ ਅੰਦਰ ਚੰਗੇ ਕਰਮ ਕਰਨ ਵਾਲਾ, ਨਿਰਬਲ ਕਰਮ ਕਰਨ ਵਾਲਾ। ਇਸ ਪ੍ਰਕਾਰ ਕਰਮ ਕਰਦਾ ਹੋਇਆ ਵੀ ਨਿਹਕਰਮੀ ਹੋ ਕਰਕੇ ਰਹੇ। ਇੱਕ ਸ਼ਕਾਮ ਕਰਮ ਹੁੰਦੇ, ਇੱਕ ਨਿਸ਼ਕਾਮ ਕਰਮ ਹੁੰਦੇ ਹੈ। ਨਿਸ਼ਕਾਮ ਕਰਮ ਕਰੇ ਕਿ ਮਹਾਰਾਜ ਕੇਵਲ ਆਪ ਜੀ ਦੇ ਦਰਸ਼ਨਾਂ ਦੀ ਮਨ ਦੇ ਵਿੱਚ ਪਿਆਸਾ ਹੈ। ਇਹ ਵਾਹਿਗੁਰੂ ਆਪ ਜੀ ਦੇ ਸਰੂਪ ਦੀ ਪ੍ਰਾਪਤੀ ਵਾਸਤੇ ਸਾਡੇ ਮਨ ਦੇ ਅੰਦਰ ਇੱਛਾ ਹੈ। ਇਹ ਕੇਵਲ ਵਾਹਿਗੁਰੂ ਦੇ ਪਿਆਰ, ਪਰਮੇਸ਼ਰ ਦੇ ਚਰਨਾਂ ਦੀ ਪ੍ਰੀਤ ਆਪਣੇ ਹਿਰਦੇ ਅੰਦਰ ਧਾਰਨ ਕਰਕੇ ਰੱਖਦਾ ਹੈ। ਸਤਿਗੁਰੂ ਜੀ ਕਹਿੰਦੇ ਕਰਮ ਕਰਤ ਹੋਵੇ ਨਿਹ ਕਰਮ।
ਕਰਮ ਕਰਦਾ ਹੋਇਆ ਵੀ ਨਿਸ਼ਕਰਮੀ ਹੋ ਕਰਕੇ ਰਹਿੰਦਾ। ਕੋਈ ਮਨ ਦੇ ਵਿੱਚ ਦੁਨੀਆ ਦੇ ਸੁੱਖ ਦੀ, ਮਾਇਆ ਦੀ, ਧਨ ਪਦਾਰਥਾਂ ਦੀ ਇੱਛਾ ਨਹੀਂ, ਕਿਸੇ ਪ੍ਰਕਾਰ ਦੀ ਮਨ ਵਿੱਚ ਆਸਾ ਨਹੀਂ, ਕੇਵਲ ਵਾਹਿਗੁਰੂ ਦੀ ਪ੍ਰਾਪਤੀ ਦੀ ਆਸਾ ਹੈ। ਤਿਸ ਵੈਸ਼ਨੋ ਕਾ ਨਿਰਮਲ ਧਰਮ। ਹਜੂਰ ਆਖ ਰਹੇ ਹਨ, ਉਸ ਵੈਸ਼ਨੋ ਦਾ ਅਸਲ ਦੇ ਵਿੱਚ ਜਿਹੜਾ ਧਰਮ ਹੈ ਨਾ, ਨਿਰਮਲ ਹੈ, ਉਜਲ ਹੈ। ਜਿਸ ਮਨ ਦੇ ਅੰਦਰ ਕੋਈ ਵੀ ਕਿਸੇ ਪ੍ਰਕਾਰ ਦੀ ਦੁਨੀਆ ਦੇ ਸੁੱਖ ਦੀ ਤਮਾ ਨਹੀਂ, ਇੱਛਾ ਨਹੀਂ, ਕੋਈ ਵੀ ਮਨ ਦੇ ਵਿੱਚ ਆਸਾ ਨਹੀਂ ਕਰਦਾ, ਕੇਵਲ ਪ੍ਰਮਾਤਮਾ ਦੀ ਪ੍ਰਾਪਤੀ ਦੀ ਮਨ ਦੇ ਵਿੱਚ ਆਸਾ ਹੈ, ਜੋ ਨਿਰਮਲ ਹੈ। ਹੋਰ ਜਿੰਨੀਆਂ ਵੀ ਮਾਗੀ ਪਦਾਰਥਾਂ ਦੀ, ਦੁਨੀਆ ਦੀ ਸੁੱਖਾਂ ਦੀ ਆਸਾ ਕਰਨੀ, ਉਹ ਸਤ ਸੰਗਤ ਜੀ ਮੈੜ ਦੇ ਸਹਿਤ ਹਨ। ਤਿੰਨਾਂ ਨੂੰ ਧਾਰਨ ਕਰਨ ਦੇ ਨਾਲ ਜਾਣੋ ਕਿ ਜੀਵ ਦਾ ਹਿਰਦਾ ਉਜੜ ਨਹੀਂ ਰਹਿ ਸਕਦਾ। ਜਿਵੇਂ ਕੁਝ ਛਕਣ ਦੇ ਨਾਲ ਮੁਖ ਝੂਠਾ ਹੋ ਜਾਂਦਾ, ਇਵੇਂ ਇੱਛਾ ਰੂਪ ਪਦਾਰਥ ਛਕਣ ਦੇ ਨਾਲ, ਮਨ ਦੇ ਵਿੱਚ ਇੱਛਾ ਕਰਨ ਦੇ ਨਾਲ ਹਿਰਦਾ ਵੀ ਸ਼ੁੱਧ ਨਹੀਂ ਰਹਿ ਸਕਦਾ, ਹਿਰਦਾ ਵੀ ਅਪਵਿੱਤਰ ਹੋ ਜਾਂਦਾ ਹੈ। ਗਰੀਬ ਨਵਾਜ ਮਹਾਰਾਜ ਕਹਿੰਦੇ ਹਨ, ਕਰਮ ਕਰਤ ਹੋਵੇ ਨਿਸ਼ਕਰਮ, ਤਿਸ ਵੈਸ਼ਨੋ ਕਾ ਨਿਰਮਲ ਧਰਮ। ਉਹਦਾ ਉਜਲ ਧਰਮ ਹੈ, ਉਹ ਅਸਲ ਵੈਸ਼ਨੋ ਹੈ ਜੋ ਨਿਸ਼ਕਾਮ ਹੋ ਕੇ ਵਾਹਿਗੁਰੂ ਦੀ ਬੰਦਗੀ ਕਰਦਾ ਹੈ, ਨਿਸ਼ਕਾਮ ਹੋ ਕੇ ਪ੍ਰਮਾਤਮਾ ਦੀ ਭਗਤੀ ਰੂਪ ਟਹਿਲ ਕਰਦਾ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਛੈ। ਮਹਾਰਾਜ ਕਹਿੰਦੇ ਕੋਈ ਜਪ ਤਪ ਕਰਕੇ ਕਿਸੇ ਵੀ ਤਰ੍ਹਾਂ ਦਾ ਮਨ ਦੇ ਵਿੱਚ ਕੋਈ ਫਲ ਦੀ ਇੱਛਾ ਨਾ ਰੱਖਦਾ ਹੋਵੇ। ਜਿਵੇਂ ਕੋਈ ਸਮਾਂ ਭਜਨ ਬੰਦਗੀ ਕੀਤੀ ਜਾਵੇ, ਕਈ ਵਾਰ ਗੁਰਮੁਖ ਪਿਆਰੇ ਸਾਧ ਸੰਗਤ ਜੀ 40-40 ਦਿਨ ਦਾ ਅਭਿਆਸ ਰੱਖਦੇ ਆ। ਕਈ ਵਾਰ ਅਸੀਂ 6-6 ਮਹੀਨੇ, ਕੋਈ ਸਾਲ, ਕੋਈ ਕਿੰਨਾ ਸਮਾਂ ਮਿੱਥ ਕਰਕੇ ਕਿ ਮਹਾਰਾਜ ਇੰਨਾ ਸਮਾਂ ਅਸੀਂ ਜਪ ਤਪ ਕਰਨਾ, ਇੰਨਾ ਸਮਾਂ ਅਸੀਂ ਅਭਿਆਸ ਕਰਨਾ ਤੇ ਸਾਡੀ ਇਹ ਮਨ ਦੀ ਇੱਛਾ ਪੂਰੀ ਕਰ ਦੇਣੀ। ਮਹਾਰਾਜ ਇਸ ਕਾਰਜ ਵਾਸਤੇ ਅਸੀਂ ਇਹ ਜਾਪ ਸ਼ੁਰੂ ਕੀਤਾ ਹੈ। ਇਸ ਪ੍ਰਕਾਰ ਹਜੂਰ ਕਹਿੰਦੇ, ਕਾਹੂ ਫਲ ਕੀ ਇੱਛਾ ਨਹੀਂ ਬਾਛੈ। ਕਿਸੇ ਪ੍ਰਕਾਰ ਦੀ ਦੁਨੀਆ ਦੇ ਸੁੱਖਾਂ ਦੀ, ਕਿਸੇ ਤਰ੍ਹਾਂ ਦੀ ਮਨ ਦੇ ਵਿੱਚ ਕੋਈ ਇੱਛਾ ਨਾ ਰੱਖਦਾ ਹੋਵੇ। ਕੇਵਲ ਭਗਤ ਕੀਰਤਨ ਸੰਗ ਰਾਚੈ। ਕੇਵਲ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ, ਵਾਹਿਗੁਰੂ ਦੇ ਕੀਰਤਨ ਜਸ ਦੇ ਵਿੱਚ ਹੀ ਮਨ ਨੂੰ ਰਚਾ ਕਰਕੇ ਰੱਖਦਾ ਹੋਵੇ ਕਿ ਮਹਾਰਾਜ ਕੇਵਲ ਆਪ ਜੀ ਦੇ ਚਰਨਾਂ ਦਾ ਪਿਆਰ, ਵਾਹਿਗੁਰੂ ਆਪ ਜੀ ਦਾ ਜਸ ਹੀ ਸਾਡੇ ਮਨ ਨੂੰ ਭਾਵਦਾ ਹੈ। ਮਹਾਰਾਜ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਕੇਵਲ ਇਹੋ ਮਨ ਦੇ ਵਿੱਚ ਉਤਸ਼ਾਹ ਬਣਿਆ ਰਹਿੰਦਾ ਹੋਵੇ ਕਿ ਮਹਾਰਾਜ ਆਪ ਜੀ ਦਾ ਜਸ ਹੀ ਕਰਦੇ ਰਹੀਏ। ਜੀਵਨ ਪਰਯੰਤ ਮਹਾਰਾਜ ਅੰਤ ਦੇ ਸਵਾਸਾਂ ਤੱਕ ਆਪ ਜੀ ਦੇ ਹੀ ਗੁਣਾਂ ਨੂੰ ਉਚਾਰਨ ਕਰਦਾ ਰਹਾ। ਐਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ। ਕੇਵਲ ਇਹੋ ਮਨ ਦੇ ਅੰਦਰ ਇੱਛਾ ਹੋਵੇ। ਮਹਾਰਾਜ ਕਹਿੰਦੇ ਹੋਰ ਕੋਈ ਵੀ ਦੁਨਿਆਵੀ ਮਨ ਦੇ ਵਿੱਚ ਫਲ ਦੀ ਕੋਈ ਇੱਛਾ ਨਾ ਰੱਖਦਾ ਹੋਵੇ। ਮਨ ਤਨ ਅੰਤਰ ਸਿਮਰਨ ਗੋਪਾਲ। ਮਨ ਵਿੱਚ ਵੀ ਪਰਮਾਤਮਾ ਦਾ ਸਿਮਰਨ ਹੋਵੇ, ਤਨ ਵਿੱਚ ਵੀ, ਰਸਨਾ ਤੋਂ ਵੀ, ਮੁਖ ਤੋਂ ਵੀ ਪਰਮੇਸ਼ਰ ਦਾ ਸਿਮਰਨ ਉਚਾਰਨ ਕਰਦਾ ਹੋਵੇ। ਮਨ ਬਾਣੀ ਸਰੀਰ ਕਰਕੇ ਵਾਹਿਗੁਰੂ ਦੀ ਯਾਦ ਵਿੱਚ ਜੁੜਨ ਵਾਲਾ ਹੋਵੇ। ਜਿਵੇਂ ਤਨ ਕਹੀਏ ਕਿ ਰਸਨਾ ਤੋਂ ਉੱਚੀ ਬੋਲ ਕਰਕੇ ਰੱਬ ਦਾ ਨਾਮ ਜਪਣਾ ਤੇ ਮਨ ਹਿਰਦੇ ਅੰਦਰ ਪਰਮਾਤਮਾ ਨੂੰ ਧਿਆਉਣਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਰੋਮ ਰੋਮ ਕਰਕੇ ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਦਾ ਸਿਮਰਨ ਕਰਨ ਵਾਲਾ ਹੋਵੇ। ਸਭ ਉਪਰ ਹੋਵਤ ਕਿਰਪਾਲ। ਫਿਰ ਸਭ ਦੇ ਉੱਪਰ ਕਿਰਪਾਲੂ ਸੁਭਾਅ ਵਾਲਾ ਹੋਵੇ, ਕਿਸੇ ਨਾਲ ਵਿਤਕਰਾ ਕਰਨ ਵਾਲਾ ਨਾ ਹੋਵੇ। ਸਭ ਦੇ ਉੱਪਰ ਦਇਆਵਾਨ ਹੋ ਕਰਕੇ ਰਹੇ। ਜੇ ਕੋਈ ਭੁੱਲ ਕਰ ਦਿੰਦਾ ਤੇ ਉਹਨੂੰ ਮੁਆਫ ਕਰਨ ਵਾਲਾ ਹੋਵੇ। ਆਪ ਦ੍ਰਿੜੈ ਅਵਰਹਿ ਨਾਮ ਜਪਾਵੈ। ਸਤਿਗੁਰੂ ਜੀ ਕਹਿੰਦੇ ਆਪ ਹਿਰਦੇ ਅੰਦਰ ਪਹਿਲਾਂ ਨਾਮ ਨੂੰ ਪਰਪੱਕ ਕਰ ਲਵੇ ਕਿ ਪਰਮੇਸ਼ਰ ਦੇ ਨਾਮ ਤੋਂ ਬਿਨਾ ਕੋਈ ਸਹਾਇਕ ਨਹੀਂ ਹੈ। ਪਰਮਾਤਮਾ ਹੀ ਹੈ ਜੋ ਸਾਡੇ ਮਨ ਦਾ ਸਹਾਇਕ ਬਣਨ ਵਾਲਾ ਹੈ। ਹਰ ਬਿਨਾ ਕੌਣ ਸਹਾਈ ਮਨ ਕਾ, ਮਾਤ ਪਿਤਾ ਭਾਈ ਸੁਤ ਬਨਤਾ। ਇਹ ਮਹਾਰਾਜ ਕਹਿੰਦੇ ਸਭ ਸੰਸਾਰ ਜਿਹੜਾ ਫਾਨੀ ਹੈ, ਫਨਾ ਹੋ ਜਾਣ ਵਾਲਾ ਹੈ। ਹਿਤ ਲਾਗੋ ਸਭ ਫਨ ਕਾ, ਜਿੰਨਾ ਵੀ ਦੁਨੀਆ ਦਾ ਪਿਆਰ ਹੈ ਸਭ ਫਨਾ ਹੋ ਜਾਣ ਵਾਲਾ, ਨਾਸ਼ਵਾਨ ਹੈ। ਕੇਵਲ ਇੱਕ ਵਾਹਿਗੁਰੂ ਹੈ ਜੋ ਸਾਡਾ ਸਹਾਇਕ ਬਣਨ ਵਾਲਾ ਹੈ। ਪਰਮੇਸ਼ਰ ਦਾ ਨਾਮ ਹੈ ਜੋ ਸਾਡਾ ਸੰਗੀ ਸਾਥੀ ਹੈ, ਮਿੱਤਰ ਹੈ, ਸਾਡਾ ਸਖਾ ਹੈ, ਸਾਡਾ ਪਿਆਰਾ ਹੈ।
ਇੱਕ ਪਰਮੇਸ਼ਰ ਦੇ ਨਾਮ ਨੂੰ ਪਹਿਲਾਂ ਆਪਣੇ ਹਿਰਦੇ ਅੰਦਰ ਪਰਪੱਕ ਕਰ ਲਵੇ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਫਿਰ ਸੰਸਾਰ ਦੇ ਜੀਵਾਂ ਨੂੰ ਨਾਮ ਜਪਾਵਣਾ ਕਰੇ, ਆਪ ਦ੍ਰਿੜੈ ਅਵਰਹ ਨਾਮ ਜਪਾਵੈ। ਆਪ ਦ੍ਰਿੜ ਕਰ ਲਵੇ, ਵਾਹਿਗੁਰੂ ਦੀ ਯਾਦ ਹਿਰਦੇ ਅੰਦਰ ਵਸਾ ਲਵੇ ਤੇ ਹੋਰ ਸੰਸਾਰ ਦੇ ਜੀਵਾਂ ਨੂੰ ਪਰਮੇਸ਼ਰ ਦਾ ਨਾਮ ਜਪਾਉਣਾ ਕਰੇ। ਨਾਨਕ ਉਹ ਬੈਸਨੋ ਪਰਮ ਗਤ ਪਾਵੈ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਐ ਗੁਰਸਿੱਖੋ, ਉਹ ਬੈਸਨੋ ਜਿਹੜਾ ਹੈ ਨਾ ਉਹ ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ, ਕੇਵਲ ਮੋਕਸ਼ ਨੂੰ ਪ੍ਰਾਪਤ ਹੋ ਜਾਂਦਾ ਹੈ, ਜੋ ਇਸ ਧਰਮ ਇਸ ਮਰਜ਼ਾਦਾ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਅਸਲ ਦੇ ਵਿੱਚ ਵੈਸ਼ਨਵ ਭਗਤ ਦੇ ਲੱਛਣ ਹੈ। ਐਸਾ ਮਹਾਰਾਜ ਕਹਿੰਦੇ ਵੈਸ਼ਨਵ ਭਗਤ ਹੋਣਾ ਚਾਹੀਦਾ। ਇਹ ਨਹੀਂ ਕਹੇ ਕਿ ਮੈਂ ਗੰਢਾ ਨਹੀਂ ਖਾਂਦਾ, ਲਸਣ ਨਹੀਂ ਖਾਂਦਾ ਤੇ ਮੈਂ ਵੈਸ਼ਨਵ ਬਣ ਗਿਆ। ਨਾ, ਹਿਰਦੇ ਦੀ ਨਿਰਮਲਤਾ ਵਾਲਾ ਹੋਵੇ, ਪਰਮਾਤਮਾ ਦਾ ਸਿਮਰਨ ਕਰਨ ਵਾਲਾ ਹੋਵੇ, ਭਜਨ ਬੰਦਗੀ ਕਰਨ ਵਾਲਾ ਹੋਵੇ, ਪਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨਣ ਵਾਲਾ ਹੋਵੇ, ਆਪ ਨਾਮ ਜਪਣ ਵਾਲਾ ਤੇ ਦੂਜਿਆਂ ਨੂੰ ਜਪਾਉਣ ਵਾਲਾ ਹੋਵੇ, ਸਿੱਧੇ ਮਾਰਗ ਤੇ ਆਪ ਚੱਲਦਾ ਤੇ ਹੋਰਨਾਂ ਨੂੰ ਪ੍ਰੇਰਿਤ ਕਰ ਕਰਕੇ ਭਗਤੀ ਦੇ ਮਾਰਗ ਤੇ ਚਲਾਉਣ ਵਾਲਾ ਹੋਵੇ। ਮਹਾਰਾਜ ਕਹਿੰਦੇ ਉਹ ਅਸਲ ਵੈਸ਼ਨਵ ਭਗਤ ਹੈ। ਐਸਾ ਵਾਹਿਗੁਰੂ ਦਾ ਪਿਆਰਾ ਹੈ। ਭਗਉਤੀ ਭਗਵੰਤ ਭਗਤ ਕਾ ਰੰਗ। ਫਿਰ ਹੁਣ ਤੀਜੀ ਪੌੜੀ ਅੰਦਰ ਮਹਾਰਾਜ ਸਾਹਿਬ ਜੀ ਨੂੰ ਜਿਵੇਂ ਸਿੱਖਾਂ ਨੇ ਬੇਨਤੀ ਕੀਤੀ ਹੈ ਨਾ ਕਿ ਮਹਾਰਾਜ ਜਿਹੜੇ ਭਗਉਤੀਏ ਸੰਸਾਰ ਦੇ ਅੰਦਰ ਕਿਹਾ ਜਾਂਦਾ ਜੀ ਇਹ ਭਗਉਤੀਆ ਹੈ, ਮਹਾਰਾਜ ਤਿੰਨਾਂ ਪ੍ਰਥਾਏ ਵੀ ਆਪ ਕਿਰਪਾ ਕਰਕੇ ਦੱਸੋ। ਭਗਉਤੀ ਸਾਧ ਸੰਗਤ ਜੀ ਛੰਦ ਦਾ ਚਾਲ ਦਾ ਵੀ ਨਾਮ ਹੈ, ਭਗਉਤੀ ਛੰਦ ਦਾ ਵੀ ਨਾਮ ਹੈ ਤੇ ਭਗਉਤੀ ਰਾਸ ਧਾਰੀਏ ਨੂੰ ਵੀ ਕਿਹਾ ਜਾਂਦਾ ਹੈ। ਜਿਹੜੇ ਪੈਰਾਂ ਦੇ ਵਿੱਚ ਸਾਧ ਸੰਗਤ ਝਾਂਜਰਾਂ ਪਾ ਕੇ ਤੇ ਰਾਸਾਂ ਪਾਉਂਦੇ ਰਾਜਸਥਾਨ ਦੇ ਇਲਾਕੇ ਦੇ ਵਿੱਚ, ਉਹਨਾਂ ਨੂੰ ਰਾਸ ਧਾਰੀਏ ਭਗਉਤੀਏ ਵੀ ਕਿਹਾ ਜਾਂਦਾ। ਭਗਉਤੀ ਧਰਮ ਦਾ ਨਾਮ ਵੀ ਹੈ। ਮਹਾਰਾਜ ਹਜੂਰ ਦੱਸਦੀ ਹੈ ਕਿ ਅਸਲ ਭਗਉਤੀ ਕਿਸ ਨੂੰ ਕਿਹਾ ਜਾਂਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਉਂਦੇ ਭਗਉਤੀ ਭਗਵੰਤ ਭਗਤ ਕਾ ਰੰਗ। ਜਿਸ ਨੂੰ ਪਰਮਾਤਮਾ ਦੀ ਭਗਤੀ ਦਾ ਰੰਗ ਲੱਗਾ ਹੈ, ਜਿਸ ਹਿਰਦੇ ਅੰਦਰ ਪਰਮੇਸ਼ਰ ਦੀ ਪ੍ਰੇਮਾ ਭਗਤੀ ਦਾ ਰੰਗ ਲੱਗਾ, ਪਰਮਾਤਮਾ ਦੇ ਪਿਆਰ ਦੇ ਵਿੱਚ ਹਰ ਸਮੇਂ ਭਿੱਜ ਕੇ ਵਾਹਿਗੁਰੂ ਨੂੰ ਯਾਦ ਕਰਦਾ ਰਹਿੰਦਾ, ਪ੍ਰੇਮਾ ਭਗਤੀ ਵਿੱਚ ਮਸਤ ਹੋਇਆ ਰਹਿੰਦਾ, ਉਹ ਅਸਲ ਦੇ ਵਿੱਚ ਮਹਾਰਾਜ ਕਹਿੰਦੇ ਅਸਲ ਭਗਉਤੀ ਹੈ। ਸਗਲ ਤਿਆਗੈ ਦੁਸ਼ਟ ਕਾ ਸੰਗ। ਜਿੰਨੇ ਵੀ ਸੰਸਾਰ ਦੇ ਅੰਦਰ ਦੁਸ਼ਟ ਬੁਰੇ ਮਨੁੱਖ ਹਨ ਤਿਨਾਂ ਦਾ ਸੰਗ ਕਰਨਾ ਛੱਡ ਦੇਵੇ। ਜਾਂ ਦੁਸ਼ਟ ਕੀ ਹਨ? ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਿਆ ਚੁਗਲੀਆਂ, ਇਹ ਜਿੰਨੇ ਵੀ ਔਗਣ ਵਿਕਾਰ ਹੈ ਨਾ ਇਹ ਸਭ ਦੁਸ਼ਟ ਹਨ। ਜੀਵ ਦੇ ਲਈ ਦੁਖਦਾਇਕ ਹੈ ਜਿਸ ਨੇ ਪ੍ਰਮਾਤਮਾ ਦੇ ਭਗਤੀ ਦੇ ਮਾਰਗ ਤੇ ਚੱਲਣਾ ਹੈ। ਬਾਰ-ਬਾਰ ਜ਼ਿੰਦਗੀ ਵਿੱਚ ਰੁਕਾਵਟ ਬਣ ਜਾਂਦੇ ਹੈ। ਐਸੇ ਵਿਕਾਰ ਤੇ ਔਗਣ ਹਨ। ਮਹਾਰਾਜ ਕਹਿੰਦੇ ਸਗਲ ਤਿਆਗ ਹੈ ਦੁਸ਼ਟ ਕਾ ਸੰਗ। ਸਭ ਦੁਸ਼ਟਾਂ ਦਾ ਸੰਗ ਛੱਡ ਦੇਣਾ ਕਰੇ। ਖੋਟੀ ਸੰਗਤ ਦਾ, ਅਮਲੀਆਂ ਦਾ, ਚੋਰੀਆਂ, ਜੂਏ ਖੇਡਣ ਵਾਲੇ ਜੁਆਰੀਆਂ ਦਾ, ਜਿੰਨਾ ਵੀ ਖੋਟਾ ਸੰਗ ਹੈ ਇਹ ਸਭ ਛੱਡ ਦੇਣਾ ਕਰੇ। ਮਨ ਤੇ ਬਿਨਸੈ ਸਗਲਾ ਭਰਮ। ਜਿਹੜੇ ਵੀ ਤਰ੍ਹਾਂ ਦਾ ਮਨ ਦੇ ਵਿੱਚ ਬਾਰ-ਬਾਰ ਭਰਮ ਆਉਂਦਾ ਹੈ, ਮਹਾਰਾਜ ਕਹਿੰਦੇ ਸਾਰਾ ਭਰਮ ਵੀ ਮਨ ਦੇ ਵਿੱਚੋਂ ਨਾਸ਼ ਹੋ ਜਾਵੇ। ਕਰ ਪੂਜੈ ਸਗਲ ਪਾਰ ਬ੍ਰਹਮ। ਸਾਰੀ ਸ੍ਰਿਸ਼ਟੀ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਪੂਜਨ ਕਰੇ ਕਿ ਇਹ ਭਲਿਆ ਤੇਰੇ ਅੰਦਰ ਵੀ ਪਰਮਾਤਮਾ ਦੀ ਜੋਤ ਹੈ। ਹਰ ਇੱਕ ਜੀਵ ਦੇ ਅੰਦਰ ਪਰਮਾਤਮਾ ਦਾ ਸਰੂਪ ਜਾਣ ਕਰਕੇ ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਨੂੰ ਰੱਬੀ ਰੂਪ ਜਾਣ ਕਰਕੇ ਸਭ ਦਾ ਪੂਜਨ ਕਰਨਾ ਕਰੇ। ਕਰ ਪੂਜੈ ਸਗਲ ਪਾਰ ਬ੍ਰਹਮ, ਕਿ ਸਗਲ ਸਾਰੀ ਸ੍ਰਿਸ਼ਟੀ ਦੇ ਅੰਦਰ ਪਾਰਾਵਾਰ ਤੋਂ ਰਹਿਤ, ਪਾਪਾ ਪੁੰਨਾ ਤੋਂ ਪਰੇ ਪਰਮਾਤਮਾ ਬ੍ਰਹਮ ਸਰੂਪ ਹੀ ਵਰਤ ਰਿਹਾ ਹੈ। ਸਾਧ ਸੰਗ ਪਾਪਾ ਮਲ ਖੋਵੈ। ਮਹਾਰਾਜ ਦੀ ਪਿਆਰੀ ਸਾਧ ਸੰਗਤ ਵਿੱਚ ਮਿਲ ਕੇ ਪਾਪ ਕਰਮਾਂ ਦੀ ਮੈਲ ਖੋ ਲਵੇ, ਹਿਰਦਿਓਂ ਧੋ ਲੈਣਾ ਕਰੇ। ਸਤ ਸੰਗਤ ਰੂਪ ਨਦੀ ਵਿੱਚ ਆ ਕਰਕੇ ਮਹਾਰਾਜ ਕਹਿੰਦੇ ਪਿਆਰ ਦੇ ਨਾਲ ਸਾਧਨਾ ਰੂਪ ਪੌੜੀਆਂ ਦੇ ਅੰਦਰ ਆ ਕਰਕੇ ਬੜੇ ਪ੍ਰੇਮ ਦੇ ਨਾਲ ਮਹਾਰਾਜ ਸਾਹਿਬ ਜੀ ਦੇ ਨਾਮ ਰੂਪੀ ਜਲ ਦੇ ਨਾਲ ਹਿਰਦੇ ਦਾ ਇਸ਼ਨਾਨ ਕਰਾਵੇ, ਤਾਂ ਫਿਰ ਪਾਪ ਕਰਮਾਂ ਦੀ, ਹਉਮੈ ਦੀ, ਹੰਗਤਾ ਦੀ ਮੈਲ ਲਹਿੰਦੀ ਹੈ।
ਤਿਸ ਭਗਉਤੀ ਕੀ ਮਤ ਊਤਮ ਹੋਵੈ। ਸਤਿਗੁਰੂ ਜੀ ਆਖ ਰਹੇ ਨੇ ਉਸ ਭਗਉਤੀਏ ਦੀ ਜਿਹੜੀ ਮੱਤ ਹੈ ਨਾ ਸਭ ਤੋਂ ਉੱਤਮ ਹੋ ਜਾਂਦੀ ਹੈ। ਜੇ ਪਿਆਰ ਦੇ ਨਾਲ ਮਹਾਰਾਜ ਦੀ ਸਤ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦਾ ਨਾਮ ਜਪਦਾ ਹੈ, ਪਾਪ ਕਰਮਾਂ ਦੀ ਮੈਲ ਹਿਰਦਿਓਂ ਲਾਹ ਲੈਂਦਾ ਹੈ, ਤੇ ਇਸ ਭਗਉਤੀ ਕੀ ਮੱਤ ਉੱਤਮ ਹੋਵੇ। ਜਾਣੋ ਕਿ ਸਭ ਤੋਂ ਉੱਤਮ ਮੱਤ ਉਸ ਭਗਉਤੀਏ ਦੀ ਹੈ, ਪਰਮਾਤਮਾ ਦੇ ਨਾਲ ਪਿਆਰ ਕਰਨ ਵਾਲੇ ਭਗਤ ਦੀ ਹੈ, ਜੋ ਮਹਾਰਾਜ ਦੀ ਸਤ ਸੰਗਤ ਵਿੱਚ ਮਿਲ ਕੇ ਪਾਪ ਕਰਮਾਂ ਨੂੰ ਲਾਹ ਲੈਂਦਾ ਹੈ। ਭਗਵੰਤ ਕੀ ਟਹਿਲ ਕਰੈ ਨਿਤ ਨੀਤ। ਫਿਰ ਭਗਵੰਤ ਖਟ ਭਗਤ ਸੰਪੰਨ ਜੋ ਪ੍ਰਮਾਤਮਾ ਹੈ, ਉਸ ਵਾਹਿਗੁਰੂ ਦੀ ਭਗਤੀ ਰੂਪ ਟਹਿਲ ਨਿਤਾ ਪ੍ਰਤੀ ਨਿਤਾ ਨਿਤ ਕਰਨਾ ਕਰੇ। ਇਹ ਨਹੀਂ ਕਿ ਔਕੜ ਦੇ ਵੇਲੇ ਦੁੱਖ ਵੇਲੇ ਰੱਬ ਨੂੰ ਯਾਦ ਕੀਤਾ ਤੇ ਫਿਰ ਕਦੇ ਪ੍ਰਮਾਤਮਾ ਨੂੰ ਯਾਦ ਹੀ ਨਾ ਕਰੇ। ਨਹੀਂ, ਐਸਾ ਨਹੀਂ। ਮਹਾਰਾਜ ਕਹਿੰਦੇ ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਨਿਤਾ ਪ੍ਰਤੀ ਨੇਮ ਅਤੇ ਹਿਰਦੇ ਅੰਦਰ ਪ੍ਰੇਮ ਬਣਾ ਕਰਕੇ। ਜੇ ਨੇਮ ਅਤੇ ਪ੍ਰੇਮ ਜੀਵਨ ਦੇ ਵਿੱਚ ਹੈ, ਫਿਰ ਪ੍ਰਮਾਤਮਾ ਦੀ ਪ੍ਰਾਪਤੀ ਦੀ ਦੂਰੀ ਬਹੁਤ ਸਤ ਸੰਗਤ ਜੀ ਸਮੇਂ ਦੀ ਦੂਰੀ ਨਹੀਂ ਹੈ। ਨੇਮ ਅਤੇ ਹਿਰਦੇ ਅੰਦਰ ਪ੍ਰੇਮ ਹੋਵੇ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਤਾ ਪ੍ਰਤੀ ਵਾਹਿਗੁਰੂ ਦੀ ਭਗਤੀ ਰੂਪ ਟਹਿਲ ਕਰਨ ਵਾਲਾ ਹੋਵੇ। ਮਨ ਤਨ ਅਰਪੈ ਬਿਸਨ ਪਰੀਤ। ਹਿਰਦੇ ਅੰਦਰ ਪ੍ਰੀਤ ਧਾਰਨ ਕਰਨ ਵਾਲਾ ਹੋਵੇ ਪਰਮਾਤਮਾ ਦੇ ਨਾਲ, ਤੇ ਮਨ ਵੀ ਤਨ ਵੀ ਅਰਪਣ ਕਰ ਦੇਵੇ ਕਿ ਮਹਾਰਾਜ ਸਭ ਕੁਝ ਆਪ ਜੀ ਦਾ ਹੀ ਬਖਸ਼ਿਸ਼ ਕੀਤਾ ਹੈ। ਮਨ ਬਾਣੀ ਸਰੀਰ ਮਹਾਰਾਜ ਦੇ ਸਨਮੁਖ ਹੋ ਕਰਕੇ ਪ੍ਰਾਇਣ ਕਰ ਦਿੰਦਾ ਹੈ ਤੇ ਹਿਰਦੇ ਅੰਦਰ ਵਾਹਿਗੁਰੂ ਦੇ ਚਰਨਾਂ ਦਾ ਪਿਆਰ ਲਾਵਣਾ ਕਰਦਾ ਹੈ। ਬਿਸਨ ਬਿਸ ਨਾਮ ਸੰਸਾਰ ਦਾ ਹੈ, ਤੇ ਨਾ ਨਾਮ ਸਾਧ ਸੰਗਤ ਜੀ ਚੇਸ਼ਟਾ ਦਾ ਹੈ। ਸੰਸਾਰ ਭਰ ਦੀ ਸਭ ਤਮਾਮ ਜੀਵਾਂ ਦੀ ਚੇਸ਼ਟਾ ਕਰਾਉਣ ਵਾਲਾ ਕੌਣ ਹੈ? ਪਰਮਾਤਮਾ। ਸੰਸਾਰ ਭਰ ਦੇ ਜਿੰਨੇ ਵੀ ਤਮਾਮ ਜੀਵ ਜੰਤੂ ਹੈ, ਮਹਾਰਾਜ ਕਹਿੰਦੇ ਸਭ ਨੂੰ ਚਲਾਉਣ ਵਾਲਾ, ਸਭ ਦੀ ਚੇਸ਼ਟਾ ਕਰਨ ਵਾਲਾ ਪਰਮਾਤਮਾ ਹੈ। ਉਸ ਪਰਮ ਪਿਤਾ ਅਕਾਲ ਪੁਰਖ ਵਾਹਿਗੁਰੂ ਨੂੰ ਸਰਵ ਵਿਆਪਕ ਨਿਸ਼ਚੈ ਕਰਕੇ ਜਾਣਨਾ ਕਰੇ ਅਤੇ ਮਨ ਵੀ ਤਨ ਵੀ ਹਿਰਦੇ ਅੰਦਰ ਪ੍ਰੇਮ ਦੀ ਸਿੱਧ ਹੋ ਕਰਕੇ ਅਰਪਣ ਕਰਨ ਵਾਲਾ ਹੋਵੇ। ਹਰ ਕੇ ਚਰਨ ਹਿਰਦੈ ਵਸਾਵੈ। ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਨੂੰ ਹਿਰਦੇ ਅੰਦਰ ਵਸਾ ਕੇ ਰੱਖੇ। ਚਿਤ ਚਰਨ ਨਾਮ, ਕਿ ਪ੍ਰਮਾਤਮਾ ਦੇ ਚਰਨ ਕਿਹੜੇ ਹਨ? ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਹੀ ਪ੍ਰਮਾਤਮਾ ਦੇ ਚਰਨ ਹਨ। ਚਿਤ ਚਰਨ ਨਾਮ, ਪਰਮੇਸ਼ਰ ਦੇ ਨਾਮ ਰੂਪ ਚਰਨਾਂ ਨੂੰ ਆਪਣੇ ਹਿਰਦੇ ਅੰਦਰ ਵਸਾ ਕੇ ਰੱਖੇ। ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੈ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਆਖ ਰਹੇ ਹੈ, ਐਸਾ ਜਿਹੜਾ ਸੱਚਾ ਭਗਉਤੀ ਹੈ ਨਾ, ਉਹ ਭਗਵੰਤ ਖਟ ਭਗਤ ਸੰਪੰਨ ਪ੍ਰਮਾਤਮਾ ਨੂੰ ਪਾ ਲੈਂਦਾ ਹੈ। ਤੇ ਇਸ ਨੇ ਭਗਉਤੀ ਨੇ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ, ਜਿਸ ਅੰਦਰ ਇਹ ਮਹਾਰਾਜ ਕਹਿੰਦੇ ਸ਼ੁਭ ਗੁਣ ਆਏ ਹਨ। ਸੋ ਪੰਡਿਤ ਜੋ ਮਨ ਪਰ ਬੋਧੈ। ਫਿਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਸਿੱਖ ਬੇਨਤੀ ਕਰਕੇ ਪੁੱਛਦੇ ਨੇ, ਮਹਾਰਾਜ ਪੰਡਿਤ ਕੈਸਾ ਹੋਣਾ ਚਾਹੀਦਾ? ਸਾਧ ਸੰਗਤ ਜੀ, ਪੰਡਿਤ ਦੇ ਆਖਰੀ ਅਰਥ ਹਨ ਵਿਦਵਾਨ। ਪੰਡ ਕਹਿੰਦੇ ਨੇ ਬੁੱਧੀ ਨੂੰ, ਤੇ ਨ ਕਹਿੰਦੇ ਨੇ ਜਾਣਨ ਨੂੰ, ਤਤ ਜਾਣਨ ਨੂੰ। ਜਿਹੜਾ ਸਾਰੇ ਵੇਦਾਂ ਦਾ, ਸ਼ਾਸਤਰਾਂ ਦਾ, ਧਾਰਮਿਕ ਗ੍ਰੰਥਾਂ ਦਾ ਤਤ ਸਿਧਾਂਤ ਜਾਣਦਾ ਹੋਵੇ, ਜਿਸ ਦੀ ਬੁੱਧੀ ਸਭ ਗ੍ਰੰਥਾਂ ਨੂੰ, ਸਭ ਧਰਮ ਸ਼ਾਸਤਰਾਂ ਨੂੰ ਮਹਾਰਾਜ ਕਹਿੰਦੇ ਜਾਣਦੀ ਹੋਵੇ ਨਾ, ਇਸ ਪ੍ਰਕਾਰ ਉਹਨੂੰ ਅਸਲ ਦੇ ਵਿੱਚ ਪੰਡਿਤ ਕਿਹਾ ਜਾਂਦਾ ਹੈ, ਵਿਦਵਾਨ। ਪੰਡਿਤ ਦਾ ਆਖਰੀ ਅਰਥ ਵਿਦਵਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸੋ ਪੰਡਿਤ, ਉਹ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਉਹ ਸੰਸਾਰ ਦੇ ਅੰਦਰ ਪੰਡਿਤ ਹੈ, ਜਿਹੜਾ ਆਪਣੇ ਮਨ ਨੂੰ ਪ੍ਰਬੁੱਧ ਹੈ, ਸਮਝਾ ਲੈਂਦਾ ਹੈ। ਜੋ ਪਹਿਲਾਂ ਆਪਣੇ ਮਨ ਨੂੰ ਸਮਝਾਉਂਦਾ ਹੈ ਤੇ ਫਿਰ ਸੰਸਾਰ ਦੇ ਜੀਵਾਂ ਨੂੰ ਪ੍ਰੇਰਿਤ ਕਰਦਾ ਹੈ। ਜਿਵੇਂ ਮਹਾਰਾਜ ਜੀ ਦਾ ਬਚਨ ਆਉਂਦਾ ਹੈ ਗੁਰਬਾਣੀ ਦੇ ਅੰਦਰ, ਪ੍ਰਥਮੈ ਮਨ ਪ੍ਰਬੁੱਧ ਹੈ ਆਪਣਾ, ਪਾਛੈ ਅਵਰ ਰਿਝਾਵੈ। ਪਹਿਲਾਂ ਆਪਣੇ ਮਨ ਨੂੰ ਪ੍ਰਬੁੱਧ ਸਮਝਾਉਣਾ ਕਰੇ ਕਿ ਮਨਾ ਖੋਟੀ ਸੰਗਤ ਨਹੀਂ ਕਰਨੀ ਚਾਹੀਦੀ, ਫਿਰ ਸੰਸਾਰ ਦੇ ਨਸ਼ਿਆਂ ਵਿੱਚ ਨਹੀਂ ਗਲਤਾਨ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਖੋਟੇ ਔਗਣਾਂ ਦਾ, ਵਿਕਾਰਾਂ ਦਾ ਸੰਗ ਨਹੀਂ ਕਰਨਾ ਚਾਹੀਦਾ, ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ, ਸਭ ਤੋਂ ਉੱਤਮ ਹੈ। ਜਦੋਂ ਆਪਣੇ ਮਨ ਨੂੰ ਸਮਝਾ ਲੈਂਦਾ, ਪ੍ਰਬੋਧ ਦਿੰਦਾ, ਫਿਰ ਮਹਾਰਾਜ ਕਹਿੰਦੇ ਸੰਸਾਰ ਦੇ ਜੀਵਨ ਨੂੰ ਸਮਝਾਵਣਾ ਕਰਦਾ ਹੈ।
RAM ਨਾਮ ਆਤਮ ਮਹਿ ਸੋਧੈ। ਉਹ ਅਸਲ ਦੇ ਵਿੱਚ ਪੰਡਿਤ ਹੈ ਜੋ ਰਮੇ ਹੋਏ ਰਮੰਤੀ ਪਰਮੇਸ਼ਰ ਦੇ ਨਾਮ ਨੂੰ ਆਤਮਾ ਕਰਕੇ ਮਨ ਕਰਕੇ ਸੋਧਦਾ ਹੈ। ਮਨ ਕਰਕੇ ਜਾਂ ਮਨ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਸੋਧਨਾ ਕਰਦਾ ਕਿ ਵਾਹਿਗੁਰੂ ਦਾ ਨਾਮ ਮੇਰੇ ਹਿਰਦੇ ਅੰਦਰ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ, ਕਿ ਵਾਹਿਗੁਰੂ ਜੀ ਦਾ ਨਾਮ ਮੇਰੇ ਹਿਰਦੇ ਅੰਦਰ ਹੈ। ਸੋਧਨਾ ਕਰਦਾ ਹੈ, ਪਰਮੇਸ਼ਰ ਦੇ ਨਾਮ ਨੂੰ ਨਿਸ਼ਚੈ ਕਰਕੇ ਹਿਰਦੇ ਵਿੱਚੋਂ ਜਾਣਦਾ ਹੈ। RAM ਨਾਮ ਸਾਰ ਰਸ ਪੀਵੈ। ਰਮੇ ਹੋਏ ਵਾਹਿਗੁਰੂ ਜੀ ਦੇ ਨਾਮ ਦਾ ਸਾਰ ਸ੍ਰੇਸ਼ਟ ਜਾਣ ਕਰਕੇ ਕਿ ਇਹ ਸਭ ਤੋਂ ਉੱਚਾ ਤੇ ਸਭ ਤੋਂ ਸ੍ਰੇਸ਼ਟ ਰਸ ਹੈ। ਬੜੇ ਪਿਆਰ ਦੇ ਨਾਲ ਅੰਤਰਮੁਖੀ ਬਿਰਤੀ ਕਰਕੇ ਪਰਮੇਸ਼ਰ ਦੇ ਨਾਮ ਰਸ ਨੂੰ ਪੀਵੰਦਾ ਹੈ। ਉਸ ਪੰਡਿਤ ਕਾ ਉਪਦੇਸ਼ ਜਗ ਜੀਵੈ। ਸਤਿਗੁਰੂ ਜੀ ਕਹਿੰਦੇ ਐਸੇ ਵਿਦਵਾਨ ਪੰਡਿਤ ਦੇ ਉਪਦੇਸ਼ ਕਰਕੇ ਸਾਰਾ ਜਗਤ ਜੀਵਨ ਮੁਕਤ ਹੋ ਸਕਦਾ ਹੈ। ਐਸਾ ਜੇ ਕਿਤੇ ਪੰਡਿਤ ਐਸਾ ਵਿਦਵਾਨ ਹੋਵੇ ਨਾ ਕਿ ਪਹਿਲਾਂ ਆਪਣੇ ਮਨ ਨੂੰ ਸਮਝਾਇਆ ਹੋਵੇ, ਫਿਰ ਪਰਮੇਸ਼ਰ ਦਾ ਨਾਮ ਹਿਰਦੇ ਅੰਦਰ ਧਾਰਨ ਕੀਤਾ ਹੋਵੇ, ਔਰ ਇਸ ਪ੍ਰਕਾਰ ਮਹਾਰਾਜ ਕਹਿੰਦੇ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਕਰਕੇ ਸੁੱਧ ਨਾ ਕਰੇ, ਪਰਮੇਸ਼ਰ ਦੇ ਨਾਮ ਦਾ ਹੀ ਰਸ ਲੈਣਾ ਕਰੇ, ਸਭ ਦੁਨੀਆ ਦੇ ਰਸਾਂ ਕਸਾਂ ਤੋਂ ਉਪਰਾਮ ਉੱਚਾ ਉੱਠ ਜਾਵੇ। ਐਸਾ ਜੇ ਕਿਤੇ ਵਿਦਵਾਨ ਪੁਰਖ ਸੰਸਾਰ ਦੇ ਅੰਦਰ ਜੀਵਾਂ ਨੂੰ ਕੋਈ ਉਪਦੇਸ਼ ਦੇਵੇ, ਉਸ ਉਪਦੇਸ਼ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਸਾਰਾ ਹੀ ਜੀਵਨ ਮੁਕਤ ਹੋ ਸਕਦਾ ਹੈ। ਪਰ ਐਸਾ ਕੋਈ ਵਿਦਵਾਨ ਕੋਈ ਪੰਡਿਤ ਸਾਧ ਸੰਗਤ ਜੀ ਕੋਈ ਵਿਰਲਾ ਹੀ ਹੈ ਨਾ ਪਰਮਾਤਮਾ ਜਿਸ ਜੀਵ ਤੇ ਕਿਰਪਾ ਕਰਦਾ ਹੈ। ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਜਗਤ ਨੂੰ ਜੀਵਨ ਦਾਨ ਪ੍ਰਾਪਤ ਹੋ ਜਾਂਦਾ ਹੈ। ਅਸਲ ਜੀਵਨ ਜਿਉਣੇ ਦਾ ਢੰਗ ਜੁਗਤੀ ਮਿਲ ਜਾਂਦੀ ਹੈ। ਜੀਵਨ ਸਫਲ ਕਰਨੇ ਦੀ ਮਹਾਰਾਜ ਕਹਿੰਦੇ ਪ੍ਰੇਰਣਾ ਮਿਲ ਜਾਂਦੀ ਹੈ। ਹਰ ਕੀ ਕਥਾ ਹਿਰਦੈ ਵਸਾਵੈ। ਪਰਮਾਤਮਾ ਦੀ ਜੋ ਅਕਥ ਕਥਾ ਹੈ ਉਸ ਨੂੰ ਹਿਰਦੇ ਵਿੱਚ ਵਸਾਉਣਾ ਕਰੇ। ਜੋ ਉਪਦੇਸ਼ ਦੂਜਿਆਂ ਨੂੰ ਦੇਣਾ ਪਹਿਲਾਂ ਆਪ ਜੀਵਨ ਦੇ ਵਿੱਚ ਕਮਾਏ। ਇਹ ਨਹੀਂ ਕਿ ਕਹੀ ਜਾਵੇ ਕਿ ਨਾਮ ਜਪਣਾ ਚਾਹੀਦਾ, ਸਿਮਰਨ ਕਰਨਾ ਚਾਹੀਦਾ, ਸੇਵਾ ਕਰਨੀ ਚਾਹੀਦੀ, ਪਰ ਆਪ ਕਦੇ ਨਾ ਸੇਵਾ ਕਰੇ ਤੇ ਨਾ ਸਿਮਰਨ ਕਰੇ, ਨਾ ਕਦੇ ਅੰਮ੍ਰਿਤ ਵੇਲੇ ਉੱਠੇ, ਨਾ ਕਦੇ ਨਿਤਨੇਮ ਕਰੇ, ਭਜਨ ਨਾ ਕਰੇ, ਬੰਦਗੀ ਨਾ ਕਰੇ, ਤੇ ਦੂਜਿਆਂ ਨੂੰ ਕਹੀ ਜਾਵੇ ਕਿ ਬੰਦਗੀ ਕਰਨੀ ਚਾਹੀਦੀ, ਭਜਨ ਕਰੀਏ ਤਾਂ ਜੀਵਨ ਸਫਲ ਹੁੰਦਾ ਹੈ। ਮਹਾਰਾਜ ਹਜੂਰ ਕਹਿੰਦੇ ਹਨ ਕਿ ਹਰ ਕੀ ਕਥਾ ਹਿਰਦੈ ਵਸਾਵੈ। ਜੋ ਪਰਮੇਸ਼ਰ ਦੀ ਅਕਥ ਕਥਾ ਹੈ, ਅਚਰਜ ਵਾਹਿਗੁਰੂ ਜੀ ਦੀ ਕਥਾ, ਉਸ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ ਕਰੇ। ਸੋ ਪੰਡਿਤ ਫਿਰ ਜੋਨ ਨਾ ਆਵੈ। ਉਹ ਵਿਦਵਾਨ ਪੁਰਖ ਕਦੇ ਫਿਰ ਜੂਨਾਂ ਵਿੱਚ ਨਹੀਂ ਆਉਣਾ ਕਰਦਾ। ਉਹ ਫਿਰ ਸੰਸਾਰ ਦੀਆਂ ਜੂਨਾਂ ਵਿੱਚ ਨਹੀਂ ਬਾਰ-ਬਾਰ ਭਟਕਦਾ, ਬਾਰ-ਬਾਰ ਜਨਮਦਾ ਮਰਦਾ ਨਹੀਂ ਹੈ। ਵੇਦ ਪੁਰਾਨ ਸਿਮਰਤ ਬੂਝੈ ਮੂਲ। ਸਤਿਗੁਰੂ ਜੀ ਆਖ ਰਹੇ ਭਾਵੇਂ 4 ਵੇਦ ਹੈ, 18 ਪੁਰਾਣ ਹਨ, 27 ਸਿਮਰਤੀਆਂ ਨੇ, ਔਰ ਇਸੇ ਪ੍ਰਕਾਰ ਜਿੰਨੇ ਵੀ ਸ਼ਾਸਤਰ ਗ੍ਰੰਥ ਹਨ ਤਿਨਾਂ ਦੇ ਮੂਲ ਸਿਧਾਂਤ ਨੂੰ ਸਮਝਣ ਵਾਲਾ ਹੋਵੇ। ਮੂਲ ਕੀ ਹੈ? ਤਤ ਇੱਕੋ ਹੀ ਹੈ ਨਾ ਸਭ ਦਾ, ਕਿ ਪਰਮੇਸ਼ਰ ਦਾ ਨਾਮ ਹੀ ਸੱਚਾ ਹੈ, ਇੱਕ ਪ੍ਰਮਾਤਮਾ ਹੀ ਸੱਚਾ ਹੈ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਇਸ ਤਤ ਨੂੰ ਸਮਝਣ ਵਾਲਾ ਹੋਵੇ। ਸੂਖਮ ਮਹਿ ਜਾਣੈ ਅਸਥੂਲ। ਇਹ ਭਾਵੇਂ ਕੋਈ ਸੂਖਸ਼ਮ ਆਕਾਰ ਦਾ ਜੀਵ ਹੈ, ਚਾਹੇ ਸਥੂਲ ਆਕਾਰ ਦਾ ਜੀਵ ਕੋਈ ਜੰਤੂ ਹੈ, ਸਭ ਦੇ ਵਿੱਚ ਪਰਮਾਤਮਾ ਦੀ ਜੋਤ ਨੂੰ ਨਿਸ਼ਚੈ ਕਰਕੇ ਜਾਣੇ। ਕਾਵੇਂ ਜਿਵੇਂ ਸੂਖਸ਼ਮ ਸਾਡਾ ਮਨ ਹੈ, ਇਹਨੂੰ ਦੇਖਿਆ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਇਹਦੇ ਵਿੱਚ ਪਰਮਾਤਮਾ ਦੀ ਜੋਤ ਜਾਣ। ਮਨ ਤੂੰ ਜੋਤ ਸਰੂਪ ਹੈ, ਮਨਾ ਤੂੰ ਪਰਮਾਤਮਾ ਦੀ ਜੋਤ ਹੈ, ਰੱਬ ਦੀ ਅੰਸ਼ ਹੈ। ਇਸ ਪ੍ਰਕਾਰ ਨਿਸ਼ਚੈ ਕਰਕੇ ਜਾਣੇ। ਤੇ ਜਿਹੜੇ ਸਥੂਲ ਸਾਡਾ ਵੱਡਾ ਆਕਾਰ ਹੈ, ਸਰੀਰ ਦਾ ਇੰਦਰੀ, ਇਹਨਾਂ ਵਿੱਚ ਵੀ ਪਰਮਾਤਮਾ ਨੂੰ ਜਾਣਨਾ ਕਰੇ। ਆਪੇ ਸੂਖਮ ਆਪੇ ਅਸਥੂਲਾ, ਲਖੀ ਨਾ ਜਾਈ ਨਾਨਕ ਲੀਲਾ। ਕਿ ਮਹਾਰਾਜ ਆਪ ਹੀ ਸੂਖਸ਼ਮ ਰੂਪ ਹੋ ਕਰਕੇ ਵਰਤ ਰਹੇ ਹੋ, ਨਜ਼ਰ ਹੀ ਨਹੀਂ ਆਉਂਦੇ ਪਏ, ਤੇ ਆਪ ਹੀ ਵਿਰਾਟ ਰੂਪ ਹੋ ਕਰਕੇ ਮਹਾਰਾਜ ਵਰਤ ਰਹੇ ਹੋ, ਸਭ ਤਮਾਮ ਜੀਵਾਂ ਦੇ ਅੰਦਰ ਹੋ। ਭਾਵੇਂ ਕਿੰਨੇ ਵੀ ਕੋਈ ਵੱਡੇ ਆਕਾਰ ਦਾ, ਉਹਦੇ ਵਿੱਚ ਵੀ ਪਰਮਾਤਮਾ ਨੂੰ ਜਾਣੇ। ਚਾਹੇ ਸੂਖਸ਼ਮ ਹੈ ਜੋ ਦਿਸਦਾ ਹੀ ਨਹੀਂ ਅੱਖਾਂ ਦੇ ਨਾਲ,
ਉਸ ਵਿੱਚ ਵੀ ਮਹਾਰਾਜ ਕਹਿੰਦੇ ਪਰਮੇਸ਼ਰ ਨੂੰ ਨਿਸ਼ਚੈ ਕਰਕੇ ਜਾਣਨਾ ਕਰੇ। ਚਾਹ ਵਰਨਾ ਕੋ ਦੇ ਉਪਦੇਸ਼। ਫਿਰ ਚੌਹਾਂ ਵਰਨਾਂ ਵਿੱਚੋਂ ਕੋਈ ਵੀ ਜੀਵ ਸ਼ਰਨ ਵਿੱਚ ਆ ਜਾਵੇ, ਉਹਨੂੰ ਸੱਚਾ ਉਪਦੇਸ਼ ਦੇਣ ਵਾਲਾ ਹੋਵੇ। ਇਹ ਨਹੀਂ ਹੈ ਕਿ ਬ੍ਰਾਹਮਣ ਨੂੰ ਕਹੇ ਕਿ ਤੈਨੂੰ ਪੜ੍ਹਨ ਦਾ ਹੱਕ ਹੈ, ਖੱਤਰੀ ਨੂੰ ਸੁਣਨ ਦਾ ਹੱਕ ਹੈ। ਸ਼ੂਦਰ ਤੇ ਵੈਸ ਜੇ ਸੁਣ ਨਹੀਂ ਸਕਦੇ, ਨਾ ਪੜ੍ਹ ਸਕਦੇ ਵੇਦਾਂ ਦਾ ਪਾਠ, ਨਾ ਪੜ੍ਹਨ ਦਾ ਹੱਕ ਤੇ ਨਾ ਸੁਣਨ ਦਾ ਹੱਕ ਹੈ, ਐਸਾ ਨਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੌਹ ਵਰਨਾਂ ਕੋ ਦੇ ਉਪਦੇਸ਼, ਚੌਹਾਂ ਵਰਨਾਂ ਨੂੰ ਉਪਦੇਸ਼ ਦੇਣ ਵਾਲਾ ਹੋਵੇ, ਸਭ ਨੂੰ ਸਾਂਝਾ ਉਪਦੇਸ਼ ਦੇਣ ਵਾਲਾ ਹੋਵੇ। ਇਹ ਨਹੀਂ ਹੈ ਕਿ ਬ੍ਰਾਹਮਣ ਵਾਸਤੇ ਹੋਰ, ਖੱਤਰੀ ਨੂੰ ਹੋਰ ਕਹੀ ਜਾਵੇ। ਸਭ ਦੇ ਲਈ ਸਾਂਝੀ ਵਾਰਤਾ ਦਾ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਦੇਣਾ ਕਰੇ। ਕਿਉਂਕਿ ਸਤ ਸੰਗਤ ਜੀ, ਜੋ ਸਨਾਤਨ ਮਤ ਹੈ, ਬ੍ਰਾਹਮਣ ਨੂੰ ਕੇਵਲ ਵੇਦਾਂ ਦਾ ਪਾਠ ਕਰਨ ਦਾ ਹੱਕ ਹੈ, ਫਿਰ ਖੱਤਰੀ ਨੂੰ ਸੁਣਨ ਦਾ ਹੱਕ। ਸ਼ੂਦਰ ਤੇ ਵੈਸ ਜੇ ਸੁਣ ਲਵੇ ਜਾਂ ਵੇਦਾਂ ਦਾ ਪਾਠ ਕਰ ਲਵੇ, ਸੁਣਨ ਵਾਲੇ ਦੇ ਕੰਨਾਂ ਵਿੱਚ ਸਿੱਕੇ ਢਾਲ ਕੇ ਪਾ ਦਿੱਤੇ ਜਾਂਦੇ। ਜ਼ੁਬਾਨ ਤੋਂ ਬੋਲਣ ਵਾਲੇ ਦੀ ਜ਼ੁਬਾਨ ਦੇ ਵਿੱਚ ਮੇਖਾਂ ਠੋਕ ਦਿੱਤੀਆਂ ਜਾਂਦੀਆਂ। ਇਸ ਕਰਕੇ ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਚੌਹ ਵਰਨਾਂ ਕੋ ਦੇ ਉਪਦੇਸ਼, ਚੌਹਾਂ ਵਰਨਾਂ ਨੂੰ ਸਾਂਝੀ ਵਾਰਤਾ ਦਾ ਉਪਦੇਸ਼ ਦੇਣ ਵਾਲਾ ਐਸਾ ਵਿਦਵਾਨ ਪੰਡਿਤ ਹੋਵੇ। ਨਾਨਕ ਉਸ ਪੰਡਿਤ ਕਾ ਸਦਾ ਆਦੇਸ਼। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਐਸੇ ਵਿਦਵਾਨ ਪੰਡਿਤ ਪੁਰਖ ਨੂੰ ਸਦਾ ਲਈ ਸਾਡੀ ਆਦੇਸ਼ ਹੈ, ਸਦਾ ਹੀ ਨਮਸਕਾਰ ਹੈ। ਗੁਰਸਿੱਖੋ ਸਦਾ ਹੀ ਸਾਨੂੰ ਨਮਸਕਾਰਾਂ, ਨਮੰ ਨਮੰ ਬਾਰ-ਬਾਰ ਨਮਸਕਾਰਾਂ ਕਰਨੀਆਂ ਚਾਹੀਦੀਆਂ ਹਨ। ਬੀਜ ਮੰਤਰ ਸਰਬ ਕੋ ਗਿਆਨ। ਜੋ ਬੀਜ ਮੰਤਰ ਹੈ ਨਾ, ਇੱਕ ਓੰਕਾਰ, ਇਹ ਸੰਸਾਰ ਭਰ ਦਾ ਹਰ ਪ੍ਰਕਾਰ ਦਾ ਗਿਆਨ ਪ੍ਰਾਪਤ ਕਰਾਉਣ ਵਾਲਾ ਹੈ। ਵਿਸ਼ਵ ਭਰ ਦਾ, ਤਿੰਨਾਂ ਲੋਕਾਂ ਦਾ ਗਿਆਨ, ਤਿੰਨਾਂ ਸਮਿਆਂ ਦਾ ਗਿਆਨ ਬੀਜ ਮੰਤਰ ਕਰਕੇ ਮਹਾਰਾਜ ਕਹਿੰਦੇ ਪ੍ਰਾਪਤ ਹੁੰਦਾ ਹੈ। ਜਿਵੇਂ ਸਾਧ ਸੰਗਤ ਜੀ ਪੰਥ ਦੇ ਵਿੱਚ 5 ਮੰਤਰ ਮੰਨੇ ਜਾਂਦੇ। ਬੀਜ ਮੰਤਰ ਇੱਕ ਓੰਕਾਰ, ਫਿਰ ਗੁਰ ਮੰਤਰ ਹੈ ਵਾਹਿਗੁਰੂ, ਤੀਜਾ ਹੈ ਮਹਾ ਮੰਤਰ, ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ, ਫਿਰ ਚੌਥਾ ਹੈ ਮੂਲ ਮੰਤਰ, ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ, ਪੰਜਵਾਂ ਹੈ ਮਾਲਾ ਮੰਤਰ, ਸੰਪੂਰਨ ਜਪਜੀ ਸਾਹਿਬ ਦਾ ਪਾਠ, ਇਹਨੂੰ ਮਾਲਾ ਮੰਤਰ ਕਿਹਾ ਜਾਂਦਾ ਹੈ। ਇਸ ਪ੍ਰਕਾਰ ਇਹ 5 ਮੰਤਰ ਹਨ। ਤੇ ਮਹਾਰਾਜ ਕਹਿੰਦੇ ਬੀਜ ਮੰਤਰ ਸਰਬ ਕੋ ਗਿਆਨ, ਸਾਰੇ ਗਿਆਨ ਦਾਤਾ ਕੀ ਹੈ ਬੀਜ ਮੰਤਰ ਇੱਕ ਓੰਕਾਰ। ਇਸ ਇੱਕ ਓੰਕਾਰ ਦੀ ਸ਼ਕਤੀ ਕਰਕੇ ਹੀ ਸਾਰੇ ਜੀਵਾਂ ਦਾ ਇਹ ਪ੍ਰਕਾਸ਼ਿਤ ਹੋਣਾ ਕੀਤਾ ਹੈ, ਸਾਰੀ ਸ੍ਰਿਸ਼ਟੀ ਦਾ ਆਕਾਰ ਬਣਿਆ ਹੈ, ਸਭ ਨੂੰ ਬਲ ਪ੍ਰਾਪਤ ਹੋਇਆ ਤਨ ਕਰਕੇ ਮਨ ਕਰਕੇ। ਇਸ ਕਰਕੇ ਹਜੂਰ ਕਹਿੰਦੇ ਸਾਰਾ ਗਿਆਨ ਇਹ ਬੀਜ ਮੰਤਰ ਕਰਕੇ ਹੈ। ਇੱਕ ਓੰਕਾਰ ਦੀ ਸ਼ਕਤੀ ਕਰਕੇ ਸਾਰਾ ਬਲ, ਸਾਰਾ ਗਿਆਨ ਪ੍ਰਾਪਤ ਹੁੰਦਾ ਹੈ। ਚਾਹਵਰ ਨਾਮ ਹੈ ਜਪੈ ਕੋ ਨਾਮ। ਚੌਹਾਂ ਵਰਨਾਂ ਦੇ ਵਿੱਚੋਂ ਕੋਈ ਵੀ ਪਰਮੇਸ਼ਰ ਦਾ ਨਾਮ ਜਪ ਲਵੇ। ਕੋਈ ਗਾਵੇ ਕੋ ਸੁਣੈ ਹਰ ਨਾਮੈ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਮਹਾਰਾਜ ਕਹਿੰਦੇ ਹੋ ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦਾ। ਚੌਹਾਂ ਵਰਨਾਂ ਵਿੱਚੋਂ ਕਿਸੇ ਵੀ ਵਰਨ ਦਾ ਜੀਵ ਵਾਹਿਗੁਰੂ ਦਾ ਨਾਮ ਪਿਆਰ ਦੇ ਵਿੱਚ ਭਿੱਜ ਕੇ ਜਪ ਲਵੇ। ਕੋਈ ਪੜ੍ਹਿਆ ਹੋਵੇ ਚਾਹੇ ਅਨਪੜ੍ਹ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਆਰ ਦੇ ਨਾਲ ਵਾਹਿਗੁਰੂ ਨੂੰ ਗਾ ਲਵੇ, ਸੁਣ ਲਵੇ, ਉਹ ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਜੀ ਦਾ ਬਚਨ ਆਉਂਦਾ ਗੁਰਬਾਣੀ ਅੰਦਰ ਕਿ ਜਿਹੜਾ ਪੜ੍ਹਿਆ ਹੈ ਚਾਹੇ ਅਨਪੜ੍ਹ ਹੈ, ਜੋ ਪ੍ਰਾਣੀ ਗੋਵਿੰਦ ਤੇ ਆਵੈ, ਪੜ੍ਹਿਆ ਅਨਪੜ੍ਹਿਆ ਪਰਮ ਗਤ ਪਾਵੈ। ਭਾਵੇਂ ਬਹੁਤੀ ਵਿਦਿਆ ਪੜ੍ਹਿਆ ਹੋਵੇ ਚਾਹੇ ਅਨਪੜ੍ਹ ਹੋਵੇ, ਇੱਕ ਵੀ ਅੱਖਰ ਨਾ ਪੜ੍ਹਿਆ ਹੋਵੇ, ਪਿਆਰ ਦੇ ਨਾਲ ਮੁਖ ਤੋਂ ਵਾਹਿਗੁਰੂ 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 ਸ਼ਬਦ ਉਚਾਰਨ ਕਰੀ ਜਾਵੇ, ਉਹ ਵੀ ਸੰਸਾਰ ਤੋਂ ਮੁਕਤ ਹੋ ਜਾਂਦਾ ਹੈ। ਐਸੀ ਮਹਾਨ ਵਾਹਿਗੁਰੂ ਦੇ ਨਾਮ ਦੇ ਵਿੱਚ ਸ਼ਕਤੀ ਹੈ। ਜੋ ਜੋ ਜਪੈ ਤਿਸ ਕੀ ਗਤ ਹੋਏ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜੋ ਜੋ ਵਾਹਿਗੁਰੂ ਮੰਤਰ ਦਾ ਜਾਪ ਕਰਦਾ ਉਹਦੀ ਮੁਕਤੀ ਹੋ ਜਾਂਦੀ ਹੈ। ਕਿਸੇ ਵੀ ਮਜ਼ਹਬ ਦਾ, ਕਿਸੇ ਧਰਮ ਦਾ, ਕਿਸੇ ਜਾਤੀ ਦਾ ਜਪ ਲਵੇ, ਪਿਆਰ ਦੇ ਵਿੱਚ ਭਿੱਜ ਕਰਕੇ, ਹਿਰਦੇ ਅੰਦਰ ਸੱਚਾ ਪਿਆਰ ਹੋਵੇ, ਐਵੇਂ ਭੇਖ ਧਾਰੀ ਨਾ ਕਿਤੇ ਬਣ ਜਾਵੇ। ਪਿਆਰ ਦੇ ਨਾਲ ਰੱਬੀ ਜਾਤ ਵਿੱਚ ਜੁੜਨ ਵਾਲਾ ਹੋਵੇ। ਮਹਾਰਾਜ ਸੱਚੇ ਪਾਤਸ਼ਾਹ
ਸਤਿਗੁਰੂ ਜੀ ਕਹਿੰਦੇ ਹਨ ਉਹਦੀ ਗਤੀ ਹੋ ਜਾਵੇਗੀ, ਉਹ ਸੰਸਾਰ ਤੋਂ ਮੁਕਤ ਹੋ ਜਾਵੇਗਾ। ਸਾਧ ਸੰਗ ਪਾਵੈ ਜਨ ਕੋਏ। ਪਰ ਕੋਈ ਵਿਰਲਾ ਹੀ ਹੈ ਜੋ ਮਹਾਰਾਜ ਦੀ ਸਾਧ ਸੰਗਤ ਕਰਕੇ ਪਰਮੇਸ਼ਰ ਦਾ ਨਾਮ ਪ੍ਰਾਪਤ ਕਰਦਾ ਹੈ। ਕਰ ਕਿਰਪਾ ਅੰਤਰ ਉਰ ਧਾਰੈ। ਸਾਧ ਸੰਗ ਪਾਵੈ ਜਨ ਕੋਏ, ਤੇ ਮਹਾਰਾਜ ਕਹਿੰਦੇ ਕੋਈ ਵੀ ਮਹਾਰਾਜ ਦੀ ਸਤ ਸੰਗਤ ਵਿੱਚ ਆ ਕੇ ਨਾਮ ਪ੍ਰਾਪਤ ਕਰ ਸਕਦਾ ਹੈ। ਇਹ ਨਹੀਂ ਕਿ ਕੱਲਾ ਸਿੱਖਾਂ ਨੂੰ ਹੀ ਹੱਕ ਹੈ, ਕੱਲਾ ਸਿੱਖਾਂ ਨੂੰ ਮਹਾਰਾਜ ਨੇ ਉਪਦੇਸ਼ ਦਿੱਤਾ, ਨਹੀਂ, ਸਤਿਗੁਰੂ ਜੀ ਨੇ ਤਾਂ ਸਭ ਨੂੰ ਸਾਂਝਾ ਉਪਦੇਸ਼ ਦਿੱਤਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ। ਕਿਸੇ ਵੀ ਮਜ਼ਹਬ ਦਾ, ਕਿਸੇ ਵਰਣ ਦਾ ਕੋਈ ਵੀ ਜੀਵ ਆ ਜਾਵੇ, ਮਹਾਰਾਜ ਸੱਚੇ ਪਾਤਸ਼ਾਹ ਸਭ ਨੂੰ ਸਾਂਝਾ ਉਪਦੇਸ਼ ਦਿੰਦੇ ਆ। ਇਸ ਕਰਕੇ ਪਾਤਸ਼ਾਹ ਕਹਿੰਦੇ ਸਤ ਸੰਗਤ ਦੇ ਵਿੱਚੋਂ ਕੋਈ ਵੀ ਨਾਮ ਜਪਣ ਦਾ ਉਪਦੇਸ਼ ਲੈ ਸਕਦਾ ਹੈ, ਕਿਸੇ ਵੀ ਵਰਣ ਦਾ ਆ ਕਰਕੇ ਜਪ ਸਕਦਾ ਹੈ। ਪਰ ਹਜੂਰ ਕਹਿੰਦੇ ਕਰ ਕਿਰਪਾ ਅੰਤਰ ਔਰ ਧਾਰੈ। ਜਿਸ ਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਆਪਣੇ ਅੰਤਸ਼ਕਰਨ ਔਰ ਹਿਰਦੇ ਅੰਦਰ ਵਾਹਿਗੁਰੂ ਦਾ ਨਾਮ ਧਾਰਨ ਕਰ ਲੈਂਦਾ ਹੈ। ਪਸ਼ੂ ਪ੍ਰੇਤ ਮੁਗਧ ਪਾਥਰ ਕਉ ਤਾਰੈ। ਪਸ਼ੂ ਨਹੀਂ, ਪਾਸ ਪਾਠ ਹੈ, ਸਸੇ ਔਂਕੜ ਹੈ। ਪਾਸ ਪ੍ਰੇਤ ਮੁਗਧ ਪਾਥਰ ਕਉ ਤਾਰੈ, ਕਿਉਂਕਿ ਪਰਮੇਸ਼ਰ ਦਾ ਨਾਮ ਪਸ਼ੂਆਂ ਨੂੰ ਵੀ ਤਾਰ ਦਿੰਦਾ ਹੈ, ਸੰਸਾਰ ਤੋਂ ਮੁਕਤ ਕਰ ਦਿੰਦਾ ਹੈ, ਪ੍ਰੇਤਾਂ ਦਾ ਵੀ ਉਧਾਰ ਕਰ ਦਿੰਦਾ ਹੈ। ਮੁਗਧ ਜਿਹੜੇ ਬੇਸਮਝ ਮਹਾਮੂਰਖ ਝੱਲੇ ਜੀਵ ਹਨ, ਉਹਨਾਂ ਦਾ ਵੀ ਉਧਾਰ ਕਰ ਦੇਣ ਵਾਲਾ ਪਰਮੇਸ਼ਰ ਦਾ ਨਾਮ ਹੈ। ਪਾਸ ਪ੍ਰੇਤ ਮੁਗਧ ਪਾਥਰ, ਪੱਥਰਾਂ ਨੂੰ ਵੀ ਤਾਰ ਦਿੰਦਾ ਹੈ। ਜਿਵੇਂ ਸ਼੍ਰੀ ਰਾਮਚੰਦਰ ਜੀ ਨੇ ਪੱਥਰਾਂ ਤੇ ਰਾਮ ਦਾ ਨਾਮ ਲਿਖ ਕੇ ਤਾਰੇ ਸੀ ਨਾ, ਜਦੋਂ ਲੰਕਾ ਵਿੱਚ ਪਹੁੰਚਣਾ ਸੀ ਰਾਵਣ ਨੂੰ ਮਾਰਨ ਦੇ ਲਈ, ਪੱਥਰ ਵੀ ਤਰ ਗਏ ਸਨ। ਔਰ ਇਸ ਪ੍ਰਕਾਰ ਸਾਧ ਸੰਗਤ ਜੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਪ੍ਰੇਰਤਾ ਉਧਾਰ ਕੀਤਾ ਸੀ। ਜਦੋਂ ਦਿੱਲੀ ਵਿੱਚ ਮਹਾਰਾਜ ਜੋ ਆਪਣੇ ਸੀਸ ਦਾ ਬਲੀਦਾਨ ਦੇਣ ਵਾਸਤੇ ਗਏ ਸਨ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਜਿਹੜੇ ਵੱਡੇ ਵੱਡੇ ਬੇਸਮਝ ਮੁਗਧ ਜੀਵ ਵੀ ਹਨ, ਉਹਨਾਂ ਦਾ ਵੀ ਨਾਮ ਜਪਣ ਕਰਕੇ ਪਾਰ ਉਤਾਰਾ ਹੋ ਜਾਂਦਾ ਹੈ। ਜਿਵੇਂ ਪਾਣਨੀ ਰਿਸ਼ੀ ਦਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਉਧਾਰ ਕੀਤਾ ਸੀ ਕਾਂਸ਼ੀ ਵਿੱਚ ਜਾ ਕੇ, ਜੋ ਪ੍ਰੇਰ ਦੀ ਜੂਨ ਵਿੱਚ ਪਿਆ ਹੋਇਆ ਸੀ। ਬੇਨਤੀ ਕੀਤੀ ਸੀ, ਮਹਾਰਾਜ ਆਪ ਨੇ ਕਿਰਪਾ ਕਰਕੇ ਮੇਰਾ ਹੁਣ ਉਧਾਰ ਕਰ ਦਿੱਤਾ ਹੈ। हे ਮਹਾਰਾਜ ਸੱਚੇ ਪਾਤਸ਼ਾਹ, ਨਹੀਂ ਤਾਂ ਮੇਰੀ ਇਸ ਮੰਦਿਰ ਦੇ ਵਿੱਚ ਹੀ ਮਹਾਰਾਜ ਜਿਹੜੀ ਜੋ ਭਟਕਣਾ ਸੀ ਬਣੀ ਹੋਈ ਸੀ ਪ੍ਰੇਰ ਦੀ ਜੂਨ ਦੇ ਵਿੱਚ ਪੈਣੇ ਕਰਕੇ, ਕਿਉਂਕਿ ਜਿਹਦਾ ਮਨ ਅੰਧ ਸਮੇਂ ਮਹਿਲ ਮਾੜੀਆਂ ਮੰਦਰਾਂ ਵਿੱਚ ਲੱਗਾ ਰਹਿੰਦਾ, ਮਹਾਰਾਜ ਕਹਿੰਦੇ ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੂਨ ਵਲ ਵਲ ਅਵਤਰੈ। ਉਹ ਪ੍ਰੇਤਾਂ ਦੀ ਜੂਨਾਂ ਵਿੱਚ ਬਾਰ-ਬਾਰ ਪੈਂਦਾ ਹੈ, ਬਾਰ-ਬਾਰ, ਤੇ ਪ੍ਰੇਤ ਦੀ ਜੂਨ ਬਹੁਤ ਲੰਬੀ ਹੁੰਦੀ ਹੈ, ਬਹੁਤ ਲੰਬੀ, ਤੇ ਇੱਕ ਵਾਰ ਨਹੀਂ, ਪਤਾ ਨਹੀਂ ਕਿੰਨੇ ਕੁ ਵਾਰ ਬਾਰ-ਬਾਰ ਪ੍ਰੇਤਾਂ ਦੀ ਜੂਨਾਂ ਵਿੱਚ ਹੀ ਪੈਣਾ ਪੈਂਦਾ। ਤੇ ਉਹ ਪਾੜਨੀ ਜਿਹੜਾ ਰਿਸ਼ੀ ਸੀ ਕਹਿਣ ਲੱਗਾ, ਮਹਾਰਾਜ ਮੇਰਾ ਧਿਆਨ ਇਸ ਮੰਦਿਰ ਦੇ ਵਿੱਚ ਹੀ ਲੱਗਾ ਰਿਹਾ ਕਿ ਇਹਨੂੰ ਕੌਣ ਸਾਂਭੇਗਾ, ਇਸ ਕਰਕੇ ਪ੍ਰੇਤ ਬਣ ਗਿਆ। ਮਹਾਰਾਜ ਆਪ ਨੇ ਕਿਰਪਾ ਕਰਕੇ ਹੁਣ ਮੇਰਾ ਉਧਾਰ ਕਰ ਦਿੱਤਾ ਹੈ। ਇਸ ਪ੍ਰਕਾਰ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਪਾਸ ਪ੍ਰੇਤ ਮੁਗਧ ਪਾਥਰ ਕੋ ਤਾਰੈ, ਪਸ਼ੂਆਂ ਦਾ ਵੀ ਉਧਾਰ ਕਰ ਦਿੰਦੇ ਹੈ। ਮਹਾਰਾਜ ਸਾਹਿਬ ਜੀ ਦਾ ਐਸਾ ਮਹਾਨ ਇਹ ਵੱਡਾ ਤੇ ਪਰਮ ਬਿਰਦ ਹੈ। ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੈ। ਮਹਾਰਾਜ ਆਪ ਜੀ ਦਾ ਪੱਥਰਾਂ ਨੂੰ, ਪਸ਼ੂਆਂ ਨੂੰ, ਪ੍ਰੇਤਾਂ ਨੂੰ ਸਭ ਨੂੰ ਉਤਾਰਨ ਵਾਲੇ ਹੋ। ਕਿੰਨੀਆਂ ਮਹਾਰਾਜ ਬੇਅੰਤ ਆਪ ਜੀ ਦੀਆਂ ਵਡਿਆਈਆਂ, ਇਹ ਸਭ ਵਾਹਿਗੁਰੂ ਦੇ ਨਾਮ ਦੀ ਵਡਿਆਈ ਹੈ। ਸਰਬ ਰੋਗ ਕਾ ਔਖਦ ਨਾਮ। ਹਜੂਰ ਕਹਿੰਦੇ ਸਭ ਰੋਗਾਂ ਦੀ ਔਖਦੀ ਪਰਮੇਸ਼ਰ ਦਾ ਨਾਮ ਹੈ, ਸਭ ਤੋਂ ਸ਼੍ਰੋਮਣੀ। ਜਿੱਥੇ ਮਨ ਦੇ ਰੋਗ ਦੂਰ ਕਰਦੇ ਨੇ ਪਰਮੇਸ਼ਰ ਦਾ ਨਾਮ, ਉੱਥੇ ਤਨ ਦੇ ਰੋਗਾਂ ਨੂੰ ਵੀ ਦੂਰ ਕਰ ਦਿੰਦਾ ਹੈ। ਐਸੀ ਮਹਾਨ ਵਾਹਿਗੁਰੂ ਦੇ ਨਾਮ ਦੀ ਇਹ ਦੁਆ ਹੈ। ਕਲਿਆਣ ਰੂਪ ਮੰਗਲ ਗੁਣ ਗਾਮ। ਉਹ ਜੀਵ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਕਲਿਆਣ ਰੂਪ ਹੋ ਜਾਂਦਾ ਹੈ, ਮੁਕਤ ਸਰੂਪ ਦੇ ਵਿੱਚ ਅਭੇਦ ਹੋ ਜਾਂਦਾ ਹੈ। ਗੁਣ ਗਾਮ ਜੋ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਪਿਆਰ ਵਿੱਚ ਭਿੱਜ ਕੇ ਰੱਬੀ ਗੁਣਾਂ ਨੂੰ ਯਾਦ ਕਰਦਾ ਹੈ। ਕਾਹੂ ਜੁਗਤ ਕਿਤੈ ਨਾ ਪਾਈਐ ਧਰਮ। ਪਰ ਮਹਾਰਾਜ ਕਹਿੰਦੇ ਇਹ ਪਰਮੇਸ਼ਰ ਦਾ ਨਾਮ ਕਾਹੂ ਜੁਗਤ ਕਿਸੇ ਜੁਗਤੀਆਂ ਕਰਕੇ ਨਹੀਂ ਪ੍ਰਾਪਤ ਹੁੰਦਾ। ਜੇ ਕਹੇ ਕਿ ਕਿਸੇ ਸੰਸਾਰ ਤੋਂ ਮੈਂ ਕਿਸੇ ਕੋਲੋਂ ਜੁਗਤੀ ਲੈ ਲਵਾਂ, ਨਾ, ਇਹ ਮਹਾਰਾਜ ਜੀ ਦੀ ਸ਼ਰਨ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ।
ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਹੀ ਮਹਾਰਾਜ ਤੋਂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਨਾ ਕਿਸੇ ਭੇਖ ਦਾ ਧਰਮ ਦਾ, ਕੋਈ ਭੇਖ ਦਾ ਧਰਮ ਧਾਰਨ ਕਰ ਲਵੇ ਤਾਂ ਵੀ ਨਹੀਂ ਪਰਮੇਸ਼ਰ ਦਾ ਨਾਮ ਮਿਲਦਾ। ਕਾਹੂ ਜੁਗਤ ਕਿਤੇ ਨਾ ਪਾਈਐ ਧਰਮ। ਮਹਾਰਾਜ ਕਹਿੰਦੇ ਕਿਸੇ ਸੰਸਾਰ ਦੇ ਕੋਨੇ ਤੇ ਕਿਸੇ ਵੀ ਥਾਂ ਤੇ ਚਲਿਆ ਜਾ, ਪਰ ਪੂਰੇ ਸਤਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਜਿੰਨੇ ਮਰਜ਼ੀ ਭੇਖ ਬਣਾ ਲੈ, ਜਿੰਨੇ ਮਰਜ਼ੀ ਯੁਗਤੀਆਂ ਕਰ ਕਰਕੇ ਦੇਖ ਲੈ, ਪਰ ਵਾਹਿਗੁਰੂ ਦਾ ਨਾਮ ਪੂਰੇ ਸਤਿਗੁਰੂ ਬਾਝੋਂ ਕਿਤੇੋਂ ਨਹੀਂ ਪ੍ਰਾਪਤ ਹੋਣ ਵਾਲਾ। ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉਸੇ ਨੂੰ ਹਿਰਦੇ ਕਰਕੇ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਜਿਸ ਨੂੰ ਧੁਰੋਂ ਹੀ ਪ੍ਰਮਾਤਮਾ ਨੇ ਮਸਤਕ ਦਾ ਲੇਖ ਲਿਖ ਕਰਕੇ ਬਖਸ਼ੀ ਹੈ। ਵਾਹਿਗੁਰੂ ਨੇ ਧੁਰੋਂ ਜੀ ਦੇ ਮਸਤਕ ਦੇ ਨਾਮ ਦੀ ਦਾਤ ਲਿਖੀ ਹੈ, ਗੁਰੂ ਚਰਨਾਂ ਵਿੱਚ ਆ ਕੇ ਪ੍ਰਾਪਤ ਕਰ ਲੈਂਦਾ ਹੈ। ਜਿਸ ਕਾ ਮਨ ਪਾਰ ਬ੍ਰਹਮ ਕਾ ਨਿਵਾਸ। ਹਜੂਰ ਕਹਿੰਦੇ ਜਿਸ ਦੇ ਮਨ ਵਿੱਚ ਪਾਪਾਂ ਪੁੰਨਾਂ ਤੋਂ ਪਰੇ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਦਾ ਨਿਵਾਸ ਹੋ ਗਿਆ ਹੈ। ਤਿਸ ਕਾ ਨਾਮ ਸਤ ਰਾਮਦਾਸ। ਜਾਣੋ ਕਿ ਉਹਦਾ ਨਾਮ ਰਾਮ ਦਾ ਦਾਸ ਹੈ, ਪਰਮੇਸ਼ਰ ਦਾ ਸੇਵਕ ਉਹਦਾ ਨਾਮ ਪਾ ਗਿਆ ਹੈ। ਜਾਣੋ ਉਹਦਾ ਨਾਮ ਪਰਮੇਸ਼ਰ ਦਾ ਸੇਵਕ ਹੈ, ਰਾਮਦਾਸ। ਮੁੱਖ ਪਾਠ ਰਾਮਦਾਸ ਹੈ, ਇਹ ਦੂਜਾ ਪਾਠ ਰਾਮਦਾਸ ਇਕੱਠਾ ਹੈ। ਮਹਾਰਾਜ ਸਤਿਗੁਰੂ ਜੀ ਨੇ ਉਚਾਰਨ ਕੀਤਾ, ਉਸ ਦਾ ਅਸਲ ਦੇ ਵਿੱਚ ਪਰਮੇਸ਼ਰ ਦਾ ਪਿਆਰਾ ਸੱਚਾ ਤੇ ਅਕਾਲ ਪੁਰਖ ਵਾਹਿਗੁਰੂ ਦਾ ਸੇਵਕ ਨਾਮ ਹੈ। ਜਿਸ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਗਿਆ ਹੈ ਉਹ ਅਸਲ ਪਰਮਾਤਮਾ ਦਾ ਸੇਵਕ ਹੈ, ਜੋ ਮਨ ਰੂਪ ਹੱਥਾਂ ਦੇ ਨਾਲ ਪਰਮੇਸ਼ਰ ਦਾ ਭਜਨ ਰੂਪੀ ਟਹਿਲ ਕਰਦਾ ਰਹਿੰਦਾ ਹੈ। ਆਤਮ ਰਾਮ ਤਿਸ ਨਦਰੀ ਆਇਆ। ਆਤਮਾ ਦੇ ਵਿੱਚ ਰਮਿਆ ਹੋਇਆ ਪਰਮਾਤਮਾ ਤਿੰਨਾਂ ਨੂੰ ਨਜ਼ਰ ਆਇਆ ਹੈ, ਤਿੰਨਾਂ ਨੂੰ ਸਾਖਸ਼ਾਤ ਰੂਪ ਦੇ ਵਿੱਚ ਦਿਸਿਆ ਹੈ। ਦਾਸ ਦਸੰਤਨ ਪਾਏ ਤਿਨ ਪਾਇਆ। ਜਿਨ੍ਹਾਂ ਨੇ ਦਾਸਾਂ ਦੇ ਦਾਸ ਬਣਨਾ ਕੀਤਾ, ਨਿਮਰਤਾਵਾਨ ਹੋ ਕੇ ਜੀਵਨ ਨਿਰਵਾਹ ਕਰਦੇ, ਪਰਮਾਤਮਾ ਦੇ ਭਾਣੇ ਵਿੱਚ ਰਹਿੰਦੇ ਹਨ। ਮਹਾਰਾਜ ਕਹਿੰਦੇ ਉਹਨਾਂ ਨੂੰ ਹਿਰਦੇ ਕਰਕੇ ਪਰਮਾਤਮਾ ਨਜ਼ਰ ਆਇਆ। ਦਾਸ ਦਸੰਤਨ ਪਾਏ ਤਿਨ ਪਾਇਆ, ਤੇ ਜਿਨ੍ਹਾਂ ਨੂੰ ਨਜ਼ਰ ਆਇਆ ਪਾਇਆ ਵੀ ਉਹਨਾਂ ਨੇ ਹੀ ਹੈ। ਸਾਧ ਸੰਗਤ ਜੀ, ਮਨਮੁਖ ਬੰਦਾ ਤਾਂ ਰੱਬ ਤੇ ਸ਼ੱਕ ਕਰਦਾ, ਕਹਿੰਦਾ ਕਿ ਰੱਬ ਹੈ ਹੀ ਨਹੀਂ ਹੈ, ਪਰ ਜਿਨ੍ਹਾਂ ਨੂੰ ਦਿਸਦਾ ਹੈ ਨਾ, ਮਹਾਰਾਜ ਕਹਿੰਦੇ ਹਨ ਅਸਲ ਵਿੱਚ ਪਾਇਆ ਵੀ ਉਹਨਾਂ ਨੇ ਹੀ ਹੈ। ਨਿਸ਼ਚੈ ਕਰਕੇ ਜਾਣਿਆ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਅੰਦਰ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰ ਰਿਹਾ ਹੈ। ਸਦਾ ਨਿਕਟ ਨਿਕਟ ਹਰ ਜਾਨ। ਐ ਪ੍ਰਾਣ ਧਾਰੀ ਜੀਵ ਸਦਾ ਲਈ ਸਦੀਵੀ ਕਾਲ ਲਈ ਵਾਹਿਗੁਰੂ ਨੂੰ ਨੇੜੇ ਤੋਂ ਨੇੜੇ ਜਾਣ ਕਿ ਪ੍ਰਮਾਤਮਾ ਮੇਰੇ ਹੱਥਾਂ ਪੈਰਾਂ ਇੰਦਰੀਆਂ ਤੋਂ ਵੀ ਨਜ਼ਦੀਕ ਵਸਦਾ ਹੈ। ਸੋ ਦਾਸ ਦਰਗਹਿ ਪਰਵਾਨ। ਐਸਾ ਵਾਹਿਗੁਰੂ ਦਾ ਪਿਆਰਾ ਪਰਮੇਸ਼ਰ ਦਾ ਸੱਚਾ ਸੇਵਕ ਪਰਮਾਤਮਾ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ, ਜੋ ਪਰਮਾਤਮਾ ਨੂੰ ਨੇੜੇ ਤੋਂ ਨੇੜੇ ਜਾਣਦਾ ਹੈ। ਪਰਮਾਤਮਾ ਹਰ ਸਮੇਂ ਮੇਰੀ ਹਰ ਇੱਕ ਹਰਕਤ ਨੂੰ ਦੇਖਦਾ ਹੈ, ਹਰ ਸਮੇਂ ਮੈਨੂੰ ਦੇਖ ਰਿਹਾ, ਹਰ ਸਮੇਂ ਮੈਨੂੰ ਸੁਣ ਰਿਹਾ ਹੈ। ਮਹਾਰਾਜ ਕਹਿੰਦੇ ਐਸਾ ਵਾਹਿਗੁਰੂ ਦਾ ਪਿਆਰਾ ਦਾਸ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਹੋ ਜਾਂਦਾ ਹੈ। ਆਪਣੇ ਦਾਸ ਕੋ ਆਪ ਕਿਰਪਾ ਕਰੈ। ਅਕਾਲ ਪੁਰਖ ਵਾਹਿਗੁਰੂ ਆਪ ਜਿਸ ਜੀਵ ਤੇ ਕਿਰਪਾ ਕਰ ਦਿੰਦਾ, ਆਪਣਾ ਦਾਸ ਬਣਾ ਕੇ, ਮਹਾਰਾਜ ਕਹਿੰਦੇ ਜਿਸ ਨੂੰ ਆਪਣਾ ਸੇਵਕ ਬਣਾਉਣਾ ਚਾਹੇ, ਆਪਣਾ ਦਾਸ ਚਾਕਰ ਬਣਾਉਣਾ ਚਾਹੇ, ਪਰਮਾਤਮਾ ਆਪ ਜਿਸ ਜੀਵ ਤੇ ਕਿਰਪਾ ਕਰ ਦਿੰਦਾ ਹੈ। ਤਿਸ ਦਾਸ ਕੋ ਸਭ ਸੋਝੀ ਭਰੈ। ਉਸ ਵਾਹਿਗੁਰੂ ਦੇ ਪਿਆਰੇ ਚਾਕਰ ਨੂੰ ਸਭ ਥਾਵਾਂ ਦੀ ਸੋਝੀ ਗਿਆਤ ਪ੍ਰਾਪਤ ਹੋ ਜਾਂਦੀ ਹੈ। ਸੱਚ ਤੇ ਝੂਠ ਦੀ ਪਹਿਚਾਣ ਹੋ ਜਾਂਦੀ ਹੈ ਕਿ ਸੱਚਾ ਪਰਮੇਸ਼ਰ ਦਾ ਨਾਮ ਹੀ ਹੈ। ਸਭ ਕੁਝ ਸੰਸਾਰ ਦੇ ਅੰਦਰ ਨਾਸ਼ਵਾਨ ਹੈ। ਸੱਚਾ ਪ੍ਰੇਮ ਕੇਵਲ ਵਾਹਿਗੁਰੂ ਦੇ ਚਰਨਾਂ ਦਾ ਹੈ। ਦੁਨੀਆ ਦੀ ਪ੍ਰੀਤ ਸਭ ਝੂਠੀ ਹੈ। ਜਿਸ ਤੇ ਪਰਮਾਤਮਾ ਕਿਰਪਾ ਕਰ ਦਿੰਦਾ ਉਹ ਫਿਰ ਨਿਸ਼ਚੈ ਕਰਕੇ ਜਾਣ ਲੈਂਦਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਉਹ ਫਿਰ ਨਿਸ਼ਚੈ ਕਰਕੇ ਜਾਣ ਲੈਂਦਾ ਹੈ। ਪਰਮਾਤਮਾ ਜਿਸ ਜੀਵ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖ ਦਿੰਦਾ, ਪਰਮਾਤਮਾ ਆਪ ਜਿਸ ਜੀਵ ਨੂੰ ਕਿਰਪਾ ਕਰਕੇ ਸੋਝੀ ਬਖਸ਼ਦਾ ਹੈ।
ਸਗਲ ਸੰਗ ਆਤਮ ਉਦਾਸ। ਹਜੂਰ ਕਹਿੰਦੇ ਉਹ ਵਾਹਿਗੁਰੂ ਦਾ ਪਿਆਰਾ ਦਾਸ ਸਭ ਦੇ ਸੰਗ ਨਾਲ ਰਹਿੰਦਾ ਹੋਇਆ ਵੀ ਆਤਮਾ ਕਰਕੇ ਮਨ ਕਰਕੇ ਉਪਰਾਮ ਰਹਿੰਦਾ ਹੈ। ਉਦਾਸ ਕਹਿੰਦੇ ਨੇ ਉਪਰਾਮ ਨੂੰ, ਉਦਾਸ ਕਹਿੰਦੇ ਨੇ ਵੱਖਰੇ ਨੂੰ। ਭਾਵ ਤਨ ਕਰਕੇ ਭਾਵੇਂ ਸੰਸਾਰ ਦੇ ਅੰਦਰ ਵਿਚਰਦਾ ਪਰ ਮਨ ਕਰਕੇ ਤਿਨਾਂ ਤੋਂ ਪਰੇ ਰਹਿੰਦਾ, ਅਸੰਗ ਰਹਿੰਦਾ, ਨਿਰਲੇਪ ਰਹਿੰਦਾ ਹੈ। ਮਨ ਕਰਕੇ ਵਾਹਿਗੁਰੂ ਦੇ ਚਰਨਾਂ ਵਿੱਚ ਚਿਰਦੀ ਬਿਰਤੀ ਕਰਕੇ ਪਰਮਾਤਮਾ ਵਿੱਚ ਜੁੜਿਆ ਰਹਿੰਦਾ ਹੈ। ਐਸੀ ਜੁਗਤ ਨਾਨਕ ਰਾਮਦਾਸ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਐਸੀ ਜੁਗਤੀ ਵਾਹਿਗੁਰੂ ਦੇ ਦਾਸ ਨੂੰ ਪ੍ਰਾਪਤ ਹੋਈ ਹੈ, ਉਹ ਅਸਲ ਰਾਮਦਾਸੀਆ ਹੈ। ਐਵੇਂ ਪੈਰਾਂ ਵਿੱਚ ਝਾਂਜਰਾਂ ਪਾ ਕੇ ਛਣਕਾਉਣ ਵਾਲਾ ਨਹੀਂ ਰਾਮਦਾਸੀਆ ਹੋ ਸਕਦਾ। ਮਹਾਰਾਜ ਕਹਿੰਦੇ ਉਹ ਅਸਲ ਪਰਮੇਸ਼ਰ ਦਾ ਸੇਵਕ ਹੈ, ਉਹ ਦਾਸ ਹੈ ਜਿਸ ਨੂੰ ਐਸੀ ਜੁਗਤੀ ਪ੍ਰਾਪਤ ਹੋ ਗਈ ਹੈ। ਪ੍ਰਭ ਕੀ ਆਗਿਆ ਆਤਮ ਹਿਤਾਵੈ। ਪਰਮਾਤਮਾ ਦੀ ਜੋ ਆਗਿਆ ਹੈ, ਪਰਮੇਸ਼ਰ ਦਾ ਭਾਣਾ, ਉਹਨੂੰ ਮਨ ਕਰਕੇ ਹਿਤਾਵੈ, ਪ੍ਰੇਮ ਕਰਨਾ ਕਰੇ। ਜੀਵਨ ਵਿੱਚ ਦੁੱਖ ਮਿਲਿਆ, ਸੁੱਖ ਮਿਲਿਆ, ਪਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨੇ, ਵਾਹਿਗੁਰੂ ਦੇ ਭਾਣੇ ਦੇ ਨਾਲ ਹਰ ਸਮੇਂ ਪਿਆਰ ਕਰਨਾ ਕਰੇ। ਮਹਾਰਾਜ ਸਾਹਿਬ ਜੀ ਦੀ ਜੋ ਆਗਿਆ ਹੈ ਉਹਦੇ ਨਾਲ ਪ੍ਰੇਮ ਕਰੇ, ਗੁਰੂ ਕੇ ਬਚਨਾਂ ਨੂੰ ਸਤ ਕਰਕੇ ਮੰਨੇ। ਤੇ ਸਤ ਕਰਕੇ ਉੱਥੇ ਮੰਨਿਆ ਜਾਂਦਾ ਜਿੱਥੇ ਪਿਆਰ ਤੇ ਪੂਰਨ ਵਿਸ਼ਵਾਸ ਹੋਵੇ। ਮਹਾਰਾਜ ਹਜੂਰ ਕਹਿੰਦੇ ਹਨ ਪ੍ਰਭ ਕੀ ਆਗਿਆ ਆਤਮ ਹਿਤਾਵੈ। ਤੇ ਅਸਲ ਦੇ ਵਿੱਚ ਕੌਣ ਵਾਹਿਗੁਰੂ ਦੇ ਭਾਣੇ ਨੂੰ ਸਤ ਕਰਕੇ ਮੰਨਦਾ? ਜਿਹਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਨਾਲ ਪਿਆਰ ਹੈ, ਜਿਸ ਹਿਰਦੇ ਅੰਦਰ ਸੱਚਾ ਪ੍ਰੇਮ ਲੱਗਾ ਹੈ। ਜੀਵਨ ਮੁਕਤ ਸੋ ਕਹਾਵੈ। ਜੀਵਨ ਮੁਕਤ ਜੀਵ ਵੀ ਉਹੋ ਹੀ ਅਖਵਾਵਣਾ ਕਰਦਾ, ਉਹੋ ਹੀ ਕਹਾ ਸਕਦਾ ਜਿਹੜਾ ਪਰਮਾਤਮਾ ਦੇ ਭਾਣੇ ਦੇ ਨਾਲ ਪਿਆਰ ਕਰਦਾ ਹੈ। ਜ਼ਿੰਦਗੀ ਵਿੱਚ ਔਕੜਾਂ ਵਿੱਚ, ਦੁੱਖਾਂ ਸੁੱਖਾਂ ਵਿੱਚ ਸਮ ਬਿਰਤੀ ਰੱਖ ਕੇ ਪਰਮਾਤਮਾ ਦਾ ਚਿੰਤਨ ਕਰਦਾ ਰਹਿੰਦਾ। ਜੀਵਨ ਮੁਕਤ ਸੋ ਕਹਾਵੈ। ਜਾਣੋ ਕਿ ਉਹ ਜੀਵਨ ਮੁਕਤ ਹੈ। ਜਾਣੋ ਉਹਨੂੰ ਜ਼ਿੰਦਗੀ ਦਾ ਕੋਈ ਵੀ ਮਾਇਆ ਦਾ ਕੋਈ ਰੁਕਾਵਟ, ਕੋਈ ਬੰਧਨ ਨਹੀਂ ਵਿਆਪ ਸਕਦਾ, ਆਪਣੇ ਅਧੀਨ ਨਹੀਂ ਬਣਾ ਸਕਦਾ। ਤੈਸਾ ਹਰਖ ਤੈਸਾ ਉਸ ਸੋਗ। ਜੋ ਰੱਬੀ ਭਾਣੇ ਨੂੰ ਸਤ ਕਰਕੇ ਮੰਨਦਾ ਹੈ, ਪਰਮੇਸ਼ਰ ਦੇ ਭਾਣੇ ਦੇ ਨਾਲ ਪਿਆਰ ਕਰਦਾ ਹੈ, ਮਹਾਰਾਜ ਕਹਿੰਦੇ ਉਹਦੇ ਜੀਵਨ ਦੇ ਵਿੱਚ ਖੁਸ਼ੀ ਤੇ ਗਮੀ ਇੱਕੋ ਸਮਾਨ ਹੈ। ਤੈਸਾ ਹਰਖ ਤੈਸਾ ਉਸ ਸੋਗ। ਜੇ ਪਦਾਰਥ ਆ ਗਏ ਤੇ ਖੁਸ਼ ਨਹੀਂ ਹੁੰਦੇ ਜੋ ਰੱਬੀ ਭਾਣੇ ਨੂੰ ਸਤ ਕਰਕੇ ਮੰਨਦੇ ਹਨ। ਜੇ ਪਦਾਰਥ ਚਲੇ ਜਾਣ, ਖੁਸ਼ ਜਾਣ, ਤੇ ਮਹਾਰਾਜ ਕਹਿੰਦੇ ਕੋਈ ਗਮੀ ਵੀ ਨਹੀਂ ਹੈ, ਇੱਕੋ ਜਿਹਾ ਸੁਭਾਅ ਰੱਖਦੇ ਐ। ਸਦਾ ਆਨੰਦ ਤਹਿ ਨਹੀਂ ਵਿਯੋਗ। ਸਦਾ ਹੀ ਹਿਰਦੇ ਅੰਦਰ ਵਾਹਿਗੁਰੂ ਦੇ ਪਰਮੇਸ਼ਰ ਦੇ ਨਾਮ ਦਾ ਆਨੰਦ ਬਣਿਆ ਰਹਿੰਦਾ। ਕਦੇ ਵੀ ਤਿੰਨਾਂ ਗੁਰਮੁਖਾਂ ਦਾ, ਜੀਵਨ ਮੁਕਤਾਂ ਦਾ, ਰੱਬੀ ਭਾਣੇ ਵਿੱਚ ਚੱਲਣ ਵਾਲਿਆਂ ਦਾ ਪਰਮਾਤਮਾ ਤੋਂ ਵਿਛੋੜਾ ਨਹੀਂ ਹੁੰਦਾ। ਜੀਵਨ ਕਾਲ ਦੌਰਾਨ ਵੀ ਉਹ ਚਿਰ ਦੀ ਬਿਰਤੀ ਕਰਕੇ ਪਰਮਾਤਮਾ ਤੋਂ ਵਿਛੜਦੇ ਨਹੀਂ, ਅਲੈਹਦਾ ਨਹੀਂ ਹੁੰਦੇ। ਤੈਸਾ ਸਵਰਨ ਤੈਸੀ ਉਸ ਮਾਟੀ। ਐਸੇ ਪਰਮੇਸ਼ਰ ਦੇ ਪਿਆਰੇ ਦੀਆਂ ਨਜ਼ਰਾਂ ਵਿੱਚ ਸਵਰਨ, ਮਹਾਰਾਜ ਕਹਿੰਦੇ ਸੋਨਾ ਵੀ ਇੱਕੋ ਜਿਹਾ ਤੇ ਮਿੱਟੀ ਵੀ ਇੱਕੋ ਬਰਾਬਰ ਹੈ। ਤੈਸਾ ਸਵਰਨ ਤੈਸੀ ਉਸ ਮਾਟੀ। ਭਾਵੇਂ ਕੋਈ ਸੋਨੇ ਦੀ ਭੇਟ ਕਰ ਦੇਵੇ, ਚਾਹੇ ਮਿੱਟੀ ਦਾ ਭਾਂਡਾ ਬਣਾ ਕੇ ਭੇਟ ਕਰ ਦੇਵੇ, ਉਹਦੀਆਂ ਨਜ਼ਰਾਂ ਵਿੱਚ ਇੱਕੋ ਜਿਹਾ ਹੈ। ਨਾ ਸੋਨੇ ਨਾਲ ਨਾ ਮਿੱਟੀ ਦੇ ਨਾਲ ਪਿਆਰ ਹੈ, ਇਉਂ ਸਮ ਦ੍ਰਿਸ਼ਟੀ ਦੇ ਨਾਲ ਦੇਖਣਾ ਕਰਦਾ ਹੈ। ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਮਹਾਰਾਜ ਕਹਿੰਦੇ ਭਾਵੇਂ ਦੇਵਤਿਆਂ ਤੋਂ ਮੰਗ ਕੇ ਅੰਮ੍ਰਿਤ ਲੈ ਆਵੇ, ਕੋਈ ਅੰਮ੍ਰਿਤ ਦਾ ਪਿਆਲਾ ਪਿਆਲ ਦੇਵੇ ਤੇ ਫਿਰ ਵੀ ਇੱਕੋ ਜਿਹਾ ਸੁਭਾਅ ਹੈ। ਕੋਈ ਬਿਖ ਜ਼ਹਿਰ ਲਿਆ ਕੇ ਦੇ ਦੇਵੇ ਫਿਰ ਵੀ ਕੋਈ ਤਿੰਨਾਂ ਨੂੰ ਫਰਕ ਨਹੀਂ ਪੈਂਦਾ। ਜਿਵੇਂ ਹੋਤੀ ਮਰਦਾਨ ਵਾਲੇ ਮਹਾਂਪੁਰਖ ਸੰਤ ਬਾਬਾ ਆਇਆ ਸਿੰਘ ਜੀ, ਤਿੰਨਾਂ ਦਾ ਸਾਧ ਸੰਗਤ ਜੀ ਕੋਈ ਸੇਵਕ ਸੀਗਾ। ਉਹਦੇ ਮਨ ਦੇ ਵਿੱਚ ਇੱਛਾ ਸੀ ਕਿ ਇਹਨਾਂ ਮਹਾਂਪੁਰਖਾਂ ਨੂੰ ਮਾਰ ਕੇ ਤੇ ਇਹਨਾਂ ਦੀ ਜਿਹੜੀ ਗੱਦੀ ਹੈ ਮੈਂ ਸੰਭ ਲਵਾਂਗਾ, ਇਹਨਾਂ ਵਾਲੀ ਜ਼ਿੰਮੇਵਾਰੀ ਮੈਨੂੰ ਮਿਲ ਜਾਵੇ। ਲੋਕ ਬੜੀ ਪੂਜਾ ਕਰਦੇ ਐ, ਮੈਂ ਇਹਨਾਂ ਵਾਲੀ ਗੱਦੀ ਤੇ ਬੈਠਾਂਗਾ ਤੇ ਲੋਕ ਮੇਰੀ ਪੂਜਾ ਕਰਿਆ ਕਰਨਗੇ, ਬਹੁਤੇ ਧਨ ਪਦਾਰਥ ਮੇਰੇ ਕੋਲ ਚੜਾਇਆ ਕਰਨਗੇ। ਸਾਧ ਸੰਗਤ ਜੀ ਮਨ ਵਿੱਚ ਕਪਟ ਕਰਕੇ ਦੁੱਧ ਦੇ ਵਿੱਚ ਜ਼ਹਿਰ ਪਾ ਕੇ ਲੈ ਆਇਆ ਤੇ ਮਹਾਂਪੁਰਖ ਸੰਤ ਬਾਬਾ ਆਇਆ ਸਿੰਘ ਜੀ ਨੂੰ ਲਿਆ ਕੇ ਜਦੋਂ ਕਹਿੰਦਾ ਮਹਾਂਪੁਰਖੋ ਮੇਰੀ ਇੱਛਾ ਮੈਂ ਆਪਣੇ ਹੱਥੀਂ ਤੁਹਾਨੂੰ ਦੁੱਧ ਛਕਾਵਾਂ, ਤੇ ਮਹਾਂਪੁਰਖ ਹੱਸ ਪਏ, ਕਹਿੰਦੇ ਤੂੰ ਛਕ ਲੈ। ਕਹਿੰਦਾ ਨਹੀਂ ਮਹਾਂਪੁਰਖੋ ਤੁਹਾਡੇ ਵਾਸਤੇ ਲੈ ਕੇ ਆਇਆ।
ਉਹ ਮਹਾਂਪੁਰਖ ਜਾਣਦੇ ਸਨ ਕਿ ਵਿੱਚ ਜ਼ਹਿਰ ਪਾ ਕੇ ਲੈ ਕੇ ਆਇਆ, ਇਹਦੀ ਖੋਟੀ ਇਹਨੇ ਹੁਣ ਨੀਤੀ ਧਾਰਨ ਕੀਤੀ ਹੈ। ਤੇ ਮਹਾਂਪੁਰਖਾਂ ਨੇ ਸਿਮਰਨ ਕਰਦਿਆਂ ਹੋਇਆ ਦੁੱਧ ਛਕ ਲਿਆ ਤੇ ਥੋੜਾ ਜਿੰਨਾ ਵੀ ਅਸਰ ਨਹੀਂ ਸੀ ਹੋਇਆ। ਦੂਜੀ ਵਾਰ ਫੇਰ ਦੁੱਧ ਵਿੱਚ ਜ਼ਹਿਰ ਪਾ ਕੇ ਲੈ ਆਇਆ, ਮਹਾਂਪੁਰਖੋ ਹੋਰ ਛਕ ਲਓ। ਜਦੋਂ ਲਿਆਂਦਾ ਤੇ ਮਹਾਂਪੁਰਖਾਂ ਨੇ ਫੇਰ ਛਕ ਲਿਆ, ਫੇਰ ਨਹੀਂ ਅਸਰ ਹੋਇਆ। ਤੀਜੀ ਵਾਰ ਜਦੋਂ ਲੈ ਕੇ ਆਇਆ ਤੇ ਕਹਿੰਦੇ ਤੂੰ ਆਪਣੀ ਜੋ ਪੱਕਾ ਪ੍ਰਣ ਧਾਰਨ ਕਰ ਲਿਆ ਹੈ ਕਿ ਸਾਨੂੰ ਸਾਡੇ ਸਰੀਰ ਨੂੰ ਸ਼ਾਂਤ ਕਰਕੇ ਹੀ ਛੱਡਣਾ। ਤੇ ਸਰੀਰ ਉਹਦਾ ਕੰਬਣ ਲੱਗ ਪਿਆ ਸੀਗਾ ਕਿ ਮਹਾਂਪੁਰਖਾਂ ਨੂੰ ਪਤਾ ਲੱਗ ਗਿਆ। ਤੇ ਸਾਧ ਸੰਗਤ ਕਹਿੰਦੇ ਉਹ ਮਹਾਂਪੁਰਖਾਂ ਨੇ ਬਚਨ ਕੀਤਾ ਕਿ ਪਹਿਲਾਂ ਤੇ ਅਸੀਂ ਅੰਮ੍ਰਿਤ ਰੂਪ ਜਾਣ ਕੇ ਪੀਂਦੇ ਸਨ, ਹੁਣ ਜ਼ਹਿਰ ਰੂਪ ਜਾਣ ਕੇ ਪੀਂਦੇ ਹਾਂ। ਉਹ ਫਿਰ ਜਾਣ ਕਰਕੇ ਜਦੋਂ ਪੀਤਾ ਤੇ ਸਰੀਰ ਸ਼ਾਂਤ ਹੋ ਗਿਆ ਸੀ ਮਹਾਂਪੁਰਖਾਂ ਦਾ। ਇਸ ਪ੍ਰਕਾਰ ਪਹਿਲਾਂ 2 ਵਾਰੀ ਜ਼ਹਿਰ ਪਾਈ, ਉਸੇ ਉਦਾਂ ਹੀ ਦੁੱਧ ਤੇ ਉਦਾਂ ਦੀ ਜ਼ਹਿਰ ਸੀ, ਪਰ ਅਸਰ ਨਹੀਂ ਸੀ ਹੋਇਆ। ਕਿਉਂਕਿ ਮਹਾਰਾਜ ਜੀ ਦਾ ਬਚਨ ਆਉਂਦਾ ਹੈ, ਜਿਸ ਹਿਰਦੇ ਅੰਦਰ ਪਰਮੇਸ਼ਰ ਦਾ ਸਿਮਰਨ ਚੱਲਦਾ ਨਾ, ਉੱਥੇ ਜ਼ਹਿਰ ਵੀ ਅਸਰ ਨਹੀਂ ਕਰ ਸਕਦੀ। ਵੇਖਿਆ ਭਯੰਤ ਅੰਮ੍ਰਿਤੰ, ਉਹ ਵੇਖ ਜ਼ਹਿਰ ਵੀ ਉੱਥੇ ਅੰਮ੍ਰਿਤ ਵਾਂਗ ਲੱਗਦੀ ਹੈ। ਜਿਸ ਹਿਰਦੇ ਅੰਦਰ ਪ੍ਰਮਾਤਮਾ ਦੀ ਜਾਤ ਹੋਵੇ, ਜਾਤ ਉਸੇ ਹਿਰਦੇ ਅੰਦਰ ਹੁੰਦੀ ਹੈ, ਬਰਕਰਾਰ ਰਹਿੰਦੀ ਹੈ, ਲਗਾਤਾਰ ਚੱਲਦੀ ਹੈ। ਜੋ ਪਰਮਾਤਮਾ ਦੇ ਭਾਣੇ ਦੇ ਨਾਲ ਪਿਆਰ ਕਰਦਾ ਹੈ, ਰੱਬੀ ਭਾਣੇ ਨੂੰ ਸਤ ਕਰਕੇ ਮੰਨਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਆਖ ਰਹੇ ਹੈ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਖਾਟੀ ਕਹਿੰਦੇ ਨੇ ਡਲੀ ਨੂੰ। ਭਾਵੇਂ ਕੋਈ ਜ਼ਹਿਰ ਦੀ ਡਲੀ ਲਿਆ ਕੇ ਦੁੱਧ ਵਿੱਚ ਪਾ ਦੇਵੇ, ਛਕਣ ਵਾਲੇ ਪਦਾਰਥ ਵਿੱਚ ਪਾ ਕੇ ਦੇ ਦੇਵੇ, ਉਹ ਵੀ ਅੰਮ੍ਰਿਤ ਵਾਂਗ ਹੀ ਲੱਗਦੀ ਹੈ। ਐਸਾ ਉਹਨਾਂ ਰੱਬੀ ਭਾਣੇ ਵਿੱਚ ਚੱਲਣ ਵਾਲਿਆਂ ਗੁਰਮੁਖਾਂ ਦਾ ਜੀਵਨ ਹੈ। ਤੈਸਾ ਮਾਨ ਤੈਸਾ ਅਭਿਮਾਨ। ਮਹਾਰਾਜ ਕਹਿੰਦੇ ਕੋਈ ਮਾਣ ਕਰੀ ਜਾਵੇ, ਸਤਿਕਾਰ ਕਰੇ, ਭਾਵੇਂ ਕੋਈ ਹੰਕਾਰ ਕਰੇ, ਕੋਈ ਨਮਸਕਾਰ ਨਾ ਕਰਦਾ ਹੋਵੇ, ਹੰਕਾਰੀ ਬਣ ਕੇ ਕੋਈ ਫਰਕ ਨਹੀਂ ਪੈਂਦਾ ਰੱਬ ਦੇ ਪਿਆਰਿਆਂ ਨੂੰ। ਤੈਸਾ ਮਾਨ ਤੈਸਾ ਅਭਿਮਾਨ। ਹੰਕਾਰੀ ਹੋ ਕੇ ਉੱਠ ਕੇ ਕੋਈ ਫਤਿਹ ਵੀ ਨਾ ਬੁਲਾਵੇ, ਨਮਸਕਾਰ ਵੀ ਨਾ ਕਰੇ ਤੇ ਕੋਈ ਫਰਕ ਨਹੀਂ ਪੈਂਦਾ। ਤੇ ਜੇ ਕੋਈ ਮਾਣ ਦਿੰਦਾ, ਬੜਾ ਆਓ ਭਗਤੀ ਕਰਦਾ, ਉੱਠ ਕੇ ਚਰਣੀ ਹੱਥ ਲਾਉਂਦਾ, ਤੇ ਕਹਿੰਦੇ ਫੇਰ ਵੀ ਉਹਨਾਂ ਨੂੰ ਕੋਈ ਮਨ ਤੇ ਇਹ ਨਹੀਂ ਕਿ ਸਾਡਾ ਮਾਣ ਕਰਦਾ, ਇਹਦੇ ਤੇ ਉੱਪਰ ਸਾਡੀ ਬੜੀ ਖੁਸ਼ੀ ਆ। ਨਾ, ਤੈਸਾ ਮਾਨ ਤੈਸਾ ਅਭਿਮਾਨ। ਕੋਈ ਹੰਕਾਰੀ ਹੋ ਕੇ ਨਾ ਨਮਸਕਾਰ ਕਰੇ, ਕੋਈ ਬਾਰ-ਬਾਰ ਚਰਨਾਂ ਤੇ ਸਿਜਦਾ ਕਰੀ ਜਾਵੇ, ਇੱਕੋ ਜਿਹਾ ਸੁਭਾਅ ਰੱਖਦੇ ਹਨ। ਤੈਸਾ ਰੰਕ ਤੈਸਾ ਰਾਜਾਨ। ਭਾਵੇਂ ਕੋਈ ਰਾਜਾ ਹੋਵੇ, ਚਾਹੇ ਰੰਕ ਕੰਗਾਲ ਹੋਵੇ, ਰਾਜਿਆਂ ਦਾ ਰਾਜਾ ਮਹਾਰਾਜਾ ਕਿਉਂ ਨਾ ਆ ਜਾਵੇ, ਪਰ ਸਭ ਨੂੰ ਸਮਾਨ ਹੀ ਜਾਣਦੇ ਹੈ ਕਿ ਰਾਜੇ ਵਿੱਚ ਵੀ ਪ੍ਰਮਾਤਮਾ ਦੀ ਜੋਤ ਹੈ, ਕੰਗਾਲ ਵਿੱਚ ਪਰਜਾ ਵਿੱਚ ਵੀ ਰੱਬੀ ਜੋਤ ਹੈ। ਰਾਜਾ ਜੇ ਰਾਜ ਤਖਤ ਤੇ ਬੈਠਾ ਤੇ ਇਹਦੇ ਪੂਰਬਲੇ ਪੁੰਨਾਂ ਦਾ ਫਲ ਹੈ। ਜੇ ਕੰਗਾਲ ਉਹਦੇ ਕੋਲ ਧਨ ਪਦਾਰਥ ਨਹੀਂ, ਰਾਜ ਤਖਤ ਨਹੀਂ, ਉਹਦਾ ਪੁੰਨਾਂ ਦਾ ਫਲ ਹੈ ਤੇ ਪ੍ਰਮਾਤਮਾ ਦੀ ਜੋਤ ਹੈ ਨਾ। ਇਸ ਪ੍ਰਕਾਰ ਰਾਜੇ ਵਿੱਚ ਰੰਕ ਕੰਗਾਲ ਦੇ ਵਿੱਚ ਸਭ ਸਮਾਨ ਕਰਕੇ ਜਾਣਦਾ ਹੈ। ਜੋ ਵਰਤਾਏ ਸਾਈ ਜੁਗਤ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਵਨ ਮੁਕਤ ਗੁਰਮੁਖ ਪਿਆਰੇ ਦੀ ਇਹ ਅਵਸਥਾ ਦੱਸ ਰਹੇ ਹੈ। ਮਹਾਰਾਜ ਕਹਿੰਦੇ ਜੋ ਪ੍ਰਮਾਤਮਾ ਭਾਣਾ ਵਰਤਾਵੇ ਉਹਨੂੰ ਨਿਸ਼ਚੈ ਕਰਕੇ ਮੰਨਦਾ ਹੋਵੇ। ਜੋ ਵਰਤਾਏ ਸਾਈ ਜੁਗਤ, ਕਿ ਇਹੋ ਹੀ ਜੁਗਤ ਸੱਚੀ ਹੈ, ਇਹੋ ਹੀ ਮਹਾਰਾਜ ਕਹਿੰਦੇ ਭਲਾ ਹੈ, ਇਹੋ ਹੀ ਜ਼ਿੰਦਗੀ ਵਿੱਚ ਭਲਾ ਜੋ ਪ੍ਰਮਾਤਮਾ ਨੇ ਕੀਤਾ ਹੈ। ਜੋ ਕਰਦਾ ਸੀ ਉਹਨੂੰ ਵੀ ਭਲਾ ਮੰਨਦੇ, ਹੁਣ ਵੀ ਮੰਨ ਰਹੇ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਮੰਨਣ ਵਾਲਾ ਹੋਵੇ। ਮਹਾਰਾਜ ਕਹਿੰਦੇ ਐਸਾ ਪਰਮੇਸ਼ਰ ਦੇ ਭਾਣੇ ਨੂੰ ਸਤ ਕਰਕੇ ਜੋ ਮੰਨਦਾ ਹੈ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਐ ਗੁਰਸਿੱਖੋ, ਉਸ ਪੁਰਖ ਨੂੰ ਜੀਵਨ ਮੁਕਤ ਆਖਿਆ ਜਾਂਦਾ ਹੈ। ਉਸੇ ਨੂੰ ਕਹਿਣਾ ਚਾਹੀਦਾ ਜੋ ਬੰਧਨਾਂ ਤੋਂ ਰਹਿਤ ਹੈ। ਐਵੇਂ ਨਹੀਂ ਹੈ ਕਿ ਸੰਸਾਰ ਦੀ ਮੋਹ ਮਮਤਾ ਗਲਤਾਨ ਹੋਵੇ ਉਹਨੂੰ ਜੀਵਨ ਮੁਕਤ ਕਹੀ ਜਾਵੋ ਨਾ। ਜੋ ਪਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨਦਾ ਹੈ, ਜਿਸ ਨੂੰ ਕੋਈ ਵੀ ਦੁਨੀਆ ਦਾ ਬੰਧਨ ਨਹੀਂ ਹੈ, ਉਹ ਜਾਣੋ ਕਿ ਜੀਵਨ ਮੁਕਤ ਹੈ। ਪਾਰ ਬ੍ਰਹਮ ਕੇ ਸਗਲੇ ਠਾਓ। ਪਾਰਾਵਾਰ ਤੋਂ ਰਹਿਤ ਬ੍ਰਹਮ ਸਰੂਪ ਹੈ। ਪਰਮਾਤਮਾ ਦੇ ਸਰਬ ਥਾਂ ਹਨ, ਸਾਰੇ ਥਾਂ ਪਰਮੇਸ਼ਰ ਦੇ ਹਨ, ਕਿਉਂਕਿ ਸਭ ਥਾਵਾਂ ਤੇ ਵਿਆਪਕ ਹੈ, ਹਰ ਸਮੇਂ ਹਾਜ਼ਰ ਨਾਜ਼ਰ ਰਹਿੰਦਾ, ਸਰਬ ਵਿਆਪਕ ਹੈ। ਜਹ ਜਹ ਪੇਖੋ ਤਹ ਹਜੂਰ, ਦੂਰ ਕਤ ਹੋ ਨਾ ਜਾਈ। ਰਵ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਉਹ ਪਰਮਾਤਮਾ
ਸਭ ਥਾਵਾਂ ਤੇ ਸਰਬੱਤਰ ਥਾਵਾਂ ਤੇ ਵਿਆਪਕ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਸਾਰੀਆਂ ਥਾਵਾਂ ਪਰਮੇਸ਼ਰ ਦੀਆਂ ਵਸਣ ਵਾਲੀਆਂ ਹਨ। ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ। ਜਿਹੋ ਜਿਹੇ ਆਕਾਰ ਦਾ ਜਿਹੋ ਜਿਹੇ ਘਰ ਵਿੱਚ ਪ੍ਰਮਾਤਮਾ ਨੇ ਕਿਸੇ ਨੂੰ ਰੱਖਿਆ ਉਦਾਂ ਦਾ ਉਹਦਾ ਨਾਮ ਪੈ ਗਿਆ ਹੈ। ਜਿਵੇਂ ਚਾਰ ਖਾਣੀਆਂ ਵਿੱਚ ਪਰਮੇਸ਼ਰ ਨੇ ਜੀਵ ਪੈਦਾ ਕੀਤੇ ਹੈ ਨਾ, ਅੰਡਜ ਜੇਰਜ ਉਤਪਜ ਸੇਤਜ ਤੇਰੇ ਕੀਤੇ ਜਨਤਾ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੋ ਜਿਹੇ ਕਿਸੇ ਨੂੰ ਆਂਡਿਆਂ ਤੋਂ ਪੈਦਾ ਕੀਤਾ, ਕੋਈ ਪਸ਼ੂ ਹਨ, ਕੋਈ ਪੰਛੀ ਹੈ, ਕੋਈ ਕੀੜੇ ਮਕੌੜੇ, ਵੱਖੋ ਵੱਖਰੇ ਉਹ ਘਰਾਂ ਦੇ ਉਹਨਾਂ ਦੇ ਨਾਵਾਂ ਦੇ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਹੈ। ਜਿਹੋ ਜਿਹੇ ਘਰ ਵਿੱਚ ਜਿਹੋ ਜਿਹੇ ਸਰੀਰ ਜਿਹੋ ਜਿਹੇ ਆਕਾਰ ਦਾ ਪਰਮੇਸ਼ਰ ਨੇ ਕਿਸੇ ਨੂੰ ਬਣਾਇਆ ਹੈ। ਜਿਵੇਂ ਮਨੁੱਖ ਹਨ, ਇਹਦੀਆਂ ਜਾਤੀਆਂ ਕਿੰਨੀਆਂ ਨੇ, ਪਸ਼ੂ ਹਨ, ਪਰਿੰਦੇ ਹੈ, ਪੰਛੀ ਹੈ, ਜੀਵ ਹਨ, ਜੰਤੂ ਹੈ, ਜੜ ਜੀਵ ਹਨ, ਜੰਗਮ ਜੀਵ ਹਨ। ਇਸ ਪ੍ਰਕਾਰ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ। ਮਹਾਰਾਜ ਕਹਿੰਦੇ ਉਦਾਂ ਦਾ ਉਹਨਾਂ ਦਾ ਨਾਮ ਪੈ ਗਿਆ ਜਿਹੋ ਜਿਹੇ ਜੂਨ ਰੂਪੀ ਘਰ ਦੇ ਵਿੱਚ ਪ੍ਰਮਾਤਮਾ ਨੇ ਜੀਵਾਂ ਨੂੰ ਬਣਾਇਆ ਹੈ। ਆਪੇ ਕਰਨ ਕਰਾਵਨ ਜੋਗ। ਔਰ ਇਸੇ ਪ੍ਰਕਾਰ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ। ਤਿੰਨਾਂ ਗੁਣਾਂ ਵਿੱਚ ਪ੍ਰਮਾਤਮਾ ਨੇ ਸ੍ਰਿਸ਼ਟੀ ਨੂੰ ਬਣਾਇਆ ਹੈ। ਕੋਈ ਤਮੋ ਗੁਣੀ ਸੁਭਾਅ ਹੈ ਜਿਨ੍ਹਾਂ ਨੂੰ ਕ੍ਰੋਧੀ ਕਿਹਾ ਜਾਂਦਾ ਹੈ, ਤੀਖਣ ਬੁੱਧੀ ਵਾਲੇ, ਤੀਖਣ ਸੁਭਾਅ ਵਾਲੇ, ਕਾਹਲੇਪਨ ਵਾਲੇ। ਔਰ ਕੁਝ ਸੰਸਾਰ ਦੇ ਜੀਵ ਰਜੋਗੁਣੀ ਸੁਭਾਅ ਵਾਲੇ ਹਨ ਜਿਹੜੇ ਹਰ ਸਮੇਂ ਲੋਭੀ ਹੋ ਕਰਕੇ ਰਹਿੰਦੇ ਹਨ। ਤੇ ਕੋਈ ਸਤੋਗੁਣੀ ਸੁਭਾਅ ਵਾਲੇ ਹੈ, ਉਹ ਸਾਧ ਸੰਗਤ ਜੀ ਹਰ ਸਮੇਂ ਨਿਮਰਤਾਵਾਨ ਹੋ ਕਰਕੇ ਰਹਿੰਦੇ ਹੈ, ਸ਼ਾਂਤ ਚਿਤ ਹੋ ਕਰਕੇ ਰਹਿੰਦੇ ਹੈ। ਇਹ ਮਹਾਰਾਜ ਕਹਿੰਦੇ ਕੋਈ ਤਮੋ ਗੁਣੀ, ਕੋਈ ਸਤੋ ਗੁਣੀ, ਕੋਈ ਰਜੋ ਗੁਣੀ ਹੈ। ਜਿਹੋ ਜਿਹੇ ਘਰ ਜਿਹੋ ਜਿਹੇ ਗੁਣ ਦੇ ਵਿੱਚ ਪ੍ਰਮਾਤਮਾ ਨੇ ਬਣਾਇਆ, ਜਿਹੋ ਜਿਹੇ ਸੁਭਾਅ ਪ੍ਰਮਾਤਮਾ ਨੇ ਜੀਵਾਂ ਦੇ ਬਣਾਏ, ਉਹ ਜਿਹੇ ਨਾਮਾਂ ਦੇ ਨਾਲ ਜਾਣੇ ਜਾਂਦੇ ਆ। ਆਪੇ ਕਰਨ ਕਰਾਵਨ ਜੋਗ। ਆਪ ਹੀ ਪ੍ਰਮਾਤਮਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਜੀਵਾਂ ਰੂਪ ਹੋ ਕਰਕੇ ਕਰਮਾਂ ਨੂੰ ਕਰਾਉਣ ਵਾਲਾ ਹੈ। ਪ੍ਰਭ ਭਾਵੈ ਸੋਈ ਫੁਨ ਹੋਗ। ਐ ਗੁਰਸਿੱਖੋ, ਜੋ ਪ੍ਰਮਾਤਮਾ ਨੂੰ ਭਾਵੰਦਾ ਉਹ ਕੁਝ ਹੁੰਦਾ ਸੀ, ਜੋ ਭਾ ਰਿਹਾ ਉਹ ਕੁਝ ਹੋ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਉਹ ਕੁਝ ਹੋਵੇਗਾ ਜੋ ਪਰਮੇਸ਼ਰ ਨੂੰ ਭਾਵੇਗਾ। ਪਸਰਿਓ ਆਪ ਹੋਏ ਅਨੰਤ ਤਰੰਗ। ਉਹ ਪਰਮੇਸ਼ਰ ਇਉਂ ਪਸਰਿਆ ਹੈ ਜਿਵੇਂ ਸਮੁੰਦਰ ਦੀਆਂ ਲਹਿਰਾਂ ਹਨ। ਹੈ ਤੇ ਸਾਧ ਸੰਗਤ ਜੀ ਲਹਿਰਾਂ ਨੇ, ਪਰ ਅਸਲ ਵਿੱਚ ਮੂਲ ਰੂਪ ਉਹਨਾਂ ਦਾ ਪਾਣੀ ਹੈ। ਸਮੁੰਦਰ ਤੋਂ ਲਹਿਰਾਂ ਉੱਠਦੀਆਂ ਨੇ, ਤਰੰਗਾਂ ਉੱਠਦੀਆਂ ਨੇ, ਝੱਗ ਬਣਦੀ ਹੈ, ਬੁਲਬੁਲੇ ਬਣਦੇ ਹੈ। ਪਰ ਜਦੋਂ ਸਮੁੰਦਰ ਦੇ ਪਾਣੀ ਵੀ ਸਮਾ ਜਾਂਦੇ ਉਸ ਨੂੰ ਵੀ ਪਾਣੀ ਕਿਹਾ ਜਾਂਦਾ ਹੈ। ਗਰੀਬ ਨਵਾਜ ਮਹਾਰਾਜ ਜੀ ਦਾ ਬਚਨ ਆਉਂਦਾ ਗੁਰਬਾਣੀ ਅੰਦਰ ਕਿ ਬੀਜ ਬੋਇਓ। ਮਹਾਰਾਜ ਕਹਿੰਦੇ ਇੱਕ ਬੀਜ ਬੀਜੀ ਦਾ ਤੇ ਕਿੰਨੇ ਬੀਜ ਬਣ ਜਾਂਦੇ ਹੈ। ਬਹੁ ਪ੍ਰਕਾਰਾ ਬੀਜ ਬੋਇਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕੰਕਾਰਾ। ਹੈ ਫਿਰ ਇੱਕੋ ਹੀ ਲੈ ਜਾਂਦਾ ਕਿ ਉਹ ਬੀਜ ਬੀਜਿਆ ਸੋ ਉਹਦੇ ਤੋਂ ਬਹੁਤੇ ਬਣ ਗਏ, ਫਿਰ ਇੱਕੋ ਹੀ ਬੀਜ ਰਹਿ ਗਿਆ। ਫਿਰ ਇਸੇ ਪ੍ਰਕਾਰ ਸਹਿਸ ਘਾਟਾ ਮਹਿ ਏਕ ਆਕਾਸ, ਘਟ ਫੂਟੇ ਤੇ ਉਹੀ ਪ੍ਰਕਾਸ਼। ਭਾਵੇਂ ਹਜ਼ਾਰਾਂ ਘੜਿਆਂ ਵਿੱਚ ਪਾਣੀ ਭਰ ਕੇ ਰੱਖ ਦਈਏ ਤੇ ਚੰਦਰਮਾ ਸਾਰਿਆਂ ਦੇ ਵਿੱਚ ਨਜ਼ਰ ਆਉਂਦਾ ਹੈ। ਹਜ਼ਾਰਾਂ ਚੰਦਰਮੇ ਦਿਸਦੇ ਹੈ, ਪਰ ਜਦੋਂ ਸਭ ਨੂੰ ਭੰਨ ਦਈਏ ਤੇ ਕੇਵਲ ਇੱਕੋ ਹੀ ਚੰਦਰਮਾ ਰਹਿ ਜਾਂਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਆਖ ਰਹੇ ਹੈ, ਪਸਰਿਓ ਆਪ ਹੋਏ ਅਨੰਤ ਤਰੰਗ। ਅਨੇਕਾਂ ਸੰਸਾਰ ਦੇ ਜੀਵਾਂ ਰੂਪ, ਤਰੰਗਾ ਰੂਪ ਹੋ ਕਰਕੇ, ਲਹਿਰਾਂ ਰੂਪ ਹੋ ਕੇ ਪ੍ਰਮਾਤਮਾ ਪਸਰ ਰਿਹਾ ਹੈ। ਪਰ ਹੈ ਅਸਲ ਵਿੱਚ ਇੱਕੋ ਹੀ ਪ੍ਰਮਾਤਮਾ ਸੱਚਾ ਹੈ। ਜਿਵੇਂ ਬਾਜੀਗਰ ਦੇ ਖੇਡ ਬਹੁਤ ਤਮਾਸ਼ੇ ਦਿਖਾਉਂਦਾ ਹੈ, ਪਰ ਜਿੰਨੇ ਵੀ ਤਮਾਸ਼ੇ ਦਿਖਾਉਂਦਾ ਸਭ ਝੂਠੇ ਹੁੰਦੇ, ਕੇਵਲ ਬਾਜੀਗਰ ਹੀ ਸੱਚਾ ਹੁੰਦਾ ਹੈ। ਇਹ ਮਹਾਰਾਜ ਕਹਿੰਦੇ ਜਿੰਨਾ ਵੀ ਸੰਸਾਰ ਦਾ ਤਮਾਸ਼ਾ ਹੈ ਨਾ, ਇਹ ਸਭ ਨਾਸ਼ਵਾਨ ਝੂਠਾ ਹੈ, ਕੇਵਲ ਅੱਖਾਂ ਦਾ ਧੋਖਾ ਹੈ। ਇਹਨਾਂ ਵਿੱਚੋਂ ਪਰਮਾਤਮਾ ਹੀ ਸੱਚਾ ਹੈ, ਜੋ ਸੰਸਾਰ ਦੇ ਸਭ ਜੀਵਾਂ ਰੂਪ ਕਠਪੁਤਲੀਆਂ ਨੂੰ ਨਚਾਉਂਦਾ ਹੈ, ਲੜਾਉਂਦਾ ਹੈ, ਖਿਡਾਉਂਦਾ ਹੈ, ਹਰਾਉਂਦਾ ਕਿਸੇ ਨੂੰ ਜਿਤਾ ਦਿੰਦਾ ਹੈ। ਮਹਾਰਾਜ ਜੀ ਦਾ ਬਚਨ ਵੀ ਆਉਂਦਾ ਹੈ ਗੁਰਬਾਣੀ ਵਿੱਚ, ਕਾਠ ਕੀ ਪੁੱਤਰੀ ਕਹਾ ਕਰੈ ਬਪੁਰੀ, ਖਿਲਾਵਨ ਹਾਰੋ ਜਾਣੈ। ਜੈਸਾ ਪੇਖ ਕਰਾਵੈ ਬਾਜੀਗਰ, ਉਹ ਤੈਸੋ ਹੀ ਸਾਜ ਆਨੈ। ਜਿਵੇਂ ਬਾਜੀਗਰ ਕਠਪੁਤਲੀਆਂ ਨੂੰ ਨਚਾਉਂਦਾ, ਜਿੱਦਾਂ ਨਚਾਉਂਦਾ ਉਦਾਂ ਹੀ ਨੱਚਦੀਆਂ ਹਨ।
ਮਹਾਰਾਜ ਕਹਿੰਦੇ ਤਿਵੇਂ ਸੰਸਾਰ ਦੇ ਜੀਵ ਸਾਰੇ ਕਠਪੁਤਲੀਆਂ ਦੀ ਤਰ੍ਹਾਂ ਨੇ। ਬਰੀਕ ਤਾਰ ਬਾਜੀਗਰ ਦੇ ਹੱਥਾਂ ਵਿੱਚ ਹੁੰਦੀ ਹੈ, ਇਹ ਹੁਕਮ ਰੂਪੀ ਤਾਰ ਪ੍ਰਮਾਤਮਾ ਦੇ ਹੱਥਾਂ ਵਿੱਚ ਹੈ। ਜਿਵੇਂ ਜੀਵਾਂ ਨੂੰ ਨਚਾਉਂਦਾ, ਜਿੱਧਰ ਲੈ ਕੇ ਜਾਂਦਾ ਉਧਰ ਜਾਂਦੇ ਹੈ। ਇਸ ਕਰਕੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ ਹਨ, ਪਸਰਿਓ ਆਪ ਹੋਏ ਅਨੰਤ ਤਰੰਗ। ਉਹ ਪਰਮੇਸ਼ਰ ਹੀ ਹੈ ਜੋ ਆਪ ਸਭ ਲਹਿਰਾਂ ਰੂਪ ਹੋ ਕੇ ਵਰਤ ਰਿਹਾ ਹੈ। ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਜੋ ਪਾਰਾਵਾਰ ਤੋਂ ਰਹਿਤ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਸਰੂਪ ਹੈ ਉਸ ਵਾਹਿਗੁਰੂ ਦੇ ਐਸੇ ਜਿਹੜੇ ਅਨੇਕਾਂ ਹੀ ਕੌਤੁਕ ਹੈ ਨਾ, ਜਾਣੇ ਨਹੀਂ ਜਾ ਸਕਦੇ। ਪਰਮਾਤਮਾ ਦੀ ਅਚਰਜ ਲੀਲਾ ਨੂੰ ਜਾਣਿਆ ਨਹੀਂ ਜਾ ਸਕਦਾ। ਜੈਸੀ ਮਤ ਦੇ ਤੈਸਾ ਪ੍ਰਗਾਸ। हे ਪਰਮਾਤਮਾ, ਜਿਹੋ ਜਿਹੇ ਜੀਵ ਨੂੰ ਆਪ ਜੀ ਮਤ ਦਿੰਦੇ ਹੋ ਉਹੋ ਜਿਹਾ ਸੰਸਾਰ ਦੇ ਅੰਦਰ ਪ੍ਰਕਾਸ਼ ਕਰਦਾ ਹੈ। ਉਹੋ ਜਿਹਾ ਜੀਵ ਨੂੰ ਗਿਆਨ ਪ੍ਰਾਪਤ ਹੋ ਜਾਂਦਾ ਹੈ। ਉਹੋ ਜਿਹੇ ਸੁਭਾਅ ਦੇ ਨਾਲ ਉਹੋ ਜਿਹੀ ਮਤ ਅਨੁਸਾਰ ਸੰਸਾਰ ਦੇ ਵਿੱਚ ਵਰਣਨ ਕਰਦਾ ਹੈ। ਇਸ ਲਈ ਮਹਾਰਾਜ ਕਹਿੰਦੇ ਆਪਣੀ ਮਤ ਦਾ ਦਾਅਵਾ ਨਹੀਂ ਕਦੇ ਵੀ ਕਰਨਾ ਚਾਹੀਦਾ ਕਿ ਮੈਂ ਹੀ ਬਹੁਤਾ ਸਿਆਣਾ ਹਾਂ, ਮੈਂ ਹੀ ਬਹੁਤਾ ਵੱਡਾ ਸਮਝਦਾਰ ਹਾਂ, ਕਿਉਂਕਿ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ। ਬੰਦੇ ਦੀ ਜਿੰਨੀ ਕੋ ਮਤ ਹੈ ਉਹਨਾਂ ਕੋ ਵਰਣਨ ਕਰਦਾ ਹੈ। ਪ੍ਰਮਾਤਮਾ ਨੇ ਜਿੰਨੀ ਕੋ ਕਿਸੇ ਨੂੰ ਮਤ ਬਖਸ਼ੀ ਹੈ। ਪਾਰ ਬ੍ਰਹਮ ਕਰਤਾ ਅਬਿਨਾਸ਼। ਪਾਰਾਵਾਰ ਤੋਂ ਰਹਿਤ ਬ੍ਰਹਮ ਸਰੂਪ ਕਰਤਾ, ਸਾਰੀ ਸ੍ਰਿਸ਼ਟੀ ਦਾ ਕਰਨਹਾਰ। ਨਾਸ਼ ਤੋਂ ਰਹਿਤ ਤੋਂ ਪ੍ਰਮਾਤਮਾ ਅਬਿਨਾਸੀ ਹੈ। ਸਦਾ 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 ਦਿਆਲ। ਸਤਿਗੁਰੂ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਫਰਮਾਉਂਦੇ ਆ, ਉਹ ਭੂਤ ਕਾਲ ਦੇ ਵਿੱਚ ਵੀ ਪਰਮਾਤਮਾ ਸੱਚਾ ਸੀ, ਵਰਤਮਾਨ ਸਮੇਂ ਵਿੱਚ ਵੀ ਸੱਚਾ ਹੈ, ਭਵਿੱਖ ਦੇ ਵਿੱਚ ਵੀ ਪਰਮਾਤਮਾ ਸੱਚਾ ਹੋਵੇਗਾ। ਤਿੰਨਾਂ ਸਮਿਆਂ ਵਿੱਚ ਵਾਹਿਗੁਰੂ ਸੱਚਾ ਹੈ ਤੇ ਦਿਆਲੂ ਹੈ। ਸਭ ਜੀਵਾਂ ਤੇ ਦਿਆਲਤਾ ਕਰਦਾ ਸੀ, ਹੁਣ ਵੀ ਕਰ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਦਿਆਲਤਾ ਕਰਦਾ ਰਹੇਗਾ। ਸਿਮਰ ਸਿਮਰ ਨਾਨਕ ਭਏ ਨਿਹਾਲ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ, ਉਹ ਸਿਮਰਨੇ ਯੋਗ ਪ੍ਰਮਾਤਮਾ ਨੂੰ ਸਿਮਰਨ ਵਾਲੇ ਨਿਹਾਲ ਹੋਏ ਹੁੰਦੇ ਸਨ, ਹੁਣ ਵੀ ਹੋ ਰਹੇ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹੁੰਦੇ ਰਹਿਣਗੇ। ਇਹ ਜੀਵ ਮਨ ਕਰਕੇ ਵਾਹਿਗੁਰੂ ਦਾ ਸਿਮਰਨ ਕਰ, ਬਾਣੀ ਕਰਕੇ ਵੀ ਪ੍ਰਮਾਤਮਾ ਜੀ ਦਾ ਸਿਮਰਨ ਕਰਿਆ ਕਰ, ਸਰੀਰ ਕਰਕੇ ਵੀ ਪ੍ਰਮਾਤਮਾ ਨੂੰ ਯਾਦ ਕਰਿਆ ਕਰ। ਫਿਰ ਤੂੰ ਸੰਸਾਰ ਤੋਂ ਨਿਹਾਲ ਹੋ ਜਾਵੇਂਗਾ, ਮੁਕਤ ਹੋ ਜਾਵੇਂਗਾ। ਪ੍ਰਮਾਤਮਾ ਤੇਰੇ ਤੇ ਮਿਹਰ ਕਰ ਦੇਵੇਗਾ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸਦਾ 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 ਦਿਆਲ। ਸਿਮਰ ਸਿਮਰ ਨਾਨਕ ਭਏ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।